ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਗੱਲ ਚਾਹੇ ਐਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਹੋਵੇ ਜਾਂ ਇਸ ਦੇ ਚੇਲਿਆਂ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਡੇ ਅਹੁਦੇਦਾਰਾਂ ਦੀ, ਜਿਨ੍ਹਾਂ ਨੇ ਵੀ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਨੇ, ਜਿਨ੍ਹਾਂ ਨੇ ਵੀ 328 ਸਰੂਪ ਗਾਇਬ ਕਰਵਾਏ ਨੇ ਜਾਂ 450 ਸਰੂਪ ਕੈਨੇਡਾ ਵਿੱਚ ਗਾਲੇ ਨੇ, ਉਹ ਬੇਨਕਾਬ ਹੋਣਗੇ ਹੀ ਹੋਣਗੇ। ਕਿਉਂਕਿ ਹੁਣ ਸਿੰਘਾਂ ਨੇ ਧਰਨਾ ਲਾ ਲਿਆ, ਕਿਉਂਕਿ 22 ਤਰੀਕ ਤੋਂ ਸਿੰਘਾਂ ਨੇ ਮੋਰਚਾ ਲਾਇਆ ਹੋਇਆ ਹੈ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਸਾਹਮਣੇ। ਪੰਥ ਦੀ ਮਹਾਨ ਹਸਤੀ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਹਰਿਆਣਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਜੀ ਬੈਠੇ ਨੇ ਤੇ ਸਤਿਕਾਰਯੋਗ ਲੁਧਿਆਣਾ ਜ਼ਿਲ੍ਹਾ ਦੇ ਪ੍ਰਧਾਨ ਜਸਵੰਤ ਸਿੰਘ ਜੀ ਚੀਮਾ ਸਾਹਿਬ, ਜਿਹੜੇ ਕਿ ਬਹੁਤ ਵੱਡਾ ਹਜੂਮ ਲੈ ਕੇ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ। ਇਹ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਆਓ ਕਰਿਆ ਜੇ ਕਿਰਪਾ, ਕੋਈ ਵੀ ਰਸਨਾ ਵਾਂਝੀ ਨਾ ਜਾਵੇ, ਦਿਓ ਪਿਆਰ ਦਾ ਸਬੂਤ। ਕਹਿੰਦੇ ਇਸ ਗੁਰੂ ਗ੍ਰੰਥ ਦੀ ਜੋਤ ਦੇ ਅੰਦਰ ਦਿਸਦਾ ਪ੍ਰਤੱਖ ਨਜ਼ਾਰਾ ਹੈ। ਉਹ ਇੱਕ ਸਫੇ ਤੇ ਨਾਨਕ ਬੈਠਾ, ਦੂਜੇ ਰਵਿਦਾਸ ਪਿਆਰਾ ਹੈ। ਇੱਥੇ ਕਲੀਆਂ ਵਾਂਗੂ ਮਹਿਕਦੀਆਂ ਨੇ ਧੰਨੇ ਦੀ ਪਾਕ ਉਮੀਦ ਦੀਆਂ, ਇੱਥੇ ਸੋਨੇ ਵਾਂਗੂ ਉਗਰੀਆਂ ਨੇ ਲਿਖਤਾਂ ਸ਼ੇਖ ਫਰੀਦ ਦੀਆਂ। ਉਹ ਜਦੋਂ ਮਨ ਚਿਤ ਲਾ ਕੇ ਸੁਣੇ ਕੋਈ ਨੌਵੇਂ ਗੁਰ ਦੇ ਸ਼ਲੋਕਾਂ ਨੂੰ, ਤਬ ਲੱਭਦਾ ਰਾਹ ਸਚਾਈ ਦਾ। ਦੁਨੀਆ ਦੇ ਭੁੱਲੜ ਲੋਕਾਂ ਨੂੰ ਧੰਨ ਧੰਨ ਅਰਜਨ ਦੇਵ ਗੁਰੂ, ਜਿਨ ਸੱਚ ਦੀ ਜੋਤ ਜਗਾਈ ਸੀ, ਪਾਣੀ ਨਾ ਕੀਤੀ ਬੰਦ, ਸਗੋਂ ਸਿਰ ਸੜਦੀ ਰੇਤ ਪਵਾਈ ਸੀ। ਇਸ ਗੁਰਬਾਣੀ ਨੂੰ ਜਦੋਂ ਰਾਗੀ ਸੁਰਤਾਲ ਦੇ ਅੰਦਰ ਗਾਉਂਦੇ ਨੇ, ਅਰਸ਼ਾਂ ਤੋਂ ਆਣ ਫਰਿਸ਼ਤੇ ਵੀ ਇਸ ਦਰ ਤੇ ਸੀਸ ਝੁਕਾਉਂਦੇ ਨੇ। ਆਓ ਤੁਹਾਡੇ ਵਿੱਚ ਸਾਡੇ ਵੀ ਸਵਾਸ ਸਫਲੇ ਹੋ ਜਾਣ। ਕਰਿਆ ਜੇ ਕਿਰਪਾ, ਗੱਜ ਵੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਜੀ, ਹੁਣ ਜਾਗਣ ਦੀ ਵਾਰੀ ਆ ਗਿਆ, ਵੇਸਲੇ ਹੋਣ ਦੀ ਵਾਰੀ ਨਹੀਂ। ਹੁਣ ਤੁਹਾਨੂੰ ਚਨੂਣੀ ਦੇ ਦਿੱਤੀ ਹੈ। ਜੇ ਹੁਣ ਵੀ ਨਾ ਜਾਗੇ ਤੇ ਯਕੀਨ ਕਰਿਆ ਜੇ ਫਿਰ ਕਦੇ ਕੌਮ ਜਾਗੇਗੀ ਨਹੀਂ। ਆਓ ਇਸ ਜਾਗੋ ਨੂੰ ਲੈ ਕੇ ਇੰਟਰਨੈਸ਼ਨਲ 골ਡ ਮੈਡਲਿਸਟ ਗੁਰਚਰਨ ਸਿੰਘ ਸ਼ਾਹਕੋਟੀ ਦਾ ਢਾਡੀ ਜਤਾ ਹੈ। ਕਿਉਂ ਬਿਆਨ ਕਰ ਹਲੋ ਜੇ ਕਰ ਪੀਰ ਦਾ ਨਾ ਜਜ਼ਬਾ ਦੇਖਣਾ, ਜੇ ਕਰ ਪੀਰ ਦਾ ਨਾ ਜਜ਼ਬਾ ਦੇਖਣਾ ਹੈ ਤਾਂ ਖੁਸ਼ ਗੀਤਾਂ ਦੇ ਲੱਗੇ ਦੀਵਾਨ ਅੰਦਰ। ਜੇ ਕਰ ਰੰਗ ਕੁਰਬਾਨੀ ਦਾ ਵੇਖਣਾ ਹੈ, ਵੇਖੋ ਕੇਸਰੀ ਪੰਥ ਨਿਸ਼ਾਨ ਅੰਦਰ। ਗੈਰ ਦੁਪਹਿਰਨ ਜੀਤ ਦੇ ਚੁੰਮਦੀ ਸੀ, ਗੈਰ ਦੁਪਹਿਰਨ ਜੀਤ ਦੇ ਚੁੰਮਦੀ ਸੀ, ਤਾਂ ਜਦੋਂ ਪਾਉਂਦਾ ਸੀ ਹੱਥ ਕੁਰਬਾਨ ਅੰਦਰ। ਸਿੰਘੋ ਫਤਿਹ ਬਲਾਰ ਦੀ ਖੁਸ਼ੀ ਵੇਖੋ, ਦਸਵੇਂ ਪਿਤਾ ਦੇ ਮੁਖ ਫਰਮਾਨ ਅੰਦਰ। ਤੀਲਾ ਤੀਲਾ ਹੋ ਜਾਂਦੀ ਕਬੀਲਦਾਰੀ, ਤਾਂ ਜੇਕਰ ਖੰਡ ਇਤਫਾਕ ਦੀ ਖੁੱਲ ਜਾਵੇ, ਦੁੱਧ ਡੁੱਲਿਆ ਨਾ ਮੁੜ ਕੇ ਪਵੇ ਭਾਂਡੇ, ਜੇਕਰ ਵਿੱਚ ਦਰਿਆ ਦੇ ਡੁੱਲ ਜਾਵੇ। ਬਿਨਾ ਮਾਛਸਾ ਕਦੇ ਨਹੀਂ ਮਸਾਲ ਬਲਦੇ, ਨਾ ਬਿਨਾ ਤੇਲ ਤੋਂ ਦੀਵਾ ਹੋ ਗੁੱਲ ਜਾਵੇ। ਓਏ ਉਸ ਕੌਮ ਦਾ ਵਾਰਸਾ ਰੱਬ ਰਾਖਾ, ਉਹ ਜਿਹੜੀ ਕੌਮ ਇਤਿਹਾਸ ਨੂੰ ਭੁੱਲ ਜਾਵੇ। ਬੋਲੇ ਸਤਿ ਸ੍ਰੀ ਅਕਾਲ। ਹੁਕਮਾਂ ਜਿਉਂਦੀਆਂ ਨੇ ਸਦਾ ਕੁਰਬਾਨੀਆਂ ਤੇ, ਅਣਖ ਮਰੇ ਤੇ ਕੌਮ ਹੈ ਮਰ ਜਾਂਦੀ। ਜੀਓ ਜੀ ਸ਼ੇਰਾ, ਉਸ ਕੌਮ ਨੂੰ ਸਦਾ ਇਤਿਹਾਸ ਪੂਜੇ। ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ, ਬਿਪਤਾ ਹੱਸ ਕੇ ਕੌਮ ਜੋ ਜਰ ਜਾਂਦੀ। ਓਏ ਓ ਦਿੱਲੀ ਤੇ ਆਇਓ, ਓਏ ਓ ਦਿੱਲੀ ਤੇ ਆਇਓ ਸੁਭਾਏ ਦਾ, ਇਹ ਤਾਂ ਜ਼ੁਲਮ ਕਰਨ ਤੇ ਦਿਹਾੜੀ ਹੋਈ ਏ।
ਬੋਲੋ ਜੀ ਸਾਗਰਾ। ਸਦਕੇ ਜਾਵਾਂ ਮੈਂ ਉਹਨਾਂ ਪਰਵਾਨਿਆਂ ਦੇ ਜਿਨ੍ਹਾਂ ਜਾਨ ਤਲੀ ਤੇ ਧਰੀ ਹੋਈ ਏ। ਸਦਕੇ ਜਾਵਾਂ ਮੈਂ ਉਹਨਾਂ ਪਰਵਾਨਿਆਂ ਦੇ ਜਿਨ੍ਹਾਂ ਜਾਨ ਤਲੀ ਤੇ ਧਰੀ ਹੋਈ ਏ। ਉਯੋ ਫੁੱਲ ਜਹਾਨ ਤੇ ਖਿੜੇ ਰਹਿੰਦੇ ਤੇ ਜਿਹੜੇ ਕੰਡਿਆਂ ਨਾਲ ਗੁਜ਼ਾਰਦੇ ਨੇ ਓਏ ਉਹਨਾਂ ਉਤੋਂ ਸਿਰਵਾਰ ਨੇ ਕਰੇ ਦੁਨੀਆ। ਜਿਹੜੇ ਕੋਮਲ ਜਾਨਾ ਵਾਰਦੇ ਨੇ ਓ ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਓ ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਓ ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਓ ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਓ ਪੰਥ ਦੀਆਂ ਦੋਖੀਆਂ ਨੇ ਪੰਥ ਦੀਆਂ ਦੋਖੀਆਂ ਨੇ ਹੱਦ ਕੀ ਮਕਾਈ ਆ। ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਓ ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਸਾਡੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੀ ਚੀਮਾ ਜਿੱਥੇ ਕੌਮ ਦੇ ਔਰ ਥਕ ਸੇਵਾਦਾਰ ਨੇ ਉੱਥੇ ਬਹੁਤ ਹੀ ਵੱਡੇ ਰਾਈਟਰ ਵੀ ਨੇ। ਤਕਰੀਬਨ ਜਿੰਨੀਆਂ ਵੀ ਅਸੀਂ ਰਚਨਾਵਾਂ ਆ ਕੇ ਕਹਿੰਦੇ ਆ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਇਸ ਸਟੇਜ ਤੇ ਤਕਰੀਬਨ ਉਹਨਾਂ ਦਾ ਮੈਟਰ ਲਿਖਿਆ ਹੋਇਆ ਗਾ ਰਹੇ ਆ। ਅੱਜ ਵੀ ਜਿਹੜੀ ਰਚਨਾ ਹੈ ਇਹ ਉਹਨਾਂ ਦੀ ਲਿਖੀ ਹੋਈ ਪੇਸ਼ ਕਰਨ ਜਾ ਰਹੇ ਆ। ਬਹੁਤ ਸਾਰਾ ਮਾਣ ਸਤਿਕਾਰ ਸਾਡੇ ਸਤਿਕਾਰਯੋਗ ਸਾਡੇ ਐਸਜੀਪੀਸੀ ਤੋਂ ਮੌਜੂਦਾ ਜੋ ਕਿ ਅਕਾਲੀ ਦਲ ਬਾਦਲ ਨੂੰ ਛੱਡ ਕੇ ਅੱਜ ਤਕਰੀਬਨ 3-4 ਸਾਲ ਤੋਂ ਲਗਾਤਾਰ ਸੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਿੱਚ ਦਾਖਲ ਹੋਏ ਨੇ। ਜਥੇਦਾਰ ਭਾਈ ਮੋਹਨ ਸਿੰਘ ਜੀ ਸਾਡੇ ਸਤਿਕਾਰਯੋਗ ਉਹਨਾਂ ਵੱਲੋਂ 100 ਰੁਪਇਆ ਭੇਟ ਆਈ ਹੈ। ਧੰਨਵਾਦੀ ਆ ਸਾਡੇ ਢਾਡੀ ਜਥੇ ਨੂੰ। ਸਿੱਖ ਕੌਮ ਦੇ ਸਰਮਾਰ ਜਰਨੈਲ ਜਿੱਥੇ ਵੀ ਸਿੱਖ ਕੌਮ ਦਾ ਦਰਦ ਉਹ ਭਾਵੇਂ ਕਿਤੇ ਵੀ ਹਿੰਦੁਸਤਾਨ 'ਚ ਹੋਵੇ ਤੇ ਬਾਹਰਲੇ ਮੁਲਕਾਂ ਵਿੱਚ ਤੋਂ ਜਾਂਦੇ ਹੀ ਰਹਿੰਦੇ ਨੇ। ਸਾਡੇ ਹਰਿਆਣੇ ਸ਼੍ਰੋਮਣੀ ਕਮੇਟੀ ਦੇ ਸਤਿਕਾਰਯੋਗ ਸੋ ਪ੍ਰਧਾਨ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਉਹਨਾਂ ਦਾ ਹਮੇਸ਼ਾ ਆਸ਼ੀਰਵਾਦ ਦਾਸ ਨੂੰ ਮਿਲਿਆ। ਬਰਗਾੜੀ ਮੋਰਚੇ ਤੋਂ ਉਹਨਾਂ ਨੇ ਪ੍ਰੇਰਣਾ ਕਰਕੇ ਸਾਨੂੰ ਇੱਧਰ ਨੂੰ ਤੋਰਿਆ। ਅਸੀਂ ਅਤੀ ਧੰਨਵਾਦੀ ਹਾਂ। 500 ਰੁਪਏ ਦਾ ਉਹਨਾਂ ਖੂਬਸੂਰਤ ਸਾਨੂੰ ਸ਼ੁਕਰਾਨਾ ਭੇਜਿਆ ਦੀ ਧੰਨਵਾਦੀ। ਹੋਰ ਸਾਡੇ ਜਥੇਦਾਰ ਸਾਹਿਬ ਬਹੁਤ ਸਾਰੇ ਮਾਇਆ ਭੇਜ ਰਹੇ ਹੋ। ਮੈਂ ਬੇਨਤੀ ਕਰਾਂ ਕਿ ਟਾਈਮ ਸਾਡੇ ਕੋਲ ਥੋੜਾ ਹੈ ਤੇ ਕਹਿਣਾ ਅਸੀਂ ਬਹੁਤਾ ਕੁਝ ਚਾਹੁੰਦੇ ਆ। ਸਿਰਫ 5-7 ਮਿੰਟਾਂ ਵਿੱਚ ਕੋਈ ਗੱਲ ਜਿਹੜੀ ਅੱਜ ਦੇ ਵਿਸ਼ੇ ਦੀ ਉਹ ਕਹਿਣੀ ਚਾਹੁੰਦੇ ਆ। ਸੋ ਬੜੇ ਪਿਆਰ ਨਾਲ ਸੁਣੋ ਜੀ। ਉਹ ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਉਹ ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਉਹ ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਆ। ਪੰਥ ਦੀਆਂ ਦੋਖੀਆਂ ਨੇ ਪੰਥ ਦੀਆਂ ਦੋਖੀਆਂ ਨੇ ਹੱਦ ਕੀ ਮਕਾਈ ਆ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਪਟਿਆਲੇ ਦੀ ਧਰਤੀ ਸਰਮਾਰ ਸਾਡੇ ਸਤਿਕਾਰਯੋਗ ਸਿੱਖ ਕੌਮ ਦੇ ਬਾਨੀ ਸੰਤ ਮਹਾਂਪੁਰਸ਼ ਬਾਬਾ ਪ੍ਰੀਤਮ ਸਿੰਘ ਜੀ ਧੰਨ ਧੰਨ ਸ਼ਹੀਦ ਬਾਬਾ ਅਦੀਪ ਸਿੰਘ ਸੋ ਗੁਰਦੁਆਰੇ ਦੇ ਮੁੱਖ ਸੇਵਾਦਾਰ ਉਹ ਵੀ ਵਿਸ਼ੇਸ਼ ਤੌਰ ਤੇ ਬਹੁਤ ਸਾਰਾ ਪਿਆਰ ਭੇਜਦੇ ਨੇ। ਮੈਂ ਦੀ ਧੰਨਵਾਦੀ ਆ। ਸੋ ਰਾਈਆਂ ਵਾਲੇ ਸਾਡੇ ਜਥੇਦਾਰ ਸਾਹਿਬ ਬਹੁਤ ਸਾਰਾ ਮਾਣ ਕਰਕੇ ਗਏ ਨੇ। ਸਾਡੇ ਜਥੇਦਾਰ ਨਾਜਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸੋ ਬਹੁਤ ਸਾਰਾ ਮਾਣ ਆ ਰਿਹਾ। ਸਾਡੇ ਦਰਸ਼ਨ ਸਿੰਘ ਜੀ ਰੀਠਖੇੜੀ ਸੋ ਸਾਡੇ ਇੰਟਰਨੈਸ਼ਨਲ ਢਾਡੀ ਸੰਗੀਤਕਾਰ ਮੰਚ ਦੇ ਜਨਰਲ ਸਕੱਤਰ ਉਹਨਾਂ ਵੱਲੋਂ ਬਹੁਤ ਸਾਰਾ ਮਾਣ। ਤੇ ਸਾਡੇ ਉਹ ਜਰਨੈਲ ਜਿਹੜੇ ਭਾਲਿਆਂ ਲੱਭਣੇ ਨਹੀਂ ਅੱਜ ਆਪਾਂ ਇਹਨਾਂ ਨੂੰ ਸੰਭਾਲਣ ਦੀ ਕੋਸ਼ਿਸ਼ ਹੈ। ਮੇਰੇ ਸਤਿਕਾਰਯੋਗ
ਜਸਕਰ ਸਿੰਘ ਜੀ ਕਾਨ ਸਿੰਘ ਵਾਲਾ ਸਾਡੇ ਸਿੱਖ ਕੌਮ ਦੇ ਬਾਨੀ, ਸਿੱਖ ਕੌਮ ਦੇ ਜਰਨੈਲ, ਉਹਨਾਂ ਵੱਲੋਂ ਹਮੇਸ਼ਾ ਬੇਅੰਤ ਪਿਆਰ ਆਇਆ ਸੀ। ਧੰਨਵਾਦੀ ਆ। ਸਤਿਕਾਰਯੋਗ ਜਸਵੰਤ ਸਿੰਘ ਜੀ ਚੀਮਾ ਸਾਹਿਬ, ਉਹਨਾਂ ਵੱਲੋਂ ਬੇਥਾਂ ਪਿਆਰ ਆਇਆ। ਧੰਨਵਾਦੀ, ਸ਼ੁਕਰਗੁਜ਼ਾਰ ਹੈ। 3-4 ਮਿੰਟ ਅਸੀਂ ਹੋਰ ਲੈਣੇ ਨੇ ਕਿਉਂਕਿ ਮੈਂ ਚਾਹੁੰਦਾ ਵੀ ਕਵਿਤਾ ਪੂਰੀ ਹੋ ਜੇ, ਪਰ ਫਿਰ ਵੀ ਜਿੱਥੇ ਨਾਂ ਲੈਣਾ ਬੜਾ ਜ਼ਰੂਰੀ ਬਣਦਾ, ਲੈਣਾ ਪੈਂਦਾ। ਧੰਨਵਾਦ। ਪਾਣੀ ਦੇ ਅੰਗਾਂ ਨੂੰ ਉਹ ਗਲੀਆਂ ਚ ਰੋਲਦਾ। ਅੱਜ ਉਹਨਾਂ ਦੋਖੀਆਂ ਦੀ ਗੱਲ ਕਰਨ ਜਾ ਰਹੇ ਹਾਂ ਕਿ ਜਾਗੋ, ਜਾਗਣ ਦਾ ਵੇਲਾ ਆ ਗਿਆ। ਸੋ ਅੱਜ ਜਾਗਣ ਵਾਸਤੇ ਆਪਾਂ ਹਾਜ਼ਰ ਹੋਏ। ਧਿਆਨ ਦਿਓ ਜਰਾ ਸੁਣ ਕੇ। ਉਹ ਬਾਣੀ ਦੀਆਂ ਅੰਗਾਂ ਨੂੰ ਹਾਏ ਗਲੀਆਂ ਚ ਰੋਲਦਾ। ਜਹਿਲਾਂ ਵਿੱਚ ਜਾਣਾ ਪੈਂਦਾ ਸੱਚ ਜਿਨਾ ਬੋਲਦਾ। ਉਹ ਬਾਣੀ ਦੀਆਂ ਅੰਗਾਂ ਨੂੰ ਹਾਏ ਗਲੀਆਂ ਚ ਰੋਲਦਾ। ਉਹ ਜੇਲਾਂ ਵਿੱਚ ਜਾਣਾ ਪੈਂਦਾ ਸੱਚ ਜਿਨਾ ਬੋਲਦਾ। ਉਹ ਜਗ੍ਹਾ ਜਗ੍ਹਾ ਗੁਰੂ ਨੂੰ, ਜਗ੍ਹਾ ਜਗ੍ਹਾ ਗੁਰੂ ਨੂੰ ਅੱਗਾ ਜਾਂਦੇ ਲਾਈਗਾ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਉਹ ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਗੁਰੂ ਦੇ ਸਰੂਪਾਂ ਨੂੰ ਚੋਰੀ ਪਾਪੀ ਲੈ ਗਏ। ਸਾਡੇ ਕੋਲ ਗੁਰੂ ਤੁਹਾਡਾ ਜਾਂਦੀ ਵਾਰੀ ਕਹਿ ਗਏ। ਉਹ ਗੁਰਾਂ ਦੇ ਸਰੂਪ ਚੂਰੀ ਪਾਪੀ ਚੁੱਕ ਲੈ ਗਏ। ਸਾਡੇ ਕੋਲ ਗੁਰੂ ਤੁਹਾਡਾ ਜਾਂਦੀ ਵਾਰੀ ਕਹਿ ਗਏ। ਗੁਰਾਂ ਦੇ ਸਰੂਪ ਚੋਰੀ ਪਾਪੀ ਚੁੱਕ ਲੈ ਗਏ। ਸਾਡੇ ਕੋਲ ਗੁਰੂ ਤੁਹਾਡਾ ਜਾਂਦੀ ਵਾਰੀ ਕਹਿ ਗਏ। ਆਖਿਰ ਉਹਨੂੰ ਜ਼ਾਲਮਾਂ ਦੀ, ਆਖਿਰ ਉਹਨੂੰ ਜ਼ਾਲਮਾਂ ਦੀ ਹੋਣੀ ਏ ਤਬਾਈ ਆ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਉਹ ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਚੀਮਾ ਕਹਿੰਦਾ ਬਾਬਿਆਂ ਦਾ, ਚੀਮਾ ਕਹਿੰਦਾ ਉਹ ਚੀਮਾ ਕਹਿੰਦਾ ਵੈਰੀਆਂ ਦਾ ਲੱਗਾ ਪੂਰਾ ਜ਼ੋਰ। ਉਹ ਕਿੰਨੀ ਕੋ ਬੇਅਬਦੀ ਹਾਏ ਹੋਣੀ ਚੱਲੇ ਹੋ ਰਹੇ। ਚੀਮਾ ਕਹਿੰਦਾ ਵੈਰੀਆਂ ਦਾ ਲੱਗਾ ਪੂਰਾ ਜ਼ੋਰ। ਉਹ ਕਿੰਨੀ ਕੋ ਬੇਅਦਬੀ ਹਾਏ ਹੋਣੀ ਹੱਲੇ ਹੋ ਰਹੇ। ਵੈਰੀਆਂ ਦੇ ਨਾਲ ਰਹਿ ਵੈਰੀਆਂ ਦੇ ਨਾਲ ਸਾਡੇ ਆਪਣੇ ਕੀ ਪਾਈ ਆ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਪੰਥ ਦੀਆਂ ਦੋਖੀਆਂ ਨੇ, ਪੰਥ ਦੀਆਂ ਦੋਖੀਆਂ ਨੇ ਹੱਦ ਕੀ ਮਕਾਈ ਆ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਜਾਗ ਖਾਲਸਾ ਦੀ ਰੁੱਤ ਜਾਗਣੇ ਦੀ ਆਈ ਆ। ਜਾਗ ਖਾਲਸਾ ਜੀ ਰੁੱਤ ਜਾਗਣੇ ਦੀ ਆਈ ਹੈ।
ਜਿਹੜੀਆਂ ਕੌਮਾਂ ਕੁਰਬਾਨੀਆਂ ਕਰਦੀਆਂ ਨੇ ਉਹੀ ਕਰਦੀਆਂ ਦੇਸ਼ ਤੇ ਰਾਜ ਲੋਕੋ। ਸਿਰ ਤਲੀ ਤੇ ਧੜ ਕੇ ਲੜਦੀਆਂ ਨੇ ਸਿਰ ਉਹਨਾਂ ਦੇ ਸੋਹਮਦੇ ਤਾਜ ਲੋਕੋ। ਉਹ ਜੇਕਰ ਬੈਰੀ ਨੂੰ ਅੱਗੋਂ ਲਲਕਾਰੀਏ ਨਾ ਬੈਰੀ ਆਮਦਾ ਕਦੇ ਨਹੀਂ ਬਾਜ ਲੋਕੋ। ਸ਼ਾਹ ਕੋਟੀਆ ਕੌਮਾਂ ਉਹ ਜਿੱਤਦੀਆਂ ਨੇ ਗੁਰੂ ਰੱਖਦਾ ਜਿਨ੍ਹਾਂ ਦੀ ਲਾਜ ਲੋਕੋ। ਗੁਰੂ ਰੱਖਦਾ ਜਿਨ੍ਹਾਂ ਦੀ ਲਾਜ ਲੋਕੇ। ਆਓ ਸਭ ਤੋਂ ਪਹਿਲਾਂ ਬਾਜਾਂ ਵਾਲੇ ਤਾਜਾਂ ਵਾਲੇ ਪਾਤਸ਼ਾਹ ਦਾ ਬਖਸ਼ਿਆ ਹੋਇਆ ਨਾਰਾ ਬੁਲੰਦ ਕਰੀਏ। ਗੱਜ ਵੱਜ ਕੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਬਹੁਤ ਹੀ ਸਤਿਕਾਰਯੋਗ मैं नाम लवांगा क्योंकि नाम लेने बहुत जरूरी है। सत्कारयोग साडे कौम की महान हस्ती जथेदार बलजीत सिंह जी दादूवाल साहब हरियाणा गुरुद्वारा प्रबंध कमेटी के प्रधान, उन्होंने वालों 500 रुपया। मेरे सत्कारयोग साडे कौम के नितड़क जरनैल जसवंत सिंह जी चीमा, उन्होंने वालों 1100 रुपया। और जागो मनजीत सिंह जी दिल्ली वाले, उन्होंने पार्टी वालों 500 रुपया स्पैशल तौर पर है। धन्ना सिंह जी रंगीला, उन्होंने वालों 500 रुपया। दलेर सिंह जी पंजाबी, उन्होंने वालों। और साडे सत्कारयोग जी जसकरण सिंह जी कान सिंह वाला खालसा जी, ये इंटरनेशनल ढाडी जथा है, ठीक है। ये पंथ की सेवा करता, 5 मिनट मिले तो भी प्रवान है, जे फतेह बुलाने टाइम मिले तो भी प्रवान है, क्योंकि असी सेवा भी आए हैं। तो 3 मिनट होर जथेदार जी को मंग के लवांगे, जरूरी है। मेरी स्टेज ते साडे कौम दियां महान हस्तियां बैठियां ने, मैं किहदा नाम लवां, टाइम इस वेले लंघ जाएगा। जो गुरु ग्रंथ साहिब जी महाराज 2 लाइनां उहदे बारे कहांगा, उस तो बाद 2 लाइनां दे विच बाहर के सारे धर्मां ते मज़हबां दे फुੱਲ महकण हिंद देश दा खिड़िया बाग होवे। टल्ली मंदिरां दी ढोलक गुरु घर दी सारे सूबियां दा सांझा राग होवे। बत्ती एकता दी तेल ममता दा चौहां चक्कां दा चानण चिराग होवे। भाई दुई निकल जावे इन्हां बंदियां चों, इक्को वाहिगुरू राम ते अल्लाह होवे। दोने वेले है बाबा अरदास साडी तेरे पहाड़े सरबत दा भला होवे। ये सरबत दा भला मंगण वाला पंथ है। तो आओ जथे दे सैकटरी साहब जो बराबर खड़ जाना फिर थोड़ा डर जा लगन लग पैंदा कि कोई शौट ही गल कर रहे हैं कि की गल कि ओही पा लेंदा प्रीतम अपने नूं। कौन बई ओही पा लेंदा प्रीतम अपने नूं जेदी एक दे नाल प्रीत होवे। भी भावें होए गिरजा, भावें गुरुद्वारा, भावें मंदिर ते भावें मसीत होवे, भावें बड़े भोरी, भावें हल वावे, भावें गृहस्थी ते भावें अतीत होवे। बे रब उन्हां नूं मिलदा घरे आ के जेड़े बंदियां दी साफ नीत होवे। फिर तू ही दी हर तां आवाज आवे, ना कोई रखे रौला ते ना कोई हल्ला होवे। दोने वेले बाबा अरदास साडी तेरे भाणे सरबत दा भला। तो 2 लाइनां के चंड दा रहू खालसा तेरा, गुरु घर दे दोखियां नूं चंड दा रहू खालसा तेरा। सूरा सो बजानिया जो नरा दीन के गेती, पुरजा कट मरे कबू ना छा देखेती। ओ धन बाबा जरनैल सिंह सूरिया, ओ सच कहनी है ते करनी दे पूरिया। ओ धन बाबा जरनैल सिंह सूरिया, ओ सच कहनी है ते करनी दे पूरिया। ओ तेरे कदमां ते सीस मैं तेरा, तेरे कदमां ते सीस मैं तेरा। ओ मत्था हिंद सरकार नाल लाउण वालिया, मैं तेरी केड़ी केड़ी सिफत करा। मत्था हिंद सरकार नाल लाउण वालिया, मैं तेरी केड़ी केड़ी सिफत करा। चरणों में बेनती है कि गुरु का लंगर आरंभ हो गया है, सारिਆਂ ने उठ के नहीं जाना।
ਦੋ ਦੋ ਚਾਰ ਚਾਰ ਸਿੰਘ ਜਾ ਕੇ ਉੱਥੇ ਜ਼ਿਆਦਾ ਭੀੜ ਨਹੀਂ ਕਰਨੀ, ਬਰਤਨਾਂ ਦੀ ਪ੍ਰੋਬਲਮ ਆਉਂਦੀ ਹੈ। ਦੋ ਦੋ ਚਾਰ ਚਾਰ ਸਿੰਘ ਉੱਠ ਕੇ ਪ੍ਰਸ਼ਾਦਾ ਛਕ ਕੇ ਵਾਪਸ ਫਿਰ ਪੰਡਾਲ ਵਿੱਚ ਸਜੋ। ਹਾਂਜੀ, ਉਹ ਮਾਰ ਤੋੜ ਦਿੱਤਾ ਸੀ ਤੂੰ ਹਿੰਦ ਸਰਕਾਰ ਦਾ, ਹਿੰਦ ਸਰਕਾਰ ਦਾ। ਉਹ ਵੇਦਿਆ ਬਰਾੜ ਫੜਾ ਫੋਕੀਆਂ ਸੀ ਮਾਰਦਾ, ਫੋਕੀਆਂ ਸੀ ਮਾਰਦਾ। ਉਹ ਵੈਰੀ ਚੜ ਕੇ ਸੀ ਆਏ ਜਣੇ ਲੋਹੇ ਦੇ ਚਬਾਏ, ਚੜ ਕੇ ਸੀ ਆਏ ਜਣੇ ਲੋਹੇ ਦੇ ਚਬਾਏ। ਗੁਰੂ ਖਰੋ ਕੱਢੇ ਸੀ ਪਰਾ, ਉਹ ਵੈਰੀ ਗੁਰੂ ਖਰੋ ਥੱਕੇ ਸੀ ਪਰਾ। ਉਹ ਮੱਥਾ ਹਿੰਦ ਸਰਕਾਰ ਨਾਲ ਲਾਉਣ ਵਾਲਿਆ ਮੈਂ ਤੇਰੀ ਕਿਹੜੀ ਕਿਹੜੀ ਸਿਫਤ ਕਰਾਂ। ਮੱਥਾ ਹਿੰਦ ਸਰਕਾਰ ਨਾਲ ਲਾਉਣ ਵਾਲਿਆ ਮੈਂ ਤੇਰੀ ਕਿਹੜੀ ਕਿਹੜੀ ਸਿਫਤ ਕਰਾਂ। ਬੋਲੇ ਸੋਨਗਾ ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ। ਸਾਰੀਆਂ ਹੀ ਮਹਾਨ ਸ਼ਖਸੀਅਤਾਂ ਇੱਥੇ ਪਹੁੰਚੀਆਂ। ਇਹ ਤੁਹਾਡਾ ਆਪਣਾ ਇੰਟਰਨੈਸ਼ਨਲ ਢਾਡੀ ਜਥਾ ਜਥੇਦਾਰ ਗੁਰਚਰਨ ਸਿੰਘ ਸ਼ਾਹਕੋਟੀ, ਰੋਸ਼ਨ ਸਿੰਘ ਜੀ ਸਾਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜਥੇ ਦਾ, ਜਿਨ੍ਹਾਂ ਨੇ ਚੜ੍ਹਦੀ ਕਲਾ ਦੇ ਨਾਲ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਤੇ ਕੌਮ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਜਾਗੋ ਦੇ ਰੂਪ ਵਿੱਚ, ਜਿਹਦੇ ਲਿਖਾਰੀ ਸਨ ਜਥੇਦਾਰ ਜਸਵੰਤ ਸਿੰਘ ਜੀ ਚੀਮਾ। ਆਓ ਗੁਰਮੁਖ ਪਿਆਰਿਓ, ਮੈਂ ਬੇਨਤੀ ਕਰਦਾ ਜਥੇ ਵਾਲਿਆਂ ਨੂੰ, ਜਿੰਨੇ ਵੀ ਬੁਲਾਰੇ ਹੁੰਦੇ ਆ ਵੀ ਹੁਣ ਇਹ ਕੋਈ ਤੂੜੀ ਦੀ ਪੰਡ ਤਾਂ ਹੈ ਨਹੀਂ ਵੀ ਖਿੱਚ ਕੇ ਪਾਸੇ ਕਰ ਦਈਏ। ਸਤਿਕਾਰਯੋਗ ਹਸਤੀਆਂ ਨੇ, ਹੈ ਨਾ, ਸਤਿਕਾਰਯੋਗ ਹਸਤੀਆਂ ਨੇ, ਬਈ ਆਪ ਹੀ ਖਿਆਲ ਰੱਖਿਆ ਕਰੋ। ਐ ਤਾਂ ਮੈਨੂੰ ਕਹਿ ਨਾ ਦਿਓ ਵੀ ਪੱਖ ਦੀ ਗੱਲ ਕਰਦਾ। ਹੁਣ ਮੈਂ ਬੁਲਾਉਣਾ ਸੰਤ ਮਹਾਂਪੁਰਸ਼ਾਂ ਨੂੰ, ਜਿਹਨੂੰ 2 ਮਿੰਟ ਦੇਤੇ ਤੇ 1.5 ਮਿੰਟ ਚ ਸਮਾਪਤੀ ਨਾ ਕੀਤੀ ਤੇ ਮੈਨੂੰ ਫੜ ਲਿਓ। ਇਹ ਬਚਨ ਹੁੰਦਾ ਮਹਾਂਪੁਰਸ਼ਾਂ ਦਾ। ਇਸੇ ਕਰਕੇ ਉਹ ਮਹਾਂਪੁਰਸ਼ ਹੁੰਦੇ ਨੇ। ਮਹਾ ਕਹੀਏ ਮਹਾਨ, ਪੁਰਸ਼ ਕਹੀਏ ਆਦਮੀ। ਤੇ ਆਪਾਂ ਨੂੰ ਜਿੱਥੇ ਜੋਸ਼ ਵਿੱਚ ਆ ਉੱਥੇ ਹੋਸ਼ ਵੀ ਜ਼ਰੂਰੀ ਹੈ। ਤੇ ਆਓ ਗੁਰਮੁਖ ਪਿਆਰਿਓ, ਮੈਂ ਜਿਉ ਆਇਆ ਕਹਿੰਦਾ ਹਾਂ ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਤੋਂ, ਬਾਬਾ ਸੁਖਦੇਵ ਸਿੰਘ ਜੀ ਨਾਨਕਸਰ ਅਮਨ ਨਗਰ ਪਟਿਆਲਾ, ਬਾਬਾ ਤਲਵਿੰਦਰ ਸਿੰਘ ਜੀ ਮੋਹੀ, ਬਾਬਾ ਹਰਪ੍ਰੀਤ ਸਿੰਘ ਜੀ ਨਾਨਕਸਰ ਰਾਏਪੁਰ ਕਲਾਂ ਮੋਹਾਲੀ ਤੋਂ ਪਹੁੰਚੇ ਨੇ। ਅਤੇ ਦਲ ਪੰਥ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਲ ਸ਼੍ਰੀ ਚਮਕੌਰ ਸਾਹਿਬ ਤੋਂ ਮੁੱਖ ਸੇਵਾਦਾਰ ਸਿੰਘ ਸਾਹਿਬ ਬਾਬਾ ਕੁਲਵਿੰਦਰ ਸਿੰਘ ਜੀ ਵੱਲੋਂ ਜਨਰਲ ਸੈਕਟਰੀ ਬਾਬਾ ਬੱਬਰ ਸਿੰਘ ਜੀ ਇੱਥੇ ਪਹੁੰਚੇ ਨੇ। ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਇੰਸਪੈਕਟਰ ਸੁਖਵਿੰਦਰ ਸਿੰਘ ਜੀ ਲਹਿਲ ਖਰੜ ਤੋਂ ਪਹੁੰਚੇ ਨੇ, ਉਹਨਾਂ ਦਾ ਵੀ ਧੰਨਵਾਦ ਹੈ। ਹੁਣ ਮੈਂ ਬੁਲਾਰਿਆਂ ਨੂੰ ਬੁਲਾਉਣ ਲੱਗਾ। ਇਸ਼ਾਰਾ ਮੈਂ ਪਹਿਲਾਂ ਹੀ ਕਰ ਦਿੱਤਾ ਬੜੇ ਸੁਚੱਜੇ ਢੰਗ ਨਾਲ, ਕਿਉਂਕਿ ਸਿਆਣੇ ਬੰਦੇ ਨੂੰ ਇਸ਼ਾਰਾ ਹੀ ਬਹੁਤ ਹੁੰਦਾ ਹੈ। ਮੈਂ ਸਭ ਤੋਂ ਪਹਿਲਾਂ ਬੇਨਤੀ ਕਰਾਂਗਾ ਬਾਬਾ ਭਗਵੰਤ ਸਿੰਘ ਜੀ ਢੀਂਡਸੇ ਵਾਲੇ ਮਹਾਂਪੁਰਸ਼, ਉਹ 2 ਮਿੰਟ ਦੇ ਵਿੱਚ ਹੀ ਸਾਰੀ ਗੱਲ ਕਹਿਣ ਦੀ ਕੋਸ਼ਿਸ਼ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਪਿਛਲੇ ਸਮਿਆਂ ਦੇ ਵਿੱਚੋਂ ਸਾਰੀਆਂ ਸੰਗਤਾਂ ਜਾਣਦੀਆਂ ਨੇ ਕਿਹੜੇ ਮੁੱਦੇ ਤੇ ਆਪਾਂ ਪਹੁੰਚੇ ਅੱਜ ਇੱਥੇ। ਕਈ ਦਿਨਾਂ ਤੋਂ ਇੱਥੇ ਧਰਨਾ ਜੋ ਪ੍ਰਦਰਸ਼ਨ ਚੱਲ ਰਿਹਾ ਹੈ ਉਹ ਸਾਰੇ ਤੁਸੀਂ ਜਾਣਦੇ ਹੋ। ਬਸ ਸਾਰਿਆਂ ਦੇ ਚਰਨਾਂ 'ਚ ਇਹੀ ਬੇਨਤੀ ਕਰਾਂਗਾ, ਜਬ ਲਗ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਬ ਇਹ ਕਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨ ਕੀ ਪ੍ਰਤੀਤ। ਜਿੱਦਣ ਇਹ ਬਚਨ ਸਾਡੇ ਸਮਝ 'ਚ ਆ ਗਿਆ ਤਾਂ ਗੁਰਮੁਖ ਪਿਆਰਿਓ, ਕੁਰਬਾਨੀਆਂ ਬਹੁਤ ਨੇ ਸਿੱਖ ਇਤਿਹਾਸ ਦੇ ਵਿੱਚ, ਬੇਅੰਤ ਕੁਰਬਾਨੀਆਂ। ਰੋਜ਼ ਇੱਕ ਸ਼ਹੀਦੀ ਮਨਾਉਣ ਲੱਗ ਜਾਈਏ, ਦਿਨ ਘਟ ਜਾਣਗੇ ਪਰ ਸ਼ਹੀਦਾਂ ਦੇ ਨਾਮ ਨਹੀਂ ਮੁੱਕਣੇ। ਸੋ ਅੱਜ ਜਿਹੜੇ ਵਿਸ਼ੇ ਤੇ ਆਪਾਂ ਪਹੁੰਚੇ ਆ, ਸਾਡੇ ਬਹੁਤ ਹੀ ਸਤਿਕਾਰਯੋਗ ਨਿਧੜਕ ਪ੍ਰਚਾਰਕ ਯੋਧੇ, ਜਿਨ੍ਹਾਂ ਨੇ ਕੌਮ ਦੇ ਵਿੱਚ ਕੋਈ ਵੀ ਮਸਲਾ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਪ੍ਰਤੀ ਟਕਵੰਜੀ ਲੋਕ ਜਿਹੜੇ ਗੁਰੂ ਦੀ ਆੜ ਦੇ ਵਿੱਚ ਆਪਣੇ ਪਖੰਡਵਾਦ ਸ਼ੁਰੂ ਕੀਤੇ ਹੋਏ ਸੀ, ਜਿਨ੍ਹਾਂ ਨੇ ਕਿਸੇ ਵੀ ਪੱਖ ਤੋਂ
ਗੁਰਮੁਖ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਸਿੱਖ ਧਰਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨਾਲ ਮੱਥਾ ਲਾਉਣ ਵਾਲੇ ਸਾਡੇ ਮਹਾਨ ਯੋਧੇ ਸੰਤ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਜਿਨ੍ਹਾਂ ਦੀ ਅਗਵਾਈ ਵਿੱਚ ਆਪਾਂ ਸਾਰੇ ਰਲ ਮਿਲ ਕੇ ਇਹ ਮੋਰਚੇ ਤੇ ਬੈਠੇ ਆ। ਗੁਰਮੁਖ ਪਿਆਰਿਓ ਬਹੁਤੀਆਂ ਵਿਚਾਰਾਂ ਨਹੀਂ, ਆਪਣੇ ਅੰਦਰ ਐਸਾ ਜਜ਼ਬਾ ਭਰੀਏ, ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਗੱਲ ਹੋਵੇ ਤਾਂ ਸਾਨੂੰ ਸਭ ਕੁਝ ਭੁੱਲ ਜਾਣਾ ਚਾਹੀਦਾ ਹੈ। ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਦੇ ਅੰਦਰ ਇਹ ਦਰਦ ਵੇਖਿਆ ਹੈ। ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਗੱਲ ਹੁੰਦੀ ਹੈ, ਕਿਤੇ ਵੀ ਗੁਰੂ ਧਾਮਾਂ ਦੇ ਗੁਰਮੁਖ ਪਿਆਰਿਓ ਅਟੈਕ ਦੀ ਗੱਲ ਹੁੰਦੀ ਹੈ, ਆਪਣੇ ਨਿੱਜੀ ਕੰਮ ਛੱਡ ਕੇ, ਆਪਣੇ ਪਰਿਵਾਰਾਂ ਦੇ ਕੰਮ ਛੱਡ ਕੇ, ਆਪਣੇ ਸਰੀਰ ਦੀ ਨਾ ਪਰਵਾਹ ਕਰਦਿਆਂ ਹੋਇਆਂ ਮੈਂ ਹਰ ਇੱਕ ਮੋਰਚੇ ਤੇ ਬੈਠੇ ਵੇਖਿਆ ਹੈ। ਜਿੱਦਣ ਇਹੋ ਜਿਹੇ ਜਜ਼ਬੇ ਸਾਡੇ ਅੰਦਰ ਆ ਜਾਣਗੇ, ਆ ਜਿਹੜੇ ਪੰਥ ਦੋਖੀ ਲੌਂਗੋਵਾਲ ਵਰਗੇ, ਇਹ ਸਭ ਇਹਨਾਂ ਨੇ ਆਪਣੀਆਂ ਦੁਕਾਨਦਾਰੀਆਂ ਬਣਾਈਆਂ ਨੇ। ਜਿੱਦਾਂ ਗੁਰਮੁਖ ਪਿਆਰਿਓ ਬਾਦਲ ਗਦਾਰ ਨੇ ਕੌਮ ਨਾਲ ਗਰਦਾਰੀ ਕੀਤੀ ਹੈ, ਕਿਸਾਨ ਭਰਾ ਵੀ ਵਿੱਚ ਬੈਠੇ ਨੇ। ਉਸ ਵੇਲੇ ਵੀ ਸੈਂਟਰ ਨਾਲ ਸੀ, ਇੱਧਰ ਆ ਕੇ ਹੋਰ ਕੁਝ ਬਣੀਗੇ ਤੇ ਅੱਗੇ ਨੂੰਹਾਂ ਜਿਹੜੀ ਅੱਗੇ ਉਹ ਵੀ ਇਹੀ ਚੱਲ ਹੈ। ਅਸਤੀਫੇ ਉੱਥੇ ਸਾਨੂੰ ਦਿਖਾਉਣ ਵਾਸਤੇ ਤੇ ਜੱਫੀਆਂ ਫੇਰ ਉੱਥੇ ਪੈਂਦੀਆਂ ਨੇ ਰਲ ਮਿਲ ਕੇ ਸਭ ਨੂੰ। ਸੋ ਇਸ ਕਰਕੇ ਸਾਨੂੰ ਅੱਜ ਜਾਗਣ ਦੀ ਲੋੜ ਹੈ। ਜਿਨ੍ਹਾਂ ਨੇ ਕੌਮ ਦਾ ਘਾਣ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਘਰ ਦੀਆਂ ਗੋਲਕਾਂ ਖਾਈਆਂ ਨੇ, ਆਪਣੇ ਪਰਿਵਾਰ ਵਿੱਚ ਵਰਤੀਆਂ ਨੇ, ਆਪਣੇ ਸ਼ਰੀਕਾਂ 'ਚ ਵਰਤੀਆਂ ਨੇ, ਆਪਣੇ ਨਿੱਜੀ ਕੰਮਾਂ ਵਾਸਤੇ ਗੁਰੂ ਦੀ ਗੋਲਕ ਵਰਤੀ ਹੈ, ਤਾਂ ਗੁਰਮੁਖ ਪਿਆਰਿਓ ਅੱਜ ਉਹਨਾਂ ਤੋਂ ਇਨਸਾਫ ਲੈਣ ਦੀ ਲੋੜ ਹੈ। ਸ਼ੁਰੂ ਤੋਂ ਜਥੇਦਾਰ ਸਾਹਿਬ ਜੀ ਨੇ ਇਹੀ ਐਲਾਨ ਕੀਤਾ ਹੈ, ਗੁਰੂ ਘਰ ਦੀ ਗੋਲਕ ਹੈ ਜਿਹੜੀ ਗੁਰਮੁਖ ਪਿਆਰਿਓ ਸਹੀ ਵਰਤੋਂ ਹੋਣੀ ਚਾਹੀਦੀ ਹੈ। ਆਪਾਂ ਵੇਖ ਰਹੇ ਹਾਂ ਬਾਦਲਾਂ ਦੇ ਸਮੇਂ ਦੇ ਵਿੱਚ ਜਿੰਨੇ ਵੀ ਐਮਐਲਏ ਹੁੰਦੇ ਸੀ, ਇਹਨਾਂ ਦੇ ਘਰਾਂ 'ਚ ਰਾਸ਼ਨ, ਜਿੱਥੇ ਵੀ ਗੁਰੂ ਧਾਮ ਸੀ, ਗੁਰੂ ਸਾਹਿਬ ਜੀ ਨੇ ਜਿੱਥੇ ਵੀ ਚਰਨ ਪਾਏ ਸੀ, ਇਹਨਾਂ ਦਾ ਸਾਰਾ ਰਾਸ਼ਨ ਗੁਰੂ ਘਰ ਦੇ ਵਿੱਚੋਂ ਐਮਐਲਏ ਦੇ ਘਰ ਜਾਂਦਾ ਰਿਹਾ ਹੈ। ਮੈਂ ਪਿਛਲੇ ਦਿਨਾਂ ਦੇ ਵਿੱਚ ਸਾਡੇ ਇਲਾਕੇ ਦੇ ਐਮਐਲਏ ਸੀ ਬਾਦਲ ਦੇ ਸਮੇਂ 'ਚ, ਮਖਮੇਲਪੁਰ ਦੇ ਘਰ ਵਾਲੀ, ਪਹਿਲਾਂ ਉਹਦੇ ਘਰ ਵਾਲਾ ਰਿਹਾ। ਮੈਂ ਡਟ ਕੇ ਖਾਲਸਾ ਨਿਊਜ਼ ਦੇ ਉੱਪਰ ਇਹ ਗੱਲ ਬੋਲੀ ਸੀ ਵੀ ਜਿੰਨਾ ਵੀ ਇਹਨਾਂ ਦੇ ਘਰ ਰਾਸ਼ਨ ਜਾਂਦਾ, ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਤੋਂ ਜਾਂਦਾ ਹੈ। ਮੇਰਾ ਬੜਾ ਵਿਰੋਧ ਹੋਇਆ ਹੈ, ਬੜੇ ਸਾਨੂੰ ਡਰਾਵੇ ਵੀ ਆਏ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ, ਇਹ ਗੱਲ ਨੂੰ ਦਬਾਇਆ ਜਾਣਾ ਚਾਹੀਦਾ ਹੈ। ਅੱਜ ਵੀ ਉਹਨਾਂ ਦੇ ਘਰਾਂ ਦੇ ਵਿੱਚ ਸ਼ਰਾਬਾਂ ਚੱਲਦੀਆਂ ਨੇ, ਮੀਟ ਚੱਲਦਾ ਹੈ ਤੇ ਉੱਪਰ ਕੋਠੇ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ। ਸਭ ਤੋਂ ਵੱਡੀ ਬੇਅਦਬੀ ਜਿੰਨੀ ਬਾਦਲਾਂ ਦੇ ਰਾਜ ਵਿੱਚ ਹੋਈ ਹੈ, ਹੁਣ ਵੀ ਇਹਨਾਂ ਦੇ ਲਿਫਾਫਿਆਂ ਚੋਂ ਨਿਕਲੇ ਹੋਏ ਜਥੇਦਾਰ, ਇਹਨਾਂ ਦੇ ਲਿਫਾਫਿਆਂ ਦੇ ਵਿੱਚੋਂ ਨਿਕਲੇ ਹੋਏ ਪ੍ਰਧਾਨ ਉਹੀ ਬੇਅਦਬੀਆਂ ਦੇ ਉੱਤੇ ਖੜੇ ਨੇ। ਸਾਨੂੰ ਅੱਜ ਇਕੱਠੇ ਹੋ ਕੇ ਗੁਰਮੁਖ ਪਿਆਰ ਇਨਸਾਫ ਲੈਣ ਦੀ ਲੋੜ ਹੈ। ਹੋਈਆਂ तमाम ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਬਾਬਾ ਭਗਵੰਤ ਸਿੰਘ ਜੀ ਢੀਂਡਸੇ ਵਾਲੇ, ਜਿੱਥੇ ਇਲਾਕੇ ਦੀਆਂ ਸੰਗਤਾਂ ਜਥੇਬੰਦੀਆਂ ਪਹੁੰਚੀਆਂ ਨੇ, ਉੱਥੇ ਸਾਡੇ ਕੋਲ ਲੁਧਿਆਣੇ ਤੋਂ ਲੋਕ ਗਾਇਕ ਧੰਨਾ ਸਿੰਘ ਜੀ ਰੰਗੀਲਾ ਅਤੇ ਲੋਕ ਗਾਇਕ ਦਲੇਰ ਪੰਜਾਬੀ ਇਹ ਵੀ ਪਹੁੰਚੇ ਨੇ। ਇੱਥੇ ਪਹੁੰਚਣ ਤੇ ਗੁਰਮੁਖ ਪਿਆਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਹੁਣ ਮੈਂ ਬੇਨਤੀ ਕਰੂੰਗਾ ਜਿਹੜੇ ਸਾਡੇ ਕੋਲੋਂ ਦਿੱਲੀ ਤੋਂ ਆਏ ਨੇ ਉਹਨਾਂ ਜਲਦੀ ਜਾਣਾ ਹੈ। ਚਮਨ ਸਿੰਘ ਜੀ ਜਾਗੋ ਪਾਰਟੀ ਪ੍ਰਧਾਨ ਦਿੱਲੀ, ਉਹਨਾਂ ਨੂੰ ਬੇਨਤੀ ਹੈ ਆ ਕੇ 2 ਮਿੰਟ ਵਾਸਤੇ, ਸਮੇਂ ਦਾ ਬਹੁਤ ਖਿਆਲ ਰੱਖਣ, 2 ਮਿੰਟ ਵਾਸਤੇ। ਸਿੰਘ ਸਾਹਿਬ ਜੀ ਕਹਿੰਦੇ 5 ਮਿੰਟ, ਮੈਂ 5 ਤਾਂ ਉਹਨਾਂ ਨੇ ਆਪ ਹੀ ਕਰ ਲੈਣੇ ਆ, ਜੇ ਆਪਾਂ ਹੀ 5 ਕਹਦੇ ਫਿਰ 10 ਹੋ ਜਾਣਗੇ ਤੇ ਠੀਕ ਹੈ ਜੀ ਸਿਰ ਮੱਥੇ। ਸੋ ਚਮਨ ਸਿੰਘ ਜੀ ਦਿੱਲੀ ਇਹ ਆਪ ਜੀ ਦੇ ਦਰਸ਼ਨ ਕਰਨਗੇ। ਉਹਨਾਂ ਤੋਂ ਬਾਅਦ ਬਾਬਾ ਲਖਵੀਰ ਸਿੰਘ ਜੀ ਸੰਤਰੇਣ ਲਲੋਡਾ ਵਾਲੇ ਉਹ ਤਿਆਰ ਰਹਿਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग गुरु रूप खालसा जी, गज के फतेह बुलाओ। वाहेगुरु जी का खालसा, वाहेगुरु जी की फतेह। 2 मिनट स्टेज सैकटरी साहब ने दिते सी और 5 जैदार साहब ने करते। मेरी स्पीड बड़ी तेज होनी है, समझना तुसी है, स्पीड साडी बड़ी तेज होनी है। पवैन को दसांगा जिहड़े असीं फैसले कीते आ। जैदार मनजीत सिंह जीके ने सब तो पहला फैसला किया जो अकाल तख्त साहब से मीटिंग हुई है, सारिया जथेबंदियां नाल मिल के असी इस संघर्ष हिस्सा पाना।
ਉਸ ਤੋਂ ਬਾਅਦ ਦਿੱਲੀ ਦੇ ਸਾਰੇ ਜਾਗੋ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਬੁਲਾ ਕੇ ਜਥੇਦਾਰ ਸਾਹਿਬ ਫੈਸਲਾ ਕਰ ਲਿਆ ਕਿ ਜਿਹੜਾ ਮੋਰਚਾ ਪੰਥ ਲਾਏਗਾ ਉਸ ਵਿੱਚ ਜਗ ਆਸਰਾ ਗੁਰੂ ਔਰ ਜਾਗੋ ਦਿੱਲੀ ਤੋਂ ਵੱਡਾ ਮੋਰਚਾ ਲਾਏਗੀ ਔਰ ਸਾਰੇ ਸਿੰਘ ਉਸ ਮੋਰਚੇ ਵਿੱਚ ਸ਼ਾਮਲ ਹੋਣਗੇ। ਇਹ ਜਗ ਆਸਰਾ ਗੁਰੂ ਓਟ ਵੱਲੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਮਤਾ ਪਾਸ ਕੀਤਾ ਗਿਆ। ਇਸ ਕਰਕੇ 328 ਸਰੂਪ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਗਾਇਬ ਹੋ ਜਾਣਾ ਅਸੀਂ ਸਮਝਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉਪਦੇਸ਼ ਹਨ ਖਾਲਸਾ ਪੰਥ ਨੂੰ ਅਗਾਂਹ ਕੂ ਤਰੰਗ ਪਿਛਾ ਮੋੜਨਾ ਮੋਢਰਾ ਬੋਲ ਸਤ ਧਰਮੜਿਆ ਮੌਨ ਕਾ ਧਾਰੀ ਰਾਮ। ਮੌਨ ਧਰਮ ਦੀ ਲੋੜ ਨਹੀਂ ਹੈ। ਜੇ ਕਿਤੇ ਗਲਤ ਹੋ ਰਿਹਾ ਕੌਮ ਦੇ ਖਿਲਾਫ ਹੋ ਰਿਹਾ ਪੰਥ ਦੇ ਖਿਲਾਫ ਹੋ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੇ ਹਰ ਸਿੱਖ ਦਾ ਹਰ ਕੌਮ ਦੇ ਹਰ ਗੁਰੂ ਨਾਨਕ ਨਾਮ ਲੈਣ ਦਾ ਫਰਜ਼ ਬਣਦਾ ਹੈ ਉਹ ਆਪਣੀ ਕੌਮ ਦੀ ਗੱਲ ਕਰੇ ਇਨਸਾਫ ਦੀ ਗੱਲ ਕਰੇ। ਅੱਜ ਮੋਰਚਾ ਲੱਗਾ ਇਹ ਮੋਰਚਾ ਤਾਂ ਸਫਲ ਹੋਣਾ ਇਸ ਮੋਰਚੇ ਵਿੱਚ ਹਰ ਸਿੱਖ ਦਾ ਹਿੱਸਾ ਪਾਉਣਾ ਚਾਹੀਦਾ। ਹੁਣੇ ਹੀ ਪਹਿਲੇ ਢਾਡੀ ਸਾਹਿਬ ਬੋਲ ਕੇ ਗਏ ਆ ਬਾਬਾ ਦੀਪ ਸਿੰਘ ਹੁਣਾਂ ਦੀ ਗੱਲ ਕੀਤੀ ਹੈ ਦਰਬਾਰ ਸਾਹਿਬ ਦੀ ਗੱਲ ਕੀਤੀ ਹੈ। ਅਸੀਂ ਇੱਕ ਗੱਲ ਕਹਿਣਾ ਚਾਹਾਂਗੇ ਬਾਬਾ ਦੀਪ ਸਿੰਘ ਹੁਣਾਂ ਨੇ ਲਲਕਾਰ ਕੇ ਕਿਹਾ ਸੀ ਕਿ ਮੈਂ ਸਿੰਘ ਸੂਰਾ ਕਰਾਂਗਾ ਵਚਨ ਪੂਰਾ ਗੁਰੂ ਘਰ ਦੀ ਸ਼ਾਨ ਚਮਕਾਵਾਂ ਮੈਂ ਅੰਮ੍ਰਿਤ ਛਕਿਆ ਖੰਡੇ ਦੀ ਧਾਰ ਵਾਲਾ ਖੰਡਾ ਰਣ ਦੇ ਵਿੱਚ ਖੜਕਾਵਾਂ ਮੈਂ ਭਾਜਣਾ ਪਾ ਦੇ ਸਿੱਖੀ ਦੇ ਬਹਿਰੀਆਂ ਨੂੰ ਸਿੱਖੀ ਸਿਦਕ ਨੂੰ ਦਾਗ ਨਾ ਲਾਵਾਂ ਮੈਂ ਗੁਰੂ ਘਰ ਪ੍ਰਸ਼ਾਦ ਚੜਾ ਲੋਕੀ ਗੁਰੂ ਚਰਨੀ ਸੀ ਚੜਾਵਾਂ ਮੈਂ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੰਮ੍ਰਿਤ ਛਕੇ ਪਾਲ ਛਕੇ ਹੋਏ ਖੰਡੇ ਬਾਟੇ ਦੀ ਹਰ ਉਹ ਸਿੱਖ ਗੁਰੂ ਕਾ ਸੀਸ ਦੇਣ ਵਾਸਤੇ ਤਿਆਰ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਮੈਂ ਸਮਝਦਾ ਕਿ ਕੋਈ ਐਸਾ ਸਿੱਖ ਹੈ ਹੀ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਜਾਵੇ ਔਰ ਬੇਅਦਬੀ ਗੁਰੂ ਗ੍ਰੰਥ ਸਾਹਿਬ ਦੀ ਹੋਵੇ ਔਰ 328 ਸਰੂਪ ਗਾਇਬ ਹੋਣ ਔਰ ਕੋਈ ਸੀ ਨਾ ਕਰੇ। ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਨਹੀਂ ਹੋ ਸਕਦੀ। ਇਸ ਕਰਕੇ ਸਮਾਂ ਬਹੁਤ ਘੱਟ ਦਿੱਤਾ ਗਿਆ। ਕਈ ਵਾਰ ਸਮਾਂ ਘੱਟ ਹੋਣ ਕਰਕੇ ਗੱਲਾਂ ਨਹੀਂ ਕਹੀਆਂ ਜਾਂਦੀਆਂ ਪਰ ਮੈਂ ਸਾਰੇ ਪੰਥ ਨੂੰ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਅਸੀਂ ਹਰ ਸੰਘਰਸ਼ 'ਚ ਖੜੇ ਆ ਔਰ ਤਨ ਮਨ ਧਨ ਨਾਲ ਖੜੇ ਆ। ਇਹ ਖਾਲੀ ਬਿਆਨ ਨਹੀਂ ਹੈ ਅਸੀਂ ਕਰਕੇ ਦਿਖਾਇਆ ਹੋਇਆ। ਇਹ ਬੈਠੇ ਹਨ ਜਸਕਰਨ ਸਿੰਘ ਕਾਨ ਸਿੰਘ ਵਾਲਾ ਤਿਹਾੜ ਜੇਲ੍ਹ ਦੇ ਸਾਹਮਣੇ ਜਥੇਦਾਰ ਜਗਤਾਰ ਸਿੰਘ ਹਵਾਰਾ ਵਾਸਤੇ ਅਸੀਂ ਅਰਦਾਸ ਕੀਤੀ ਹੈ ਔਰ 188 ਦਾ ਮੁਕੱਦਮਾ ਸਭ ਤੋਂ ਪਹਿਲੇ 4 ਸਿੰਘਾਂ ਦਾ ਮੇਰੇ ਤੇ ਪਿਆ ਔਰ ਜੇ ਕਿਤੇ ਕੌਮ ਨੇ ਦਿੱਲੀ 'ਚ ਮੋਰਚਾ ਲਾਣਾ ਹੋਵੇ ਤਾਂ ਜਥੇਦਾਰ ਮਨਜੀਤ ਸਿੰਘ ਜੀ ਕੇ ਮੁੱਖ ਸੇਵਾਦਾਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਕੋਈ ਜਥੇਬੰਦੀ ਚਾਹੇ ਸ਼੍ਰੋਮਣੀ ਅਕਾਲੀ ਦਲ ਮਾਨ ਸੀ ਚਾਹੇ ਦਲ ਖਾਲਸਾ ਜੀ ਚਾਹੇ ਹੋਰ ਜਥੇਬੰਦੀਆਂ ਸੀ ਉਹਨਾਂ ਸਾਰਿਆਂ ਦਾ ਉੱਥੇ ਤਹਿ ਦਿਲੋਂ ਸਵਾਗਤ ਕੀਤਾ ਗਿਆ ਔਰ ਜੋ ਸੇਵਾ ਸਾਡੇ ਜ਼ਿੰਮੇ ਲਾਈ ਅਸੀਂ ਉੱਥੇ ਸੇਵਾ ਕੀਤੀ। ਸੈਕਟਰੀ ਸਾਹਿਬ ਦਾ ਹੁਕਮ ਹੋ ਗਿਆ ਇੱਕੋ ਇੱਕ ਅਸੀਂ ਵਿਸ਼ਵਾਸ ਦਿਲਾਉਣਾ ਚਾਹੁੰਦੇ ਹਾਂ ਕਿ ਡਟ ਕੇ ਮੁਕਾਬਲਾ ਕਰਨਾ ਪਏਗਾ। ਖਾਲੀ 328 ਸਰੂਪ ਤਾਂ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਔਰ ਹੋਰ ਕਿੰਨੇ ਆ ਇਹ ਵੀ ਲੱਭਣੇ ਪੈਣਗੇ। ਇਹ ਦੁਸ਼ਟ ਜਿੱਥੇ ਅਸੀਂ ਬੈਠੇ ਆ ਪਿੰਡ ਕਿਹਦਾ ਲੌਂਗੋਵਾਲ ਗੋਬਿੰਦ ਸਿੰਘ ਲੌਂਗੋਵਾਲ ਦਾ ਗੋਬਿੰਦ ਸਿੰਘ ਲੌਂਗੋਵਾਲ ਦਾ ਪਿੰਡ ਹੈ ਔਰ ਇੱਥੇ ਆਣ ਕੇ ਮੋਰਚਾ ਲਾਇਆ। ਅਸੀਂ ਇੱਕ ਬੇਨਤੀ ਜ਼ਰੂਰ ਕਰਨਾ ਚਾਹਾਂਗੇ ਪੂਰੀ ਸੰਗਤ ਨੂੰ ਕਿ ਇਹਨਾਂ ਨੂੰ ਵੀ ਅਸੀਂ ਕਹਿਣਾ ਚਾਹਾਂਗੇ ਔਰ ਚੇਤਾਵਨੀ ਵੀ ਦਿੰਦੇ ਆ ਕਿ ਜਿੰਨੀ ਜਲਦੀ ਹੋ ਸਕੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਪਤਾ ਲਗਾਇਆ ਜਾ ਸਕੇ ਤਾਂ ਕਿ ਇਸ ਕੌਮ ਨੂੰ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਪਤਾ ਲੱਗੇ। ਇਸ ਕਰਕੇ ਸਾਡੀ ਇਹੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਇੱਕ ਸਕਿੰਟ ਸਾਡੇ ਵਿੱਚ ਅਮਰ ਸ਼ਹੀਦ ਸਰਦਾਰ ਕੇਰ ਸਿੰਘ ਜੀ ਦਾ ਸੁਪੁੱਤਰ ਸਰਦਾਰ ਸੁਖਵੰਤ ਸਿੰਘ ਜੀ ਉਹ ਵੀ ਦਿੱਲੀ ਤੋਂ ਚੱਲ ਕੇ ਆਏ ਹਨ। ਸਾਡੀ ਜਗਪਾਲ ਦਾ ਗੁਰੂ ਜਗ ਆਸਰਾ ਗੁਰੂ ਓਟ ਦੇ ਉਹ
ਮੀਤ ਪ੍ਰਧਾਨ ਹਨ ਸਰਦਾਰ ਸਤਨਾਮ ਸਿੰਘ ਜੀ, ਕਬਲਜੀਤ ਸਿੰਘ ਜੀ ਔਰ ਸੁਖਦੇਵ ਸਿੰਘ ਜੀ, ਇਹ ਸਾਰੇ ਹੀ ਇਸ ਮੋਰਚੇ 'ਚ ਆਏ ਹਨ। ਇੰਨੀਆਂ ਹੀ ਬੇਨਤੀਆਂ ਪ੍ਰਵਾਨ ਕਰਨਾ, ਗੱਜ ਕੇ ਫਤਿਹ ਬੁਲਾਓ। ਉਹ ਸੈਕਟਰੀ ਸਾਹਿਬ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 5 ਮਿੰਟ ਕੱਢਤੇ, ਨਹੀਂ ਤਾਂ ਢਾਡੀ ਜਥੇ ਨੇ ਤਾਂ ਸ਼ਾਇਦ ਮੈਂ ਹੁਣੇ ਇਹਨਾਂ ਕੋਲ ਕਾਰਡ ਮੰਗਿਆ 1 ਸਕਿੰਟ ਜੀ, ਮੈਂ ਕਾਰਡ ਮੰਗਿਆ, ਮੈਨੂੰ ਬੜਾ ਚੰਗਾ ਲੱਗਾ, ਬੜੇ ਜਛੀਲੇ ਢਾਡੀ ਜਥਾ ਹੈ, ਪਰ ਮੈਂ ਇਹਨਾਂ ਨੂੰ ਬੁਲਾਉਂਗਾ ਦਿੱਲੀ ਜ਼ਰੂਰ ਵੱਡੇ ਸਮਾਗਮ ਵਿੱਚ। ਪਰ ਇੱਕ ਬੇਨਤੀ ਜ਼ਰੂਰ ਕਰਾਂਗਾ ਕਿ ਇਹ ਬਾਕੀ ਕਿਤੇ ਕੀਰਤਨਾਂ ਟਾਈਮ ਨਾ ਖਾ ਜਾਣ, ਇਹ ਜ਼ਰੂਰ ਬੇਨਤੀ ਕਰਾਂਗਾ ਹੱਥ ਜੋੜ ਕੇ, ਤੇ ਇਸ ਕਰਕੇ ਬੁਲਾਵਾਂਗੇ ਜ਼ਰੂਰ। ਇਹ ਪੰਥ ਅੱਗੇ ਸਾਡੀ ਜਿਹੜਾ ਅਸੀਂ ਇਹਦਾ ਇਤਨੀਆਂ ਬੇਨਤੀਆਂ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਸਰਦਾਰ ਚਮਨ ਸਿੰਘ ਜੀ, ਪ੍ਰਧਾਨ ਦਿੱਲੀ। ਹੁਣ ਬਾਬਾ ਲਖਵੀਰ ਸਿੰਘ ਜੀ, ਸੰਤ ਰੇਣ ਜੀ ਤਿਆਰ ਰਹਿਣ। ਮੈਂ ਜੀਓ ਆਇਆ ਕਹਿੰਦਾ ਹਾਂ। ਬਾਬਾ ਬਲਵੀਰ ਸਿੰਘ ਜੀ ਲੁਧਿਆਣਾ, ਇਹਨਾਂ ਦਾ ਕਵੀਸ਼ਰੀ ਜਥਾ ਹੈ, ਇਹ ਵੀ ਆਪਣੀ ਹਾਜ਼ਰੀ ਲਵਾਉਣ ਵਾਸਤੇ ਮੋਰਚੇ ਵਿੱਚ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ ਹੈ। ਹੋਰ ਜਿੰਨੀਆਂ ਵੀ ਸੰਗਤਾਂ ਪਹੁੰਚ ਰਹੀਆਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਾਂ SGPC ਦੇ ਪ੍ਰਧਾਨ ਦੇ ਪਿੰਡ ਉਹਦਾ ਅਸਤੀਫਾ ਲੈਣ ਲਈ ਇੱਥੇ ਪਹੁੰਚੇ ਆ। ਜਿੰਨੀਆਂ ਵੀ ਸੰਗਤਾਂ ਬਾਹਰ ਬਿਨਾਂ ਲੰਗਰ ਛਕਣ ਤੋਂ ਖੜੀਆਂ, ਉਹਨਾਂ ਨੂੰ ਬੇਨਤੀ ਹੈ ਪੰਡਾਲ ਵਿੱਚ ਆ ਕੇ ਸਜੋ। ਬੁਲਾਰਿਆਂ ਦੇ ਵਿਚਾਰ ਬਹੁਤ ਕੀਮਤੀ ਹੈ। ਆਓ ਵਿਚਾਰ ਸੁਣੀਏ ਬਾਬਾ ਲਖਵੀਰ ਸਿੰਘ ਜੀ, ਸੰਤ ਰੇਣ। ਸਮੇਂ ਦਾ ਤਾਂ ਬਾਬਿਆਂ ਨੂੰ ਪਤਾ ਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਆਪਾਂ ਉਰੇ ਪਹੁੰਚੇ ਹਾਂ, ਸਾਰਿਆਂ ਨੂੰ ਤਕਰੀਬਨ ਪਤਾ ਹੀ ਹੈ ਜੋ ਸ਼੍ਰੋਮਣੀ ਕਮੇਟੀ ਦੇ ਵਿੱਚ ਵੱਡੇ ਵੱਡੇ ਘਾਪਲੇ ਕੀਤੇ ਗਏ ਨੇ। ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਸਰੂਪ ਗਾਇਬ ਕੀਤੇ ਗਏ ਨੇ। ਕਿੱਡੇ ਕਿੱਡੇ ਹੋਰ ਤਾਂ ਬੜੇ ਘੁਟਾਲੇ ਸੁਣੇ ਨੇ, ਪਰ ਗੁਰੂ ਮਹਾਰਾਜ ਜੀ ਵੀ ਇਹਨਾਂ ਨੇ ਲੋਕਾਂ ਨੇ ਬਖਸ਼ਿਆ ਨਹੀਂ ਹੈ। ਸੋ ਮੈਂ ਬੇਨਤੀ ਕਰਦਾ, ਜਿਤਨੇ ਵੀ ਗੁਰਸਿੱਖ ਗੁਰੂ ਘਰਾਂ ਦੇ ਵਿੱਚ ਡਿਊਟੀਆਂ ਕਰਦੇ ਨੇ, ਉਹਨਾਂ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪ ਹੀ ਆਪਾਂ ਨੇ ਗੁਰੂ ਮਹਾਰਾਜ ਦਾ ਖਿਆਲ ਰੱਖਣਾ। ਕਿਉਂਕਿ ਜੋ ਕਮੇਟੀਆਂ ਵਾਲੇ ਵੀ ਨਗਰਾਂ ਦੇ ਵਿੱਚ ਬਣੇ ਹੋਏ ਨੇ, ਕੋਈ ਇੰਨੇ ਵਧੀਆ ਨਹੀਂ ਹਨ, ਬਹੁਤੇ ਵਧੀਆ। ਜਿਹੜੇ ਵਧੀਆ ਸਿੰਘ ਹੁੰਦੇ ਨੇ ਉਹਨਾਂ ਨੂੰ ਰੱਖਿਆ ਨਹੀਂ ਜਾਂਦਾ। ਵਧੀਆ ਗੁਰਬਾਣੀ ਦੀ, ਗੁਰੂ ਦੀ ਗੱਲ ਕਰਦੇ ਨੇ, ਉਹਨਾਂ ਨੂੰ ਕੱਢਿਆ ਜਾਂਦਾ ਗੁਰੂ ਘਰਾਂ ਦੇ ਵਿੱਚੋਂ। ਇਸ ਕਰਕੇ ਸਾਰੇ ਸਿੰਘਾਂ ਨੂੰ ਬੇਨਤੀ ਵੀ ਆਪਣਾ ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ ਆਪਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੂਰਨ ਤੌਰ ਤੇ ਸੇਵਾ ਕਰਨੀ ਆ। ਮਹਾਰਾਜ ਜੀ ਕਹਿੰਦੇ ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ। ਉਹ ਵਾਹਿਗੁਰੂ ਪਰਮੇਸ਼ਰ ਕੋਈ ਵੀ ਕਿਸੇ ਤਰ੍ਹਾਂ ਦੀ ਘਾਟ ਨਹੀਂ ਰੱਖਦਾ। ਜਦੋਂ ਉਹਨਾਂ ਦੇ ਪਿਆਰ ਨਾਲ ਸੇਵਾ ਕਰਦੇ ਆ, ਸਿਮਰਨ ਕਰਦੇ ਆ। ਅੱਜ ਕੱਲ ਭਾਵੇਂ ਬੜੇ ਗੁਰਮੁਖ ਪਿਆਰੇ ਗੁਰਸਿੱਖੀ ਦੇ ਵਿੱਚ ਬੜੇ ਆਖਿਆ ਜਾਂਦਾ ਹੈ ਵੀ ਸੇਵਾ ਕਰਨ ਦਾ ਕੀ ਫਾਇਦਾ ਜੀ, ਸਿਮਰਨ ਕਰਨ ਦਾ ਵੀ ਕੀ ਫਾਇਦਾ। ਸਾਡੇ ਸਿਮਰਨ ਦੇ ਉੱਤੇ ਤਰਕਾਂ ਤੇ ਅਰਦਾਸ ਦੇ ਉੱਤੇ ਤਰਕਾ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਰੀਆ ਦੱਸਿਆ ਜਾਂਦਾ ਹੈ। ਇਸ ਕਰਕੇ ਥਾਂ ਥਾਂ ਦੇ ਉੱਤੇ ਅੱਧੀਆਂ ਤਾਂ ਇਸ ਤਰ੍ਹਾਂ ਜਿਹੜੇ ਪ੍ਰਚਾਰਕ ਨੇ ਉਹ ਬੇਅਦਬੀਆਂ ਇਸ ਤਰ੍ਹਾਂ ਕਰਾਉਂਦੇ ਨੇ, ਗੁਰੂ ਤੋਂ ਸਰਦਾ ਤੋੜਦੇ ਨੇ। ਸੋ ਗੁਰਸਿੱਖ ਨੇ ਅਰਦਾਸ ਤੇ ਵੀ ਭਾਵਨਾ ਦੇ ਨਾਲ, ਸਰਦਾ ਦੇ ਨਾਲ ਅਰਦਾਸ ਕਰਨੀ ਆ, ਸਿਮਰਨ ਵੀ ਕਰਨਾ ਹੈ, ਜਪ ਤਪ ਵੀ ਕਰਨਾ ਹੈ, ਤੇ ਵੱਧ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਆਪਾਂ ਨੂੰ ਸਿੰਘਾਂ ਨੂੰ ਖਿਆਲ ਰੱਖਣਾ ਪੈਣਾ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੁਪਰੀਮ ਪਾਵਰ ਨੇ। ਸੋ ਆਓ ਸਾਡੇ ਵਿੱਚ ਜਿਤਨੀਆਂ ਵੀ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ, ਸਾਰਿਆਂ ਦਾ ਧੰਨਵਾਦ। ਵਿਸ਼ੇਸ਼ ਤੌਰ ਤੇ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂ ਸਾਹਿਬਾਲ। ਸੋ ਜਿੱਥੇ ਵੀ ਸਾਨੂੰ ਯਾਦ ਕਰਦੇ ਨੇ ਉੱਥੇ ਅਸੀਂ ਹਾਜ਼ਰ ਹੁੰਨੇ ਆ। ਕੋਈ ਐਡੇ ਬਹੁਤੇ ਵੱਡੇ ਬਾਬੇ ਦਾ ਹੈ ਨਹੀਂ, ਮੰਗ ਤੰਗ ਕੇ ਕੰਮ ਚਲਾਉਣ ਵਾਲੇ ਆ। ਸੋ ਇਹਨਾਂ ਦੇ ਚਰਨਾਂ ਦੇ ਨਾਲ ਜੁੜੇ ਹੋਇਆ, ਜਿੱਥੇ ਵੀ ਹੁਕਮ ਕਰਦੇ ਨੇ ਉੱਥੇ ਅਸੀਂ ਪਹੁੰਚਦੇ ਆਂ ਤੇ ਪਹੁੰਚਦੇ ਹੀ ਰਹਾਂਗੇ। ਸੋ ਇਹਨਾਂ ਦੇ ਨਾਲ ਸਦਾ ਹੀ
ਡਟ ਕੇ ਖੜੇ ਆ ਤੇ ਖੜੇ ਹੀ ਰਹਾਂਗੇ। ਸੋ ਸਾਰੀਆਂ ਸੰਗਤਾਂ ਦਾ, ਜਿੰਨੇ ਵੀ ਮੇਰੇ ਨਾਲ ਜਥੇ ਵਾਲੇ ਸਿੰਘ ਪਹੁੰਚੇ ਨੇ, ਬਾਬਾ ਚੰਦ ਸਿੰਘ ਜੀ, ਹੋਰ ਬਾਬਾ ਸੁੰਦਰ ਸਿੰਘ ਜੀ, ਜਿਤਨੇ ਵੀ ਸਾਰੇ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਬੜੇ ਸਤਿਕਾਰਯੋਗ ਜਥੇਦਾਰ ਗੁਰਚਰਨ ਸਿੰਘ ਜੀ ਸਾਹ ਕੋਟੀ, ਫੋਨ ਦੇ ਉੱਤੇ ਤਾਂ ਅਸੀਂ ਟਿਕ ਮਿਕ ਜਿਹੀਆਂ ਗੱਲਾਂ ਬੜੀਆਂ ਕਰਦੇ ਆ, ਪਰ ਅੱਜ ਇਹਨਾਂ ਦੇ ਦਰਸ਼ਨ ਪਹਿਲੀ ਵਾਰ ਕੀਤੇ ਨੇ। ਸੋ ਸਾਡੇ ਸਾਗਰ ਸਾਹਿਬ, ਸੋ ਸਾਰਿਆਂ ਦਾ ਬਹੁਤ 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 ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਲਖਵੀਰ ਸਿੰਘ ਜੀ ਦਾ, ਜਿਨ੍ਹਾਂ ਨੇ ਥੋੜੇ ਸਮੇਂ ਵਿੱਚ ਹੀ ਬਹੁਤ ਕੁਝ ਕਹਿ ਦਿੱਤਾ ਹੈ। ਇੱਕ ਲੰਗਰ ਵਾਲੇ ਵੀਰਾਂ ਵੱਲੋਂ ਬੇਨਤੀ ਆਈ ਹੈ ਵੀ ਜਿਨ੍ਹਾਂ ਨੇ ਵੀ ਲੰਗਰ ਛਕਣਾ ਨਾ, ਉਹ ਜੋੜੇ ਬਾਹਰ ਲਾ ਕੇ, ਭਾਵੇਂ ਤੁਸੀਂ ਖੜੇ ਹੀ ਛਕਣਾ, ਪਰ ਮੈਟ ਦੇ ਉੱਤੇ ਕੋਈ ਜੋੜੇ ਲੈ ਕੇ ਨਾ ਜਾਵੇ, ਇਹ ਬੇਨਤੀ ਪ੍ਰਵਾਨ ਕਰਿਓ। ਹੁਣ ਮੈਂ ਬੇਨਤੀ ਕਰਾਂਗਾ ਬਾਬਾ ਨਾਇਬ ਸਿੰਘ ਜੀ ਬਹਾਦਰਗੜ੍ਹ, ਉਹਨਾਂ ਦਾ ਸਮਾਂ, ਉਹ ਆਪ ਜੀ ਨਾਲ ਵਿਚਾਰਾਂ ਸਾਂਝੀਆਂ ਕਰਨਗੇ। ਅਜੇ ਬੇਨਤੀ ਪ੍ਰਵਾਨ ਨਹੀਂ ਹੋਈ। ਜਿੰਨੀਆਂ ਪਿੱਛੇ ਸੰਗਤਾਂ ਖੜੀਆਂ, ਨੌਜਵਾਨ ਵੀਰ ਖਲੋਤੇ ਨੇ ਨਾ, ਉਹਨਾਂ ਨੂੰ ਮੈਂ ਬੇਨਤੀ ਫੇਰ ਕਰਦਾ ਵੀ ਇੱਕ ਵਾਰੀ ਜਿਨ੍ਹਾਂ ਪ੍ਰਸ਼ਾਦਾ ਛਕ ਲਿਆ ਭਾਈ, ਉਹ ਪੰਡਾਲ ਵਿੱਚ ਆ ਕੇ ਵਿਰਾਜਮਾਨ ਹੋਵੋ, ਤੇ ਜਿਨ੍ਹਾਂ ਛਕਣਾ ਉਹ 2-2 4-4 ਸਿੰਘ ਵਾਰੀ ਨਾਲ ਪ੍ਰਸ਼ਾਦਾ ਛਕ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਨਾਇਬ ਸਿੰਘ ਜੀ ਬਹਾਦਰਗੜ੍ਹ। इस जगह ते सारी समूह संगतां, पंथ दे नुमाइंदे, महापुरुष, जथेबंदियां ते साडे विच किसान वीर भाई सारे ही पहुंचे ने। सो सारिਆਂ ਨੂੰ दास हथ जोड़ के फतेह अर्ज करदा है। कर रही सी दुखनवान साहिब विखे अज तो 40 साल पहला उन्हां दी रचना तो मैं ये सरवण किया सी कि जेड़ा सिंह सिंह नूं फतेह नहीं बुला सकदा, वो तनखाईया है। इस करके साध संगत जी फतेह गज के वार गाई सी कि भाई हुण जागण दा समय, सौण दा समा नहीं। इस करके गुरु प्यारिओ आपां ने जागना है। इस करके गुरु प्यारिओ गल्लां करनियां बहुत सुखालियां ने, बोल कह के पुगावदा कोई कोई, पर किसे नूं आखना बड़ा सौखा, करके विखाड़दा कोई कोई। इस करके जो कहंदे सी महापुरुष उही करके विखाड़दे सी। 10वें पातशाह दा भी हुक्म है, मेरा सिंह जो कहे वो करके विखावे। जो उन्होंने कहा करके विखाया। दरबार साहिब दे विच, हरमंदर साहिब दे विच मोर्चा लाया, कह दिता सी कि मरना मंजूर है, छड्डना नहीं दोबारा तेरा। साध संगत जी दोबारा नहीं छड्डिया ते 3 पंथ दे गदार बाहां खड़ियां करके उस वेले 1984 दे विच बाहर आ गए। मैं उन्हां दे नाम नहीं लैणे, सियाणे सूझवान बैठे ने कि साध संगत जी वो 3 पंथ दे गदार बाहां खड़ियां करके आ गए सी। पर महापुरुष अपने जथे समेत, सिंघा समेत, साध संगत जी उत्थे मोर्चा ला के बैठे ते साध संगत जी पंथ दे वास्ते, उस हरमंदर साहब दे सत्कार वास्ते साध संगत जी कुर्बानियां कर गए। अज उन्हां दियां यादां साडे दिलां दे विच सदा वास्ते रहणगियां। साध संगत जी जद उन्हां दी तस्वीर मेरे सामने आउंदी है, अखां दे विच अथरू आ जांदे ने कि कोई ऐसा सूरमा, कोई ऐसा महाबली योद्धा हुण भी आवेगा। सो उन्हां दे जिहड़े संस्कार ने अज जथेदार बाबा बलजीत सिंह जी दे अंदर प्रवेश होए ने। सो इन्हां दी नुमाइंदगी साध संगत जी सारा पंथ खालसा कर रहा है। सो असीं इन्हां दे पिछे हां। जो भी ये सानू हुक्म करनगे असीं इन्हां दा हुक्म सिर मत्थे मन्नांगे। जो ये मुद्दा चलिया है साध संगत जी, ये मुद्दा साध संगत जी चलदा रहना जब तक सानू इंसाफ नहीं मिलेगा। भुल्लां चुकां दी माफ़ी, आओ गज वज के फिर फतेह बुलानी है, फतेह का जवाब फतेह दे देने की कृपालता करनी, भुल्लां चुकां दी माफ़ी। बुलाओ जी फतेह। वाहिगुरू जी का खालसा, वाहिगुरू जी की फतेह। बहुत बहुत धन्यवाद महापुरखों का, जिन्हों ने सीमित समय दे विच उस मर्दे मुजाहिद की गल की है।
ਹੁਣ ਮੈਂ ਬੇਨਤੀ ਕਰਾਂਗਾ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲੇ, ਉਹਨਾਂ ਦਾ ਸਮਾਂ, ਔਰ ਬਾਬਾ ਜੀ ਕਹਿ ਰਹੇ ਸੀ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਦਾ ਜਿਹੜਾ ਜੀਵਨ ਸੀ ਉਹਨੂੰ ਦੇਖ ਕੇ ਹੀ ਲੱਖਾਂ ਸਿੰਘ ਸਿੱਖੀ ਨਾਲ ਜੁੜ ਗਏ। ਅੱਜ ਦੇ ਸਮੇਂ ਵਿੱਚ ਸਿੰਘ ਸਾਹਿਬ ਜੀ ਨੇ ਜਿੱਥੇ ਹਰਿਆਣਾ ਦੀ ਅਗਵਾਈ ਕਰ ਰਹੇ ਨੇ, ਉੱਥੇ ਪੂਰੇ ਦੇਸ਼ ਵਿਦੇਸ਼ ਵਿੱਚ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਅੱਜ ਦੇਖੋ ਕੋਈ ਇਹ ਮਿਥਿਆ ਪ੍ਰੋਗਰਾਮ ਨਹੀਂ ਸੀ, ਅਣਮਿੱਥੇ ਪ੍ਰੋਗਰਾਮ ਦੀ ਆਵਾਜ਼ ਮਾਰੀ ਸੀ, ਤੇ ਕਿੰਨੇ ਸੰਤ ਮਹਾਂਪੁਰਖ, ਕਿੰਨੇ ਪਾਰਟੀਆਂ ਦੇ ਆਗੂ ਆਏ ਐ। ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ, ਸਾਡੀ ਕੌਮ ਵਿੱਚ ਆਗੂਆਂ ਦੀ ਕਮੀ ਨਹੀਂ, ਪਰ ਸਾਨੂੰ ਚੋਣ ਨਹੀਂ ਕਰਨੀ ਆਉਂਦੀ। ਆਓ ਸੰਤ ਬਾਬਾ ਗੁਲਾਬ ਸਿੰਘ ਜੀ ਚਮਕੌਰ ਸਾਹਿਬ ਵਾਲਿਆਂ ਦੇ ਬਚਨ ਸਰਵਣ ਕਰੋ। ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਕਾਫੀ ਲੰਮੇ ਸਮੇਂ ਤੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਿਆਰ ਵਿੱਚ ਆਪ ਸਰਬੱਤ ਸੰਗਤਾਂ, ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਉਹਨਾਂ ਦੀ ਅਗਵਾਈ ਵਿੱਚ ਕਾਫੀ ਲੰਮੇ ਸਮੇਂ ਤੋਂ ਆਪ ਜੀ ਇਸ ਸੰਘਰਸ਼ ਵਿੱਚ ਜੁੜੇ ਹੋ। ਪਹਿਲੀ ਬੇਨਤੀ, ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿੰਨੇ ਤੁਸੀਂ ਆਏ ਹੋ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਤ ਹੈ। ਅੱਜ ਜਿਹੜਾ ਇਹ ਧਰਨਾ ਇੱਥੇ ਰੱਖਿਆ ਹੈ, ਇਹ ਪ੍ਰੋਗਰਾਮ ਰੱਖਿਆ ਹੈ, ਇਹ ਲੌਂਗੋਵਾਲ ਦੇ ਅਸਤੀਫੇ ਵਾਸਤੇ ਰੱਖਿਆ। ਸੋ ਮੈਂ ਸਾਰੀ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ, ਬਾਖੂਬੀ ਤੁਸੀਂ ਇਸ ਬਾਤ ਤੋਂ ਜਾਣੂ ਹੋ। ਸਾਰ ਸੰਗਤ ਜੀ, ਜਿੰਨੇ ਮਹਾਤਮਾ, ਮਹਾਪੁਰਖ, ਜਥੇਬੰਦੀਆਂ, ਸਤਿਪੁਰਸ਼ ਇੱਥੇ ਪਹੁੰਚੇ ਨੇ, ਮੈਂ ਇੱਕ ਬੇਨਤੀ ਕਰਦਾ, ਸਾਨੂੰ ਜਥੇਦਾਰ ਸੰਸਾਰ ਵਿੱਚ, ਪੰਥ ਵਿੱਚ ਹੋਰ ਬਹੁਤ ਜ਼ਿਆਦਾ ਨੇ, ਪਰ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਇੱਕ ਐਸੀ ਅਗਵਾਈ ਕਰਦੇ ਨੇ, ਜੇ ਇਹਨਾਂ ਦੇ ਸਾਹਮਣੇ ਇੱਕ ਬੱਚਾ ਵੀ ਬੈਠਾ ਤੇ ਉਹਦੇ ਤੋਂ ਵੀ ਪੁੱਛ ਕੇ ਇਹਨਾਂ ਨੇ ਵੀ ਆਹ ਫੈਸਲਾ ਲੈਣਾ, ਲੈ ਲਈਏ। ਇਦਾਂ ਦੇ ਜਥੇਦਾਰ ਨੇ। ਪਿੱਛੇ ਕਲਿਆਣ ਇੱਕ ਕਮੇਟੀ ਬਣਾਉਣੀ ਸੀ, ਆ ਥੋੜੇ ਦਿਨ ਹੋਏ ਨੇ, ਉੱਥੇ 20 ਮਹਾਂਪੁਰਖ ਇਕੱਠੇ ਹੋਏ ਤੇ 20 ਮਹਾਂਪੁਰਖ ਸਾਰੇ ਬੁਲਾ ਕੇ ਅੰਦਰ ਦੱਸੋ ਕਿੱਦਾਂ ਕਰਨਾ ਚਾਹੀਦਾ ਹੈ। ਇੱਕ ਇੱਕ ਮਹਾਂਪੁਰਖ ਦੀ ਸਲਾਹ ਲੈ ਕੇ ਸਾਰ ਸੰਗਤ ਜੀ, ਜਥੇਦਾਰੀ ਬਹੁਤ ਜਥੇਦਾਰ ਨੇ ਆਪਣਾ ਫੈਸਲਾ ਕਰਿਆ, 5 ਸਿੰਘਾਂ ਨੇ ਗੁਰਮਤਾ ਕਰਿਆ, ਸੰਗਤ ਨੂੰ ਸੁਣਾਤਾ। ਇਹ ਕੋਈ ਫੈਸਲੇ ਨਹੀਂ ਹੁੰਦੇ। ਜਥੇਦਾਰ ਉਹ ਹੁੰਦਾ ਹੈ ਸੰਗਤ ਦੀ ਆਵਾਜ਼ ਸੁਣੇ, ਸਿੰਘਾਂ ਦੀ ਆਵਾਜ਼ ਸੁਣੇ, ਆਏ ਮਹਾਂਪੁਰਖਾਂ ਦੀ ਆਵਾਜ਼ ਸੁਣੇ ਤੇ ਫਿਰ ਸੰਗਤ ਨੂੰ ਸੁਣਾਵੇ। ਸੋ ਬਹੁਤ ਵੱਡੇ ਦੁਖਾਂਤ ਦੀ ਗੱਲ ਏ, 328 ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗਾਇਬ ਹੋ ਜਾਣੇ। ਤੇ ਜੇ ਕੋਈ ਇਨਸਾਫ ਮੰਗੇ, ਉਤੋਂ ਆ ਲਾਲ ਰੰਗ ਦੀ ਗੱਡੀ ਮੈਂ ਰਸਤੇ ਚ ਆਉਂਦਾ ਵੇਖਦਾ ਸੀ, ਪਹਿਲਾਂ ਹੀ ਖੜਾਤੀ ਵੀ ਜੇ ਕਿਤੇ ਕਿਹੜਾ ਕੰਮ ਹੋਇਆ ਫਿਰ ਪਾਣੀ ਦੀਆਂ ਵਿਛਾੜਾਂ। ਤੇ ਮੈਂ ਸਾਰੀ ਸੰਗਤ ਨੂੰ ਅਰਜ਼ ਕਰਦਾ ਵੀ ਸਾਨੂੰ ਇੱਕ ਚੰਗਾ ਆਗੂ ਲੱਭਣ ਦੀ ਲੋੜ ਏ। ਮੇਰੀ ਨਿਗਾਹ ਵਿੱਚ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਜਿਹੜੇ ਡਟ ਕੇ ਫੈਸਲੇ ਲੈਂਦੇ ਨੇ, ਡਟ ਕੇ। ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਦਾ, ਸਾਨੂੰ ਆਗੂ ਦੀ ਲੋੜ ਏ। ਜਦੋਂ ਤੁਸੀਂ ਕਿਸੇ ਦੇ ਪਿੱਛੇ ਲੱਗਣਾ ਹੈ, ਮੈਂ ਇਹ ਵੀ ਤੁਹਾਨੂੰ ਖਾਸ ਕਰਕੇ ਬੇਨਤੀ ਕਰਦਾ, ਕਿਸੇ ਦਾ ਮੈਂ ਵਿਰੋਧੀ ਨਹੀਂ, ਜਦੋਂ ਤੁਸੀਂ ਕਿਸੇ ਦੇ ਪਿੱਛੇ ਲੱਗਣਾ, ਪਹਿਲਾਂ ਉਸ ਬੰਦੇ ਦਾ ਤਜਰਬਾ ਵੇਖੋ ਵੀ ਉਹਦਾ ਤਜਰਬਾ ਕੀ ਏ। ਸਾਨੂੰ ਕਿਤੇ ਅੱਧ ਵਿਚਾਲੀ ਨਾ ਡੋਬ ਜੇ। ਬਰਗਾੜੀ ਵਾਲੇ ਮੋਰਚੇ ਕੀ ਹੋਇਆ ਤੁਹਾਨੂੰ ਪਤਾ ਹੈ ਸਾਰਿਆਂ ਨੂੰ। ਮੈਂ ਬੇਨਤੀ ਸੰਗਤ ਦੇ ਚਰਨਾਂ 'ਚ ਕਰਦਾ, ਉਹਦਾ ਸੰਘਰਸ਼ ਵੇਖੋ, ਉਹਦੀ ਜ਼ਿੰਦਗੀ ਵੇਖੋ, ਉਹਦੇ ਦਿਲ ਵਿੱਚ ਦਰਦ ਵੇਖੋ। ਨਹੀਂ ਤੇ ਗੁਰਮਖੋ, ਪੈਸਿਆਂ ਵਿੱਚ ਆ ਧਰਨੇ, ਆ ਸੰਘਰਸ਼, ਮੋਰਚੇ ਪੈਸਿਆਂ ਵਿੱਚ ਵਿਕ ਜਾਂਦੇ ਨੇ। ਸੋ ਮੈਂ ਬੇਨਤੀ ਸਾਰੀ ਸੰਗਤ ਦੇ ਚਰਨਾਂ 'ਚ ਕਰਦਾ, ਇੱਕ ਬਹੁਤ ਨੇਕ ਦਿਲ ਇਨਸਾਨ ਸਾਨੂੰ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਦੇ ਰੂਪ ਵਿੱਚ ਮਿਲੇ ਨੇ। ਮੈਂ ਬੇਨਤੀ ਕਰਦਾ, ਜਿੰਨੇ ਮਹਾਂਪੁਰਖ ਦਾਸ ਨੂੰ ਪਿਆਰ ਕਰਦੇ ਨੇ, ਇਸ ਧਰਤੀ ਤੇ ਆਏ ਨੇ, ਮੈਂ ਸਾਰਿਆਂ ਦਾ ਧੰਨਵਾਦ ਕਰਦਾ। ਡਟ ਕੇ ਸਾਥ ਦੇਣ ਦੀ ਲੋੜ ਏ। ਭਾਵੇਂ ਉਹ ਕਿਸਾਨਾਂ ਦਾ ਮੁੱਦਾ ਹੈ, ਭਾਵੇਂ ਉਹ ਗ੍ਰੰਥੀ ਸਿੰਘਾਂ ਦਾ ਮੁੱਦਾ ਹੈ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਦਬੀ ਦਾ ਮੁੱਦਾ ਹੈ, ਮੋਢੇ ਨਾਲ ਮੋਢਾ ਲਾ ਕੇ ਜੁੜਨ ਵਾਲਾ ਇਹ ਜਥੇਦਾਰ, ਇਹ ਜਰਨੈਲ ਸਤਿਗੁਰਾਂ ਨੇ ਸਾਨੂੰ ਬਖਸ਼ਿਆ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਬਾਬਾ ਜੀ ਦਾ ਆਪਾਂ ਡਟ ਕੇ ਸਾਥ ਦਈਏ। ਮੈਨੂੰ ਹੁਕਮ ਹੋਇਆ ਸੀ ਸਾਰੇ ਸਿੰਘਾਂ ਵੱਲੋਂ, ਕਿਉਂਕਿ ਬਹੁਤ ਮਹਾਂਪੁਰਖ ਪਿਆਰ ਕਰਦੇ ਨੇ, ਦਾਸ ਦੇ ਕੀਰਤਨ ਨੂੰ ਨਵਾਜਦੇ ਨੇ, ਕਹਿੰਦੇ ਇੱਕ ਕਵਿਤਾ ਮੈਂ ਪੂਰੀ ਨਹੀਂ, ਸਿਰਫ ਇੱਕੋ ਲਾਈਨ ਮੈਂ ਬੋਲਣੀ ਹੈ। ਕੱਲ ਕਿਸਾਨਾਂ ਦੇ ਹੱਕ 'ਚ ਵੀ ਮੈਂ ਕੁਝ ਬੋਲਿਆ ਸੀ ਫੇਸਬੁੱਕ ਤੇ। ਆਪ ਸਰਬੱਤ ਸੰਗਤਾਂ ਜਿਹੜੀਆਂ ਪਿਆਰ ਕਰਦੇ ਹੋ, ਪਹੁੰਚਿਆ ਹੋਏਗਾ ਆਪ ਜੀ ਤੱਕ। ਸਾਰ ਸੰਗਤ ਜੀ, ਇਹ ਆਪਣਿਆਂ ਨੇ ਗਦਾਰੀਆਂ ਕੀਤੀਆਂ, ਦਿੱਲੀ ਤੋਂ ਕੰਮ ਚੱਲਿਆ, ਅੱਜ ਪੰਜਾਬ ਪੁੱਛਦਾ ਹੈ, ਪੰਜਾਬ ਪੁੱਛਦਾ ਹੈ ਇਹ ਹੋ ਕੀ ਰਿਹਾ ਸਾਡੇ ਨਾਲ।
ਸੋ ਮੈਂ ਇੱਕੋ ਬੇਨਤੀ, ਇੱਕੋ ਮੈਨੂੰ ਹੁਕਮ ਸੀ ਸਿੰਘਾਂ ਦਾ, ਭਾਈ ਗੁਰਸੇਵਕ ਸਿੰਘ ਹੋਣੀ ਸਾਰੇ ਜਿੰਨੇ ਮੇਰੇ ਭਰਾ ਨੇ ਉਹ ਕਹਿੰਦੇ ਬੋਲ ਦਿਓ ਕੁਝ 2 ਲਾਈਨਾਂ। ਸੋ ਮੈਂ ਕੱਲ ਇਹ ਕਵਿਤਾ ਬੋਲੀ ਸੀ, 1-2 ਲਾਈਨਾਂ। ਸਾਧ ਸੰਗਤ ਜੀ, ਮਨ ਵੈਸੇ ਭਰ ਜਾਂਦਾ ਜਦੋਂ ਇਦਾਂ ਦੀ ਮੈਂ ਗੱਲ ਕਰਦਾ, ਪਰ ਫਿਰ ਵੀ ਸਤਿਗੁਰੂ ਕਿਰਪਾ ਕਰਨ, ਹੌਸਲਾ ਬਖਸ਼ਣ। ਦਿੱਲੀਏ ਮੁਨਾਰੇ ਤੇਰੇ ਖੜੇ ਨੇ ਸਹਾਰੇ ਮੇਰੇ, ਦਿੱਲੀਏ ਮੁਨਾਰੇ ਤੇਰੇ ਖੜੇ ਨੇ ਸਹਾਰੇ ਮੇਰੇ, ਲੂਣ ਜ਼ਖਮਾਂ ਤੇ ਸਾਡੇ ਨਾਲ ਤੂੰ ਡੋਲ, ਦਿੱਲੀਏ ਨਹੀਂ ਤੈਨੂੰ ਪੁੱਛਦਾ, ਲੂਣ ਸਾਡੇ ਨਾਲ ਤੂੰ ਜ਼ਖਮਾਂ ਤੇ ਡੋਲ, ਦਿੱਲੀਏ ਪੰਜਾਬ ਪੁੱਛਦਾ, ਪੁੱਛਦਾ ਪੰਜਾਬ ਕੁਛ ਬੋਲ, ਦਿੱਲੀਏ ਨਹੀਂ ਤੈਨੂੰ ਪੁੱਛਦਾ। ਸੋ ਮੇਰੀ ਬੇਨਤੀ ਹੈ ਸਾਰੇ ਮਹਾਂਪੁਰਖਾਂ ਨੂੰ ਡਟ ਕੇ ਆਪਾਂ ਬਾਬਾ ਜੀ ਦਾ ਸਾਥ ਦਈਏ। ਜਿਹੜਾ ਇਹ ਫੈਸਲਾ ਕਰਦੇ ਨੇ, ਸੰਘਰਸ਼ ਇਹਨਾਂ ਨੇ ਆਪਣੇ ਪਿੰਡੇ ਤੇ ਹੰਡਾਇਆ ਹੈ, ਅਸੀਂ ਸਾਰੇ ਮਹਾਂਪੁਰਖਾਂ ਦੇ ਨਾਲ ਆ। ਸਾਰੇ ਵਿਚਾਰਕ ਮਤ ਭੇਦ ਸਾਡੇ, ਭਾਵੇਂ ਕਿ ਜਿੰਨੇ ਮਹਾਂਪੁਰਖ ਆਏ ਨੇ, ਕੋਈ ਗੁਰਮੁਖ ਆਏ ਨੇ, ਸਿੰਘ ਆਏ ਨੇ, ਸਾਡੇ ਵਿਚਾਰਕ ਮਤ ਭੇਦ ਕਿਸੇ ਪ੍ਰਤੀ ਕੋਈ ਨਫ਼ਰਤ ਹੋ ਸਕਦੀ ਏ, ਪਰ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੱਲ ਆ ਜੇ ਉੱਥੇ ਸਾਰਾ ਹੀ ਖਾਲਸਾ ਇੱਕ ਹੋਣਾ ਚਾਹੀਦਾ ਹੈ। ਇੱਕ ਨਿਸ਼ਾਨ ਥੱਲੇ ਅਸੀਂ ਇਕੱਠੇ ਹੋਣੇ ਚਾਹੀਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਮਹਾਂਪੁਰਖਾਂ ਦਾ, ਜਿਨ੍ਹਾਂ ਨੇ ਬਾਬਾ ਗੁਲਾਬ ਸਿੰਘ ਜੀ, ਬਹੁਤ ਪਿਆਰੀ ਆਵਾਜ਼ ਹੈ, ਔਰ ਇਹਨਾਂ ਦੀਆਂ ਜਿਹੜੀਆਂ ਕਵਿਤਾਵਾਂ ਨੇ ਜਾਂ ਧਾਰਨਾਵਾਂ ਨੇ ਤੁਸੀਂ ਨੈੱਟ ਰਾਹੀਂ ਵੀ ਸੋਸ਼ਲ ਮੀਡੀਆ ਤੇ ਸੁਣਦੇ ਰਹਿੰਦੇ ਹੋ। ਹੁਣ ਮੈਂ ਬੇਨਤੀ ਕਰਾਂਗਾ ਬਾਬਾ ਗੁਰਦੇਵ ਸਿੰਘ ਜੀ ਪਟਿਆਲੇ ਵਾਲੇ, ਉਹਨਾਂ ਦਾ ਸਮਾਂ ਵੀ ਉਹਨਾਂ ਨੂੰ ਪਤਾ ਹੀ ਹੈ ਕਿੰਨਾ ਕੁ ਹੈ। ਭਾਈ ਜੁਗਰਾਜ ਸਿੰਘ ਜੀ ਸਰਦਾਰੀਆਂ ਟਰਸਟ ਪੰਜਾਬ, ਉਹ ਵੀ ਇੱਥੇ ਪਹੁੰਚੇ ਨੇ। ਮੈਂ ਇੱਥੇ ਪਹੁੰਚਣ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਬਾਬਾ ਗੁਰਦੇਵ ਸਿੰਘ ਜੀ ਤੋਂ ਬਾਅਦ ਜਥੇਦਾਰ ਕਰਨੈਲ ਸਿੰਘ ਜੀ ਨਿਮਨਾਬਾਦ, ਸੀਨੀਅਰ ਮੀਤ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਇਹ ਤਿਆਰ ਰਹਿਣ। ਆਓ ਜੀ ਬਾਬਾ ਗੁਰਦੇਵ ਸਿੰਘ ਜੀ ਪਟਿਆਲੇ ਵਾਲੇ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰਾ ਗੁਰੂ, ਸੱਚਾ ਗੁਰੂ, ਗੁਰੂਆਂ ਦੇ ਗੁਰੂ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਜੋਂ, ਅਤੇ ਹੋਰ ਵੀ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਕਿਸਾਨਾਂ ਵਾਸਤੇ, ਜੋ ਵੀ ਸਾਡੇ ਫਰਜ਼ ਬਣਦੇ ਨੇ, ਉਹਨਾਂ ਵਾਸਤੇ ਅਤੀ ਸਤਿਕਾਰਯੋਗ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ, ਅਤੇ ਹੋਰ ਵੀ ਬਹੁਤ ਗੁਰਸਿੱਖ ਹਰਮਨ ਪਿਆਰੇ, ਜੋ ਕਿ ਸਾਰੇ ਹੀ ਆਪ ਜੀ ਕੁਛ ਪੰਡਾਲ ਵਿੱਚ ਮੰਚ ਤੇ ਸਜੇ ਹੋ। ਆਪਾਂ ਸਮੇਂ ਵਿੱਚ ਰਹਿ ਕੇ ਬੇਨਤੀ ਕਰਨੀ ਹੈ। ਸੰਗਤ ਜੀ, ਕਈ ਵਾਰੀ ਸਮੇਂ ਦੀ ਸਥਿਤੀ ਇਦਾਂ ਦੀ ਬਣ ਜਾਂਦੀ ਹੈ, ਜਿੱਦਾਂ ਘਰ ਦੇ ਵਿੱਚ ਆਪਸ ਵਿੱਚ ਕਈਆਂ ਦੀ ਨਹੀਂ ਬਣਦੀ ਤਾਂ ਉਹਨਾਂ ਨੂੰ ਸਮਝਾਉਣਾ ਪੈਂਦਾ ਹੈ, ਪਰ ਕਈ ਵਾਰੀ ਸਾਡੇ ਹੀ ਭਰਾ ਹੋ ਕੇ ਜਦੋਂ ਗਦਾਰ ਬਣਦੇ ਆ, ਦੁੱਖ ਉਦੋਂ ਲੱਗਦਾ ਹੈ। ਮਨਸੂਰ ਉਦੋਂ ਨਹੀਂ ਸੀ ਰੋਇਆ ਜਦੋਂ ਉਹਨੂੰ ਸੂਲੀ ਚਾੜਿਆ, ਉਦੋਂ ਨਹੀਂ ਸੀ ਰੋਇਆ ਜਦੋਂ ਉਹਨੂੰ ਵੱਟੇ ਪਏ ਨੇ। 6 ਦਿਨ ਕੰਧ ਦੇ ਨਾਲ ਉਹਨੂੰ ਪਾ ਕੇ ਰੱਖਿਆ, ਇੱਕ ਅੱਧੀ ਰੋਟੀ ਕੋਈ ਬਾਸੀ ਦੇ ਗਿਆ ਸੀ, ਉਹ ਵੀ ਕਿਸੇ ਸਵਾਲੀ ਨੂੰ ਖਾ ਕੇ ਵੀ ਮਨਸੂਰ ਨਹੀਂ ਰੋਇਆ ਸੀ। ਉਹ ਉਦੋਂ ਰੋਇਆ ਸੀ ਜਦੋਂ ਉਹਦੇ ਆਪਣੇ ਮਿੱਤਰ ਯਾਰ ਸ਼ਿਵਲੀ ਨੇ ਉਹਨੂੰ ਫੁੱਲ ਮਾਰਿਆ ਸੀ। ਦੁੱਖ ਉਦੋਂ ਲੱਗਦਾ ਵੀ ਇਹ ਬੇਅਦਬੀਆਂ ਕਰਾਉਣ ਵਾਲੇ ਬਾਹਰੋਂ ਨਹੀਂ, ਇਹ ਸਾਡੇ ਆਪਣੇ ਆ ਜਾਂਦੇ। ਦੁੱਖ ਉਦੋਂ ਲੱਗਦਾ ਹੈ, ਪਰ ਵੇਖੋ ਕੁਛ ਰੋਗ ਮਾਰ ਜਾਤੇ हैं, कुछ सोग मार जाते हैं, यूं तो कोई भी नहीं मरता, अपने ही लोग मार जाते हैं। ਹੁਣ ਤਾਂ ਵਡਿਆਈ ਸਾਰੀ ਕਰੀ ਜਾਂਦੇ ਨੇ ਬਾਬਾ ਬਲਜੀਤ ਸਿੰਘ ਦੀ। ਉਦੋਂ ਬੜੇ ਲੋਕਾਂ ਨੇ ਗੱਲਾਂ ਕੀਤੀਆਂ ਸੀ ਮੂੰਹ ਜੋੜ ਜੋੜ ਕੇ, ਆ ਜਦੋਂ ਪਖੰਡੀਆਂ ਪਿੱਛੇ ਧਰਨੇ ਲੱਗਦੇ ਸੀ, ਜਦੋਂ ਅੰਦਰ ਜਾਂਦੇ ਸੀ, ਉਦੋਂ ਸਾਡੇ ਵਰਗੇ ਵੀ ਚੋਲੇ ਪਾ ਕੇ ਗੱਲਾਂ ਕਰਨੋਂ ਨਹੀਂ ਹਟਦੇ। ਆ ਹੁਣ ਸਾਰੇ ਬਾਬਾ ਗੁਲਾਬ ਸਿੰਘ ਨੇ ਕਵਿਤਾ ਗਾਈ, ਵਾਹ 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 ਕਿਆ ਬਾਤ ਹੈ, ਤੇ ਜਦੋਂ ਇਹਨਾਂ ਤੇ ਭੀੜ ਬਣੀ ਉਦੋਂ ਕਿੱਥੇ ਸੀ ਸਾਰੇ? ਉਦੋਂ ਕੋਈ ਖੜਾ ਨਾਲ ਸਾਡੇ ਚੋਂ ਵੀ ਸਾਡੇ ਸਿੱਖ ਕੌਮ ਚ ਇਹੋ ਜਿਹੇ ਹੀਰੇ ਵੀ ਨੇ, ਅਸੀਂ ਨਾਲ ਰਹਿੰਦੇ ਆ। ਪਤਾ ਕਿੱਡਾ ਨਿਤਨੇਮ ਆ ਉਹਨਾਂ ਦਾ, ਕਿੱਡੀ ਬਾਣੀ ਪੜ੍ਹਦੇ ਨੇ। ਅਸੀਂ ਵੇਖਿਆ ਵੀ ਚੋਲਾ ਇਦਾਂ ਦਾ ਪਾਇਆ, ਪਤਾ ਨਹੀਂ ਕੌਣ ਹੋਏਗਾ ਬਾਬਾ, ਕਿੱਦਾਂ ਦਾ ਹੋਏਗਾ। ਅਸੀਂ ਇਹਨਾਂ ਗੱਲਾਂ 'ਚ ਫਸੇ ਹੋਏ ਆ। ਜਦੋਂ ਮੈਨੂੰ ਪਤਾ ਲੱਗਿਆ, ਮੇਰੇ ਨਾਲ ਇੱਕ ਸੇਵਾਦਾਰ ਸੀ, ਅਸੀਂ ਚੰਡੀਗੜ੍ਹ ਜਾ ਰਹੇ ਸੀ, ਉਹ ਵੀਡੀਓ ਭੇਜੀ ਕਿਸੇ ਨੇ, ਇੰਨਾ ਦੁੱਖ ਲੱਗਿਆ ਵੀ ਸਾਡੇ ਕੌਮ ਦੇ ਵਿੱਚ ਏਡੇ ਏਡੇ ਹੀਰੇ ਆ ਤੇ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕਦੇ।
ਮੈਨੂੰ ਇਹਨਾਂ ਨੇ ਰਾਤ ਦੱਸਿਆ ਤੇ ਮੈਂ ਕਿਹਾ ਕੋਈ ਗੱਲ ਨਹੀਂ, ਜਿਵੇਂ ਹੁਕਮ ਹੈ ਮੈਂ ਆਪ ਜੀ ਦੇ ਨਾਲ ਹਾਂ। ਤੇ ਖੁਸ਼ੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਜਿੰਨੇ ਨੁਮਾਇੰਦੇ ਬੈਠੇ, ਮੈਂ ਇਕੱਲੇ ਇਕੱਲੇ ਦਾ ਨਾਮ ਨਹੀਂ ਬੋਲ ਸਕਦਾ, ਸਮਾਂ ਹੋ ਗਿਆ ਹੈ। ਵੇਖੋ, ਆਪਾਂ ਨੂੰ ਪਹਿਲਾਂ ਪਤਾ ਸੀ ਕਿ ਦਾਦੂਵਾਲ ਸਾਹਿਬ ਇਹ ਕਾਰਜ ਕਰਦੇ ਰਹੇ ਆ, ਪਰ ਉਦੋਂ ਸਾਰਿਆਂ ਨੇ ਕਿਹਾ ਨਹੀਂ ਜੀ ਇਹ ਤਾਂ ਜੋ ਕੀਤਾ ਹੈ ਪੈਸੇ ਲਈ ਕੀਤਾ, ਫਲਾਣਾ ਕੀਤਾ। ਜਦੋਂ ਸੱਚ ਸਾਹਮਣੇ ਆ ਗਿਆ ਫਿਰ ਆਪਾਂ ਵਡਿਆਈ ਕਰਨ ਦੇ ਵੀ ਪੁਲ ਬੰਨ ਦਿੰਦੇ ਆ, ਨਿੰਦਿਆ ਕਰਨ ਦੇ ਵੀ ਪੁਲ ਬੰਨ ਦਿੰਦੇ ਆ। ਵੇਖੋ, ਭਗਤ ਨਾਮਦੇਵ ਜੀ ਦੇ ਜ਼ਿਕਰ ਆਉਂਦਾ, ਜ਼ਿਕਰ ਉਹਨਾਂ ਦੇ ਜੀਵਨ ਦੇ ਵਿੱਚ। ਸਿਰਫ ਆ ਲਾਸਟ ਬੇਨਤੀ ਮੈਂ ਕਰਕੇ ਖਿਮਾ ਦਾ ਜਾਚਕ ਹੋਵਾਂਗਾ, ਕਿਉਂਕਿ ਸਾਧ ਸੰਗਤ ਜੀ ਜਿਹੜੇ ਬੁਲਾਰਿਆਂ ਨੂੰ ਕੁਝ ਮਾੜਾ ਮੋਟਾ ਆਉਂਦਾ ਹੋਵੇ ਨਾ, ਉਹਨਾਂ ਨੂੰ ਚੁੱਪ ਕਰਾਉਣਾ ਬੜਾ ਔਖਾ ਹੋ ਜਾਂਦਾ। ਕਈ ਵਾਰੀ ਇੱਥੇ ਬਾਹਰ ਸੀ ਤਾਂ ਮੈਂ ਇੱਥੋਂ ਲਾਈਵ ਹੋ ਕੇ ਕੀ ਕਰੀ ਜਾਂਦਾ ਸੀ, ਪਰ ਮੈਂ ਕਿਹਾ ਮੈਨੂੰ ਛੇੜ ਲਿਆ ਪੰਗਾ ਔਖਾ ਹੀ ਹੈ। ਕਿਉਂਕਿ ਜਿਹੜੇ ਬੰਦੇ ਗਾਉਣ ਵਾਲੇ ਦਾ ਮੂੰਹ ਨਾ ਰਹਿੰਦਾ, ਨੱਚਣ ਵਾਲੇ ਦੀ ਅੱਡੀ, ਜਿਹੜੇ ਬੰਦੇ ਨੂੰ ਕੁਝ ਆਉਂਦਾ ਹੋਵੇ ਨਾ ਉਹ ਕਹਿੰਦਾ ਫਿਰ ਮੈਂ ਸਾਰਾ ਕੁਝ ਕਵਾਂ। ਪਰ ਇੱਥੇ ਸਿਰਫ ਜਿਹੜੀ ਸਟੇਜ ਹੈ ਨਾ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਹੈ, ਨਾ ਕਿ ਇੱਕ ਦੂਜੇ ਨੂੰ। ਪਰ ਮੈਂ ਇਹ ਬੇਨਤੀ ਕਰਾਂਗਾ, ਸਿੱਖ ਨਾ ਸਿੱਖ ਨੂੰ ਮਾਰੇ, ਇਹ ਕੌਮ ਕਦੇ ਨਾ ਹਾਰੇ। ਇਹ ਕਦੇ ਕੌਮ ਹਾਰਨ ਵਾਲੀ ਨਹੀਂ ਸੀ। ਇੱਕ ਦੂਜੇ ਦੇ ਆਪਣੀ ਲੱਤਾਂ ਖਿੱਚਦੇ ਨੇ, ਆਪਣੇ ਹੀ, ਹੋਰ ਦੂਜਾ ਨਹੀਂ ਕੋਈ। ਉਹਨਾਂ ਦਾ ਵੀ ਗੁਰੂ ਗ੍ਰੰਥ ਸਾਹਿਬ ਹੀ ਹੋਏਗਾ। ਉਹਨਾਂ ਨੂੰ ਵੀ ਤਾਂ ਪਤਾ ਸੀ ਵੀ 328 ਸਰੂਪ ਸਤਿਗੁਰੂ ਮਹਾਰਾਜ ਦੇ ਆਪਾਂ ਇਦਾਂ ਕੀਤੇ ਆ, ਤਾਂ ਘੱਟੋ ਘੱਟ ਕਿਤੇ ਨਾ ਕਿਤੇ ਤਾਂ ਉਹ ਵੀ ਮੱਥਾ ਟੇਕਦੇ ਹੀ ਹੋਣਗੇ। ਉਹਨਾਂ ਨੂੰ ਕਿਤੇ ਦਾ ਲੱਜਾ ਆਵੇ। ਕਿਤੇ ਜਿਹੜੇ ਬੰਦੇ ਨੇ ਪਾਪ ਕਰਿਆ ਹੋਵੇ ਨਾ, ਵੈਸੇ ਹੁਣ ਤਾਂ ਕਈ ਪਾਪ ਕਰਕੇ ਵੀ ਕਹਿੰਦੇ ਅਸੀਂ ਸੱਚੇ, ਪਰ ਜੇ ਬੰਦੇ ਨੇ ਪਾਪ ਕਰਿਆ ਨਾ, ਸ਼ੀਸ਼ੇ ਦੇ ਅੱਗੇ ਖੜ ਕੇ ਨਮੋਸ਼ੀ ਦੇ ਦਰਿਆ 'ਚ ਡੁੱਬ ਜਾਣਾ ਚਾਹੀਦਾ ਵੀ ਮੈਂ ਪਾਪ ਕਰਿਆ ਤਾਂ ਪਰ ਮੈਂ ਫਿਰ ਵੀ ਇਹ ਗਲਤ ਕਰ ਰਿਹਾ। ਸੋ ਬੇਨਤੀਆਂ ਨੇ, ਸਾਰੇ ਇੱਕ ਹੋਵੋ। ਇੱਕ ਬੇਨਤੀ ਸੁਣਿਓ, ਦੁਨੀਆ ਨਾ ਸਲਾਹੇ ਜੋ ਮਰ ਵੰਝਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਕੋਈ ਮਰ ਕੇ ਮਿੱਟੀ ਵੀ ਹੋ ਜਾਏ, ਲੋਕੀ ਵਡਿਆਈ ਨਹੀਂ ਕਰਦੇ। ਜਿੱਡਾ ਮਰਜ਼ੀ ਕੋਈ ਚੰਗਾ ਕਾਰਜ ਕਰ ਲੇ, ਉਹਦੀ ਬੁਰਾਈਆਂ ਕਰਨਗੇ। ਜਿਹੜਾ ਮਾੜਾ ਬੰਦਾ ਹੋਏਗਾ ਉਹਦਾ ਸਾਥ ਦੇਣਗੇ। ਅਸੀਂ ਤੁਹਾਡੇ ਨਾਲ ਹਾਂ ਜੀ, ਵੱਡੋ ਪੰਥ ਦੀਆਂ ਜੜਾਂ ਤੁਸੀਂ, ਪਾਓ ਦਾਤਰੀ ਚੰਗੀ ਤਰ੍ਹਾਂ, ਕਦੇ ਨਿੰਦੋ ਸਭ ਨੂੰ, ਕਦੇ ਬੇਅਦਬੀਆਂ ਕਰਾਓ, ਉਹਨਾਂ ਦੇ ਸਾਰੇ ਨਾਲ ਆ। ਤੇ ਜਿਹੜਾ ਕੋਈ ਚੱਜ ਦਾ ਪ੍ਰਚਾਰਕ, ਉਹਨਾਂ ਵਾਲੀ ਕਦੇ ਸਪੀਕਰ ਦੀ ਆਵਾਜ਼ ਘਟਾਤੀ, ਕਦੇ ਬੰਦ ਕਰਤਾ, ਕਦੇ ਉਹਨਾਂ ਨੂੰ ਟਾਈਮ ਨਾ ਦਿੱਤਾ। ਇਹ ਗੱਲਾਂ ਸਾਡੇ ਵਿੱਚੋਂ ਕੱਢ ਲਈਏ ਭਰਾਵੋ। ਮੈਂ ਇਹ ਬੇਨਤੀਆਂ ਆਪਣੇ ਗੁਰਸਿੱਖ ਵੀਰਾਂ ਨੂੰ ਕਰਦਾ। ਰਾਜੇ ਦੇ 7 ਪੁੱਤਰ ਸੀ, ਉਹ ਮਰਨ ਲੱਗਿਆ, ਕਹਿੰਦਾ ਪਿਤਾ ਜੀ ਕੋਈ ਉਪਦੇਸ਼ ਦੇ ਦਿਓ। ਕਹਿੰਦੇ ਇਦਾਂ ਕਰੋ, ਸੱਤੇ ਇੱਕ ਡੱਕਾ, ਤੀਲਾ, ਲੀਕੜਾ, ਡੱਕਾ ਚੁੱਕ ਕੇ ਲਿਆਓ। ਲੈ ਆਂਦਾ, ਆਲੋ ਪਿਤਾ ਜੀ। ਕਹਿੰਦੇ ਤੋੜ ਦਿਓ। ਕੱਲੇ ਕੱਲੇ ਨੇ ਤੋੜਤਾ, ਟੁੱਟ ਗਿਆ। ਕਹਿੰਦੇ ਇਹ ਕੀ ਉਪਦੇਸ਼ ਹੈ? ਕਹਿੰਦੇ ਦੁਬਾਰਾ ਲਿਆਓ। ਇੱਕ ਡੱਕਾ ਫਿਰ ਚੁੱਕ ਕੇ ਲਿਆਏ। ਕਹਿੰਦੇ ਹੁਣ ਇਹਨਾਂ ਸੱਤਾਂ ਨੂੰ ਇਕੱਠੇ ਕਰ ਲਓ, ਹੁਣ ਤੋੜੋ। ਕਹਿੰਦੇ ਪਿਤਾ ਜੀ ਹੁਣ ਨਹੀਂ ਟੁੱਟਦਾ। ਕਹਿੰਦੇ ਬਸ ਆਹੀ ਉਪਦੇਸ਼ ਹੈ, ਇਕੱਠੇ ਰਹੋ। ਸਾਡੇ ਵਿੱਚ ਫੋਟੀ ਤਾਂ ਪਈ, ਅਸੀਂ ਇਕੱਠੇ ਨਹੀਂ ਆ। ਉਦਾਂ ਬਹਿ ਜਾਂਦੇ ਆ ਇਕੱਠੇ, ਪਰ ਸਾਡੇ 'ਚ ਥਪਾਕ ਕੋਈ ਨਹੀਂ। ਹੁਣ ਗੱਡੀਆਂ 'ਚ ਬਹਿੰਦੇ ਸਾਰ ਓਏ ਫਲਾਣਾ ਬੋਲ ਗਿਆ, ਓਏ ਉਹਨੂੰ ਬੋਲਣਾ ਹੀ ਨਹੀਂ ਆਇਆ, ਆਹ ਕੁਛ ਆ ਸਾਡੇ ਪੱਲੇ। ਪਰ ਬੇਨਤੀ ਕਰਾਂਗਾ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਦਰਦ ਆ ਤਾਂ ਪਿਆਰਿਓ ਫਿਰ ਉਹੀ ਬਾਤ ਕੀਤੀ ਜਾਵੇ ਜੋ ਅਸਤੀਫੇ ਦੀ ਹੈ, ਜੋ ਆਪਾਂ ਕਹਿਣਾ। ਵੈਸੇ ਸਿੱਖਾਂ ਦੇ ਦਿਲਾਂ 'ਚੋਂ ਤਾਂ ਉਹਨਾਂ ਦੇ ਅਸਤੀਫੇ ਉਸ ਦਿਨ ਤੋਂ ਹੀ ਉੱਡ ਜਾਂਦੇ ਨੇ ਜਿਸ ਦਿਨ ਸਾਡੇ ਗੁਰੂ ਦੀ ਬੇਅਦਬੀ ਕਰਦੇ ਨੇ ਜਾਂ ਇਦਾਂ ਕੁਝ ਕਰਦੇ ਆ। ਰਹਿ ਤਾਂ ਨਹੀਂ ਜਾਂਦਾ। ਉਹ ਜਿਹੜੀ ਬੇਨਤੀ ਕਰ ਰਿਹਾ ਸੀ, ਭਗਤ ਨਾਮਦੇਵ ਜੀ ਕੋਲੇ ਕਿਸੇ ਏਡ ਦਾ ਬੱਚਾ ਪੜਨ ਆਉਂਦਾ ਸੀ, ਤਾਂ ਉਹਦੇ ਹੱਥਾਂ ਵਿੱਚ ਸੋਨੇ ਦੇ ਕੜੇ ਵੇਖ ਲਏ। ਭਗਤ ਜੀ ਕਹਿਣ ਲੱਗੇ ਇੱਥੇ ਹੀ ਤਾਰ ਦੇ ਪੁੱਤਰ, ਰਸਤਾ ਸੁਣਨਾ, ਤੇਰੇ ਨਾਲ ਕੋਈ ਵਾਰਦਾਤ ਨਾ ਹੋਵੇ। ਤੇ ਉਹ ਜਦੋਂ ਘਰ ਗਿਆ ਤੇ ਭੁੱਲ ਗਿਆ, ਮਾਂ ਨੂੰ ਪਤਾ ਲੱਗਿਆ। ਉਹ ਕਹਿਣ ਲੱਗੇ ਕੜੇ ਕਿੱਥੇ ਨੇ? ਮਾਂ ਮੈਂ ਭਗਤ ਨਾਮਦੇਵ ਜੀ ਕੋਲ ਰੱਖ ਆਇਆ। ਬਸ ਫਿਰ ਕੀ ਸੀ? ਬਾਜੀ ਕਾਹਦਾ ਭਗਤ ਨਾਮਦੇਵ, ਸਾਡੇ ਸੋਨੇ ਦੇ ਕੜੇ ਰੱਖ ਗਏ ਹੋ। ਤੇ ਉਹੀ ਜਦੋਂ ਇੱਕ ਦਿਨ ਆਏ ਤਾਂ ਭਗਤ ਨਾਮਦੇਵ ਜੀ ਆਪ ਲੈ ਕੇ ਆ ਕੇ ਕਹਿੰਦੇ ਬੱਚੇ ਨੂੰ ਇਦਾਂ ਨਾ ਪਾ ਕੇ ਭੇਜਿਆ ਕਰੋ, ਸੁੰਨਾ ਰਸਤਾ ਹੈ। ਬਸ ਫਿਰ ਉਹੀ ਮਾਂ ਸੀ ਜਿਹੜੇ ਮੂੰਹ ਨਾਲ ਨਿੰਦਿਆ ਕਰੀ, ਉਸੇ ਨਾਲ ਹੀ ਭਗਤ ਜੀ ਬੜੇ ਚੰਗੇ ਨੇ ਜੀ, ਇਹਨਾਂ ਵਰਗਾ ਕਿਹੜਾ ਹੋ ਸਕਦਾ। ਫਿਰ ਇਹ ਕੁਝ ਕਰਨ ਦੀ ਲੋੜ ਨਹੀਂ। ਦਾਤਰੀ ਦੇ ਇੱਕ ਪਾਸੇ, ਦੰਦੇ ਦੁਨੀਆ ਦੇ ਦੋਵਾਂ ਪਾਸੇ ਹੋਏ ਪਏ ਨੇ। ਇੱਥੇ ਮੈਂ ਸਤਿਕਾਰਯੋਗ ਹਸਤੀਆਂ ਦੇ ਨਾਮ ਗਿਣਾਂਗਾ ਤਾਂ ਮੇਰੇ ਕੋਲ ਸਮਾਂ ਨਹੀਂ, ਸਮਾਂ ਉੱਪਰ ਹੋ ਗਿਆ। ਮੈਂ ਇੱਥੇ ਹੀ ਖਿਮਾ ਦਾ ਜਾ ਚੁੱਕਾ। ਗੁਰੂ ਪਿਆਰਿਓ, ਵੱਧ ਚੜ ਕੇ ਕੀਰਤਨੀ ਸਿੰਘਾਂ ਦਾ ਸਾਥ ਦੇਵੋ, ਗ੍ਰੰਥੀ ਸਾਹਿਬਾਨਾਂ ਦਾ ਸਾਥ ਦੇਵੋ। ਆ ਸਤਿਕਾਰਯੋਗ ਬਾਬਾ ਭਗਵੰਤ ਸਿੰਘ ਜੀ ਦਾ ਸਾਥ ਜਹੇਦਾਰ ਸਾਹਿਬ ਨੇ ਦਿੱਤਾ ਹੈ। ਤੇ ਹੋਰ ਵੀ ਬੜੇ ਐਸੇ ਗ੍ਰੰਥੀ ਸਾਹਿਬਾਨ ਨੇ ਜਿਹੜੇ ਵਿਚਾਰਿਆਂ ਕੋਲ ਗੁਣ ਬੜੇ ਨੇ, ਪਰ ਸਿਫਾਰਸ਼ਾਂ ਕਰ ਕਰਕੇ ਉਹਨਾਂ ਦੀ ਡਿਊਟੀਆਂ ਕਟਵਾ ਦਿੱਤੀਆਂ ਜਾਂਦੀਆਂ ਨੇ। ਇਹ ਸਾਰੇ ਬੇਅਦਬੀ 'ਚ ਹੀ ਮਸਲੇ ਹੁੰਦੇ ਨੇ। ਜਿਵੇਂ ਕਰੈਕਟਰ ਦਾ ਇੱਕ ਮਸਲਾ ਨਹੀਂ ਹੁੰਦਾ, ਉਹ ਸਾਰਾ ਕੁਝ ਹੀ ਕਰੈਕਟਰ 'ਚ ਆ ਜਾਂਦਾ ਹੁੰਦਾ। ਝੂਠ ਬੋਲਣਾ, ਝੂਠ ਬਿਆਨ ਦੇਣੇ, ਇੱਕ ਦੂਜੇ ਤੇ ਸਕੰਜੇ ਕੱਸਣੇ, ਧਮਕੀਆਂ ਦੇਣੀਆਂ। ਫਿਰ ਜਦੋਂ ਰਿਕਾਰਡਿੰਗ ਕਰਕੇ ਸਾਹਮਣੇ ਕਰ ਦਿੰਦੀਆਂ ਨੇ, ਫਿਰ ਕਹਿੰਦੇ ਸਾਡੀ ਤਾਂ ਆਵਾਜ਼ ਹੀ ਨਹੀਂ ਹੈ। 1 ਮਿੰਟ 'ਚ ਹੀ ਮੁੱਕਰ ਜਾਂਦੇ ਨੇ। ਫਿਰ ਇਹ ਗੱਲਾਂ ਤੋਂ ਸਾਨੂੰ ਸੁਚੇਤ ਹੋਣਾ ਪੈਣਾ। ਜਥੇਦਾਰ ਸਾਹਿਬ ਦਾ ਸਾਨੂੰ ਸਾਥ ਦੇਣਾ ਪੈਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਗੁਰਦੇਵ ਸਿੰਘ ਜੀ ਪਟਿਆਲੇ ਵਾਲੇ। ਇਉਂ ਲੱਗਦਾ ਸੀ ਵੀ ਵਾਹਵਾ ਕੁਝ ਭਰ ਕੇ ਲਿਆਏ ਆ, ਇਹ ਖਾਲੀ ਕਰਨ ਦਾ ਟਾਈਮ ਨਹੀਂ ਮਿਲਿਆ।
ਇਹਨਾਂ ਨੇ ਚੋਲਿਆਂ ਦੀ ਤੇ ਨਿਤਨੇਮ ਦੀ ਗੱਲ ਕੀਤੀ ਹੈ। ਇਹਨਾਂ ਨਾਲੋਂ ਜ਼ਿਆਦਾ ਚੋਲਿਆਂ ਬਾਰੇ ਕੌਣ ਜਾਣਦਾ, ਆਪਾਂ ਸਾਰਿਆਂ ਨੂੰ ਪਤਾ ਹੀ ਹੈ। ਸੋ ਬਾਬਾ ਗੁਲਾਬ ਸਿੰਘ ਜੀ ਦੀ ਮਦਦ ਦੀ ਗੱਲ ਹੋਈ ਹੈ। ਸਾਰੇ ਬਾਬਾ ਜੀ ਦੀ ਮਦਦ ਕਰਨ ਵਾਸਤੇ ਤਿਆਰ ਸੀ। ਸਾਡੀ ਜਥੇਬੰਦੀ ਵਿੱਚ ਵੀ ਇਹ ਗੱਲ ਚੱਲੀ ਸੀ, ਪਰ ਮੈਂ ਆਪ ਜੀ ਨੂੰ ਦੱਸ ਦੇਣਾ ਚਾਹੁੰਦਾ, ਮਹਾਂਪੁਰਖ ਬੈਠੇ ਆ ਇੱਥੇ, ਬਾਬਾ ਜੀ ਨੇ ਖੁਦ ਮਨਾ ਕਰਤਾ ਸੀ ਵੀ ਉਹ ਗਰੀਬ ਪਰਿਵਾਰ ਹੈ, ਅਸੀਂ ਉਹਨਾਂ ਤੇ ਕਾਰਵਾਈ ਨਹੀਂ ਕਰਨੀ ਚਾਹੁੰਦੇ। ਇਹ ਤੇ ਆਪਣਾ ਫਰਜ਼ ਹੀ ਬਣਦਾ ਹੈ। ਚਲੋ ਬਾਬਾ ਗੁਰਦੇਵ ਸਿੰਘ ਜੀ ਨੇ ਯਾਦ ਕਰਾਇਆ, ਇਹ ਗੱਲ ਤੇ ਵੱਖਰੀ ਸੀ। ਹੋਰ ਅਨੇਕਾਂ ਸਿੱਖ ਨੇ ਜਿਨ੍ਹਾਂ ਨੂੰ ਮਦਦ ਦੀ ਲੋੜ ਹੈ, ਜੇ ਅਸੀਂ ਕਵਾਂਗੇ ਤਾਂ ਉਹ ਮਦਦ ਹੋ ਸਕਦੀ ਹੈ। ਜਥੇਦਾਰ ਕਰਨੈਲ ਸਿੰਘ ਜੀ ਨੂੰ ਬੇਨਤੀ ਹੈ, ਉਹਨਾਂ ਦਾ ਸਮਾਂ, ਉਹਨਾਂ ਤੋਂ ਬਾਅਦ ਬਾਬਾ ਹਰਦੀਪ ਸਿੰਘ ਜੀ ਮਹਾਰਾਜ, ਉਹਨਾਂ ਦਾ ਸਮਾਂ ਹੈ, ਉਹ ਤਿਆਰ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਗੱਜ ਕੇ ਫਤਿਹ ਬੁਲਾਣੀ ਸਾਹਿਬ ਨੇ, ਮਾਈ ਭਾਈ ਨੇ। ਜੇ ਫਤਿਹ ਢਿੱਲੀ ਰਹੀ ਨਾ ਤੇ ਕੰਮ ਵੀ ਫਿਰ ਢਿੱਲਾ ਰਹਿਣਾ। ਫਤਿਹ ਗੱਜ ਕੇ ਬੁਲਾਓ ਤੇ ਕੰਮ ਵੀ ਭਗਵਾਨ ਸਾਡਾ ਮਹਾਰਾਜ ਸਿਰੇ ਚਾੜੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਸਾਨੂੰ ਕੱਲ ਸੁਨੇਹਾ ਮਿਲਿਆ ਬਾਬਾ ਬਲਜੀਤ ਸਿੰਘ ਦਾਦੂਵਾਲ, ਜੋ ਸਾਡੇ ਹਰਿਆਣੇ ਦੇ ਅੱਜ ਮੁਖੀ ਨੇ, ਅੱਜ ਸਾਡੇ ਉਹ ਪ੍ਰਧਾਨ ਨੇ, ਤੇ ਪੰਜਾਬ ਇੱਧਰੋਂ ਆਪਾਂ, ਮੈਂ ਇੱਕ ਹੋਰ ਵੀ ਨਾਲ ਗੱਲ ਦੱਸ ਦਿਆਂ, ਸਾਨੂੰ ਜੋ ਵੀ ਦੇਸ਼ ਬਾਬਾ ਜੀ ਦੇ ਹੋਣਗੇ, ਅਸੀਂ ਜ਼ਿਆਦਾ ਬਾਬਾ ਜੀ ਜਾਂਦੇ ਹਾਂ। ਜੋ ਵੀ ਦੇਸ਼ ਪ੍ਰਧਾਨ ਜੀ ਦੇ ਹੋਣਗੇ, ਸਾਡੇ ਬਿੰਬਰਾਂ ਨੂੰ, ਕਮੇਟੀ ਨੂੰ ਤੇ ਹਰਿਆਣੇ ਦੇ ਸਿੱਖਾਂ ਨੂੰ ਸਿਰ ਮੱਥੇ ਦੇ ਹੋਣਗੇ। ਜੇ ਬਾਬਾ ਜੀ ਸਾਨੂੰ ਇਹ ਵੀ ਆਖਣਗੇ ਨਾ, ਇਹ ਹਰਿਆਣਾ ਹੀ ਇੱਥੇ ਆਣ ਕੇ ਮੋਰਚਾ ਲਾਣਾ ਹੈ, ਤੇ ਸਾਰਾ ਹਰਿਆਣਾ ਵੀ ਇੱਥੇ ਉੱਚੜ ਕੇ ਆ ਕੇ ਬਹਿ ਜਾਏਗਾ। ਤੇ ਜਿਹੜਾ ਲੌਂਗੋਵਾਲ ਹੈ ਨਾ, ਇਹਨੂੰ ਹਿਸਾਬ ਦੇਣਾ ਪਏਗਾ। ਹਿਸਾਬ ਤੇ ਮਾਵਾਂ ਧੀਆਂ ਦੇ ਹੁੰਦੇ ਨੇ। ਇਹ ਕੀ ਹੋ ਗਿਆ, ਪ੍ਰਧਾਨ ਬਣ ਗਿਆ ਤੇ ਅੱਜ ਆਕੜ ਕੇ ਬਹਿ ਗਿਆ। ਇਹਨੂੰ ਸ਼ਰਮ ਆਉਣੀ ਚਾਹੀਦੀ ਏ, ਬਸ ਤੇਰੇ ਪਿੰਡ ਦੇ ਵਿੱਚ ਆ ਕੇ ਤੇਰੇ ਨਾਲ ਕੀ ਹੋ ਰਿਹਾ, ਹੋ ਵੀ ਕੀ ਰਿਹਾ ਹੈ। ਤੂੰ ਗੁਰੂ ਗ੍ਰੰਥ ਸਾਹਿਬਾਂ ਦੀ ਜਿਹੜਾ ਤੂੰ ਕੰਮ ਕੀਤਾ ਹੈ, 328 ਕਿੰਨੇ ਆਉਂਦੇ ਨੇ ਵੇ, ਉਹ ਗਾਇਬ ਕੀਤੇ ਨੇ ਤੂੰ, ਤੇ ਤੇਰੇ ਘਰ ਦੀਆਂ ਇੱਥੇ ਪੜ੍ਹਦੇ ਨੇ। ਮੈਂ ਹਾਂ ਤਲਾਸ਼ੀਆਂ ਵੀ ਲੈਣੀਆਂ ਨੇ। ਤੇ ਜਿਹੜੇ ਬੰਦਰਗਾਹ ਦੇ ਵਿੱਚ ਰਲਾਏ ਨੇ ਤੂੰ 400 ਕਿੰਨਾ ਗੁਰੂ ਗ੍ਰੰਥ ਸਾਹਿਬ, ਉਹਦਾ ਵੀ ਹਿਸਾਬ ਇਸ ਕਮੇਟੀ ਨੇ ਦੇਣਾ ਹੈ, ਬਾਦਲ ਕਮੇਟੀ ਨੇ ਦੇਣਾ ਹੈ। ਮੈਂ ਫਿਰ ਇੱਕ ਵਾਰ ਤੁਹਾਨੂੰ ਦੱਸ ਦਿਆਂ, ਜਿਹੜਾ ਬਾਦਲ ਹੈ ਨਾ, ਬਾਦਲ, ਇਹ ਨਿਰਾ ਪੰਜਾਬ ਦੇ ਵਿੱਚ ਤੁਹਾਨੂੰ ਨਹੀਂ ਤੰਗ ਕਰ ਰਿਹਾ। ਇਹ ਅਸੀਂ ਜਿਹੜੇ ਹਰਿਆਣੇ ਦੇ ਵਿੱਚ ਬੈਠੇ ਆ ਸਿੱਖ, ਇਹ ਸਾਨੂੰ ਵੀ ਬੜਾ ਤੰਗ ਕਰ ਰਿਹਾ ਹੈ। ਪਰ ਸਾਡੀ ਹਰਿਆਣਾ ਕਮੇਟੀ ਅੱਜ 25 ਸਾਲ ਤੋਂ ਅਸੀਂ ਜਦੋਂ ਜਦਾ ਕਰਦੇ ਫਿਰਦੇ ਸਾਂ, ਪਰ ਬਿਨਾਂ ਲੀਡਰ ਤੋਂ ਅਸਾਂ ਮਾਰ ਹੀ ਖਾਧੀ ਹੈ। ਅੱਜ ਇੱਕ ਸ਼ੇਰ ਜਿਹੜਾ ਅਸੀਂ ਹਰਿਆਣੇ ਦੇ ਸਿੱਖਾਂ ਨੇ ਲੱਭ ਲਿਆ ਹੈ, ਅਸਾਂ ਉਹਦਾ ਤਰਲਾ ਕਰ ਲਿਆ ਤੇ ਹਰਿਆਣੇ ਦੇ ਵਿੱਚ ਲੈ ਗਏ ਆ। ਜਿਹੜਾ ਤੂੰ ਆਨਾ ਨਾ, ਮੈਂ ਇੱਥੋਂ ਜਾ ਕੇ ਹਰਿਆਣੇ ਦੇ ਵਿੱਚ ਜਾ ਕੇ ਇਲੈਕਸ਼ਨ ਲੜਾਂਗਾ, ਤੇ ਤੂੰ ਉੱਥੇ ਇਲੈਕਸ਼ਨ ਲੜੀ। ਮੈਂ ਇੱਕ ਹੋਰ ਵੀ ਨਾਲ ਦੱਸਾਂ, ਜਿਹੜੇ ਸ਼ੇਰ ਹੁੰਦੇ ਨੇ ਨਾ, ਉਹ ਆਪੋ ਆਪਣੀ ਜੂਹ ਚ ਰਹਿੰਦੇ ਨੇ। ਜਿਹੜਾ ਹਰਿਆਣੇ ਦਾ ਸ਼ੇਰ ਹੈ ਨਾ, ਜਿਹੜਾ ਅਸੀਂ ਲੈ ਕੇ ਗਏ ਆ, ਉਹ ਬੱਬਰ ਸ਼ੇਰ ਹੈ, ਬੱਬਰ ਸ਼ੇਰ। ਤੇ ਉਹਦੇ ਨਾਲ ਚਿਤਰਿਆਂ ਕੀ ਮੁਕਾਬਲਾ ਕਰਨਾ ਹੈ। ਉੱਥੇ ਜੇ ਆਉਣਾ ਹੋਵੇ ਤੇ ਸੋਚ ਕੇ ਆਇਆ ਜੇ, ਤੇ ਜੇ ਤੁਸੀਂ ਜ਼ਰੂਰੀ ਆਉਣਾ ਹੋਵੇ ਨਾ, ਉਹ ਬੀਬਾ ਜੀ ਵੀ ਆਣ ਕੇ ਉੱਥੇ ਇਲੈਕਸ਼ਨ ਲੜੇ, ਜਸਬੀਰ ਬਾਦਲ ਇਲੈਕਸ਼ਨ ਲੜੇ, ਜਾਂ ਮਜੀਠੀਆ ਇਲੈਕਸ਼ਨ ਲੜੇ, ਤੇ ਸਰਦਾਰ ਕਰਨੈਲ ਸਿੰਘ ਵੀ ਹਾਜ਼ਰ ਹੈ ਜੇ ਬਾਬਾ ਜੀ ਮੇਰੀ ਪਿੱਠ ਤੇ ਹੱਥ ਧਰਨਗੇ। ਅੱਜ ਜਿਹੜੇ ਕੰਮ ਵਾਸਤੇ ਅਸੀਂ ਇੱਥੇ ਆਏ ਆ, ਇਹ ਸਿਰੇ ਚੜਨਾ ਹੈ। ਆਪਣੇ ਲੌਂਗੋਵਾਲ ਜਿਹੜਾ ਇੱਥੋਂ ਦਾ ਜਥੇਦਾਰ ਹੈ, ਉਹ ਸਮਝ ਲੈ, ਆਣ ਕੇ ਵਿੱਚ ਆਣ ਕੇ ਮਾਫੀ ਮੰਗ ਲੈ, ਤੇ ਸਿੰਘਾਂ ਨੂੰ ਆਣ ਕੇ ਹਿਸਾਬ ਦੇ ਦੇ। ਜੇ ਉਹ ਹਿਸਾਬ ਨਾ ਦੇਗਾ, ਇਹ ਹੁਣ ਢਿੱਲਾ ਪੈਣ ਵਾਲਾ ਜਥਾ, ਇਹ ਜਿਹੜਾ ਸਾਡਾ ਅੰਦੋਲਨ, ਇਹ ਨਹੀਂ ਢਿੱਲਾ ਰਹਿਣਾ। ਤੇਰੇ ਤੋਂ ਹਿਸਾਬ ਲੈ ਕੇ ਛੱਡਣਾ ਹੈ।
ਜੋ ਬਾਦਲ ਦੀਆਂ ਇੱਥੇ ਨੀਤੀਆਂ ਨੇ ਮਾੜੀਆਂ ਨੇ, ਉਹ ਹਰਿਆਣੇ ਵਾਸਤੇ ਵੀ ਮਾੜੀਆਂ ਸੋਚਦਾ ਹੈ, ਹੁਣ ਉਹ ਭੁੱਲ ਜਾਏ। ਮੈਂ ਅੱਗੇ ਵੀ ਕਿਹਾ ਸਾਡੇ ਕੋਲ ਹੁਣ ਸ਼ੇਰ ਹੈ, ਬੱਬਰ ਸ਼ੇਰ। ਜਿੱਧਰ ਵੀ ਉਹਨਾਂ ਦਾ ਹੁਕਮ ਹੋਵੇਗਾ ਉਧਰ ਸੰਗਤਾਂ ਤੇ ਹਰਿਆਣੇ ਦੀ ਕਮੇਟੀਆਂ ਲੱਗਣਗੀਆਂ। ਇਹਦੇ ਨਾਲ ਹੀ ਮੈਂ ਸਾਰੀ ਸੰਗਤ ਦਾ, ਜਿੰਨੇ ਜਿੰਨੇ ਵੀ ਇੱਥੇ ਸਾਡੀਆਂ ਕਮੇਟੀਆਂ ਜਥੇਦਾਰ ਆਏ ਨੇ, ਮੈਂ ਉਹਨਾਂ ਦਾ ਸਾਰਿਆਂ ਦਾ ਇੱਥੇ ਧੰਨਵਾਦ ਕਰਨਾ ਤੇ ਆਪਣੇ ਸ਼ੇਰ ਦਾ ਵੀ ਮੈਂ ਧੰਨਵਾਦ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਿਆਣਾ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਾਹਿਬ। ਇੱਕ ਇਹਨਾਂ ਨੇ ਗੱਲ ਕਹੀ ਹੈ, ਕਹਿੰਦੇ ਅਸੀਂ ਬੱਬਰ ਸ਼ੇਰ ਲੈ ਗਏ ਆ ਹਰਿਆਣੇ 'ਚ। ਬਈ ਜਿਹੜਾ ਸ਼ੇਰ ਹੁੰਦਾ ਉਹ ਤੇ ਰਹਿ ਸਕਦਾ ਇੱਕ ਜਗ੍ਹਾ, ਇਹ ਤੇ ਇਹੋ ਜਿਹਾ ਬੱਬਰ ਸ਼ੇਰ ਹੈ ਪੂਰੀ ਦੁਨੀਆ 'ਚ ਗੇੜਾ ਮਾਰਿਆ ਆ। ਮੇਰੇ ਮੂੰਹੋਂ ਵੈਸੇ ਫਬਦਾ ਨਹੀਂ ਇਹ ਸ਼ਬਦ, ਮੇਰੇ ਤੇ ਉਸਤਾਦ ਹੈ, ਪਰ ਵਰਡਿੰਗ ਹੈ ਕਹਿਣੀ ਪੈਂਦੀ ਹੈ। ਜਦੋਂ ਕਹਿੰਦੇ ਸੀ ਜਿਹੜਾ ਪਾਕਿਸਤਾਨ ਜਾਊਗਾ ਉਹਦਾ ਹੋਰ ਕਿਸੇ ਦੇਸ਼ ਵਿੱਚ ਵੀਜ਼ਾ ਨਹੀਂ ਲੱਗਣਾ, ਇਹ ਬੱਬਰ ਸ਼ੇਰ ਉੱਥੇ ਕੀਰਤਨ ਵੀ ਕਰਿਆ ਆ ਤੇ ਸਾਰੀ ਦੁਨੀਆ 'ਚ ਵੀ ਘੁੰਮਿਆ ਆ। ਸੋ ਬਹੁਤ ਬਹੁਤ ਧੰਨਵਾਦ ਮੀਤ ਪ੍ਰਧਾਨ ਸਾਹਿਬ ਜੀ ਦਾ। ਹੁਣ ਬਾਬਾ ਹਰਦੀਪ ਸਿੰਘ ਜੀ ਦਾ ਸਮਾਂ ਹੈ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜਲਦੀ ਜਲਦੀ ਸਟੇਜ ਦੇ ਨੇੜੇ ਆਉਣ, ਤੇ ਬਾਕੀ ਸੰਗਤਾਂ ਨੂੰ ਵੀ ਬੇਨਤੀ ਹੈ ਕਿ ਹੁਣ ਬੁਲਾਰੇ ਸੀਮਤ ਜੇ ਰਹਿ ਗਏ ਨੇ ਤੇ ਆਪਾਂ ਸਮਾਪਤੀ ਵੱਲ ਵਧ ਰਹੇ ਹਾਂ। ਸਟੇਜ ਦੀ ਸਮਾਪਤੀ ਦਾ ਸਮਾਂ ਹੋ ਰਿਹਾ ਹੈ। ਪ੍ਰੈਸ ਵਾਲੇ ਵੀਰ ਵੀ ਗੁਰਮੁਖ ਪਿਆਰਿਓ ਬਾਈਟ ਲੈਣ ਵਾਸਤੇ ਖਲੋਤੇ ਨੇ ਤੇ ਭਾਈ ਗੁਰਜੰਟ ਸਿੰਘ ਕੱਟੂ ਵੀ ਇਸ਼ਾਰੇ ਕਰ ਰਹੇ ਆ ਵੀ ਜਲਦੀ ਜਲਦੀ ਕਰੋ, ਕਿਉਂਕਿ ਉਹਨਾਂ ਵੀ ਪ੍ਰਧਾਨ ਸਾਹਿਬ ਨੂੰ ਰਿਪੋਰਟ ਦੇਣੀ ਹੋਣੀ ਹੈ। ਬੜੇ ਅਣਥੱਕ ਸੇਵਾਦਾਰ ਨੇ। ਆਓ ਬਾਬਾ ਹਰਦੀਪ ਸਿੰਘ ਜੀ ਮਹਾਰਾਜ। ਸਮੁੱਚੀ ਸਾਧ ਸੰਗਤ ਜੀ, ਪੰਡਾਲ ਦੇ ਵਿੱਚ ਬੈਠੀਆਂ ਸੰਗਤਾਂ, ਸਟੇਜ ਤੇ ਸਾਡੇ ਮਹਾਨ ਆਗੂ ਸਾਰੇ ਹੀ ਬੈਠੇ ਨੇ। ਮੈਂ ਫਤਿਹ ਦੀ ਸਾਂਝ ਪਾਉਂਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੋ ਇਹ ਮੋਰਚਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪਾਂ ਦਾ ਲਾਪਤਾ ਹੋਣ ਦਾ ਕਮੇਟੀ ਵੱਲੋਂ ਜਾਂ ਆਸੇ-ਪਾਸੇ ਕਰਨ ਦਾ ਮੋਰਚਾ ਲੱਗਿਆ, ਜਿੰਨਾ ਚਿਰ ਇਸ ਮੋਰਚੇ ਦਾ ਮੋਰਚਾ ਲੇਖਾ ਜੋਖਾ ਨਹੀਂ ਕਰ ਲੈਂਦਾ ਪਾਵਨ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ, ਉਹਨਾਂ ਚਿਰ ਇਹ ਮੋਰਚਾ ਜਾਰੀ ਰਹੂਗਾ। ਨਾਲ ਨਾਲ ਇਹਨਾਂ ਨੂੰ, ਕਮੇਟੀ ਵਾਲਿਆਂ ਨੂੰ, ਲੰਗੋਵਾਲ ਹੋਣਾ ਨੂੰ, ਬਾਦਲ ਹੋਣਾ ਨੂੰ, ਗੋਲਕ ਚੋਰਾਂ ਨੂੰ ਅਸਤੀਫੇ ਦੇ ਕੇ ਪਾਸੇ ਹੋ ਜਾਣਾ ਚਾਹੀਦਾ ਸੀ। ਜਿਹੜੀ ਇਹਨਾਂ ਦੀ ਹੁਣ ਦੁਰਦਸ਼ਾ ਹੋ ਗਈ ਆ ਕੌਮ ਦੇ ਵਿੱਚ, ਪੰਥ ਦੇ ਵਿੱਚ, ਜਿੰਨੀ ਭੈੜੀ ਇਹਨਾਂ ਆਗੂਆਂ ਦੀ ਦੁਰਦਸ਼ਾ ਹੋਈ ਆ, ਮੇਰਾ ਖਿਆਲ ਆ ਬਹੁਤ ਲੰਮੇ ਸਮੇਂ ਤੋਂ ਲੈ ਕੇ ਕਿਸੇ ਆਗੂ ਦੀ ਇੰਨੀ ਬੇਇੱਜ਼ਤੀ ਨਹੀਂ ਹੋਈ, ਇੰਨੀ ਦੁਰਦਸ਼ਾ ਨਹੀਂ ਹੋਈ। ਸੋ ਉਸ ਦੇ ਨਾਲ ਮੈਂ ਇੱਕ ਗੱਲ ਜ਼ਰੂਰ ਨਿੱਕੀ ਜੀ ਕਹੂੰਗਾ, ਬਹੁਤਾ ਸਮਾਂ ਨਹੀਂ ਲੈਣਾ, ਕਿ ਸਾਨੂੰ ਜਿਹੜਾ ਲੰਗੋਵਾਲ ਆ ਉਹਦਾ ਨਾਂ ਅੱਜ ਰਾਮ ਰਹੀਮ ਰੱਖ ਦੇਣਾ ਚਾਹੀਦਾ, ਕਿ ਉਹਨੂੰ ਉਹ ਰਾਮ ਰਹੀਮ ਦੇ ਨਾਂ ਨਾਲ ਜਾਣਿਆ ਜਾਵੇ, ਕਿਉਂਕਿ 15 ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਗੁਰੂ ਗ੍ਰੰਥ ਸਾਹਿਬ ਦੀ ਚੋਰੀ ਹੋਣਾ ਰਾਮ ਰਹੀਮ ਦੇ ਚੇਲਿਆਂ ਦਾ ਜਾਂ ਉਹਦਾ ਕੰਮ ਸੀ, ਤੇ ਜੋ ਅੱਜ ਦਾ ਹੁਣ ਦਾ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਇਹਨਾਂ ਨੇ ਅੱਗੇ ਪਿੱਛੇ ਕਰਨ ਦਾ ਮਸਲਾ ਜਾਂ ਕੋਈ ਹੋਰ, ਇਹ ਉਹਨਾਂ ਨਾਲੋਂ ਵੀ ਜ਼ਿਆਦਾ ਦੋਸ਼ੀ ਨੇ। ਉਹਨਾਂ ਇੱਕ ਸਰੂਪ ਚੋਰੀ ਕੀਤਾ ਸੀ, ਇਹਨਾਂ ਨੇ ਤਾਂ ਅਣਗਿਣਤ ਚੋਰੀ ਕਰਕੇ
ਪਤਾ ਹੀ ਨਹੀਂ ਕਿੱਥੇ ਗਾਇਬ ਕਰ ਦਿੱਤੇ ਨੇ, ਜਿਹਦਾ ਅਜੇ ਤੱਕ ਕੋਈ ਹਿਸਾਬ ਕਿਤਾਬ ਨਹੀਂ ਆ ਰਿਹਾ। ਸੋ ਜਿੰਨਾ ਚਿਰ ਸਰੂਪਾਂ ਦਾ, ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪਾਂ ਦਾ ਹਿਸਾਬ ਕਿਤਾਬ ਨਹੀਂ ਦੇ ਦਿੰਦੇ, ਲੇਖਾ ਜੋਖਾ ਨਹੀਂ ਦੇ ਦਿੰਦੇ, ਨਹੀਂ ਦੱਸ ਦਿੰਦੇ ਕਿ ਉਹ ਅਸੀਂ ਸਰੂਪ ਕਿੱਧਰ ਨੂੰ ਭੇਜੇ ਨੇ, ਕਿੱਥੇ ਭੇਜੇ ਨੇ, ਕਿਹਨੂੰ ਦਿੱਤੇ ਨੇ। ਮੈਨੂੰ ਲੱਗਦਾ ਵੀ ਇਹਨਾਂ ਨੇ ਉਹ ਸਰੂਪ ਜਿਹੜੇ ਨੇ ਨਾਗਪੁਰ ਭੇਜੇ ਨੇ, ਉਹਨਾਂ ਦੇ ਵਿੱਚ ਕੁਝ ਨਾ ਕੁਝ ਅਦਲ ਬਦਲ ਹੋ ਕੇ ਸਾਡੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਉਹ ਪਹੁੰਚਾਉਣਗੇ। ਇਹਨਾਂ ਗੱਲਾਂ ਤੋਂ ਸੁਚੇਤ ਹੋ ਕੇ ਸਾਨੂੰ ਅਗਲਾ ਕਦਮ ਜਿਹੜਾ ਬੜਾ ਸੋਚ ਸਮਝ ਕੇ ਰੱਖਣਾ ਚਾਹੀਦਾ। ਤੇ ਜਿੰਨਾ ਚਿਰ ਇਹਨਾਂ ਕੋਲੋਂ ਸ਼੍ਰੋਮਣੀ ਕਮੇਟੀ ਔਰ ਅਕਾਲ ਤਖਤ ਸਾਹਿਬ ਯਾਦ ਨਹੀਂ ਹੋ ਜਾਂਦੇ, ਉਹਨਾਂ ਚਿਰ ਸਿੱਖ ਕੌਮ ਨੂੰ ਚੁੱਪ ਕਰਕੇ ਨਹੀਂ ਬੈਠਣਾ ਚਾਹੀਦਾ। ਕਿਉਂਕਿ ਅਸੀਂ ਕਹਿੰਦੇ ਆ ਕਿ ਇੱਥੇ ਵੋਟਾਂ ਦੀ ਗੱਲ ਨਹੀਂ ਹੋਣੀ, ਇੱਥੇ ਦੂਜੀ ਗੱਲ ਨਹੀਂ ਹੋਣੀ। ਸਾਨੂੰ ਇਹਨਾਂ ਸਟੇਜਾਂ ਤੋਂ ਸਾਰੀਆਂ ਗੱਲਾਂ ਕਰਨੀਆਂ ਪੈਣਗੀਆਂ, ਕਿਉਂਕਿ ਜੇ ਉਹਨਾਂ ਨੂੰ ਪਾਸੇ ਕਰਨਾ ਤੇ ਵੋਟਾਂ ਦੀ ਵੀ ਲੋੜ ਪਊਗੀ। ਜੇ ਉਹਨਾਂ ਤੋਂ ਪੰਜਾਬ ਨੂੰ ਯਾਦ ਕਰਾਉਣਾ, ਸ਼੍ਰੋਮਣੀ ਕਮੇਟੀ ਯਾਦ ਕਰਾਉਣੀ ਆ, ਤੇ ਸਾਨੂੰ ਸਿਆਸਤ ਵੀ ਕਰਨੀ ਪਊਗੀ। ਸੋ ਮੈਂ ਤਾਂ ਇੰਨੀਆਂ ਬੇਨਤੀਆਂ ਹੀ ਕਰੂੰਗਾ ਕਿ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲ ਜਾਂਦਾ, ਲੇਖਾ ਜੋਖਾ ਨਹੀਂ ਹੋ ਜਾਂਦਾ, ਉਹਨਾਂ ਚਿਰ ਸਿੱਖ ਕੌਮ ਜਿਹੜੀ ਆ ਚੁੱਪ ਕਰਕੇ ਨਹੀਂ ਬੈਠੂਗੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਹਰਦੀਪ ਸਿੰਘ ਜੀ ਮਹਾਰਾਜ ਦਲ ਖਾਲਸਾ। ਜਿਹੜੇ ਹਿਸਾਬ ਨਾਲ ਬੁਲਾਰਿਆਂ ਦੀ ਲਿਸਟ ਆ ਰਹੀ ਹੈ, ਜਿਹੜੇ ਆਬਜ਼ਰਵਰ ਨੇ ਮੋਰਚੇ ਦੀ ਅਗਵਾਈ ਕਰ ਰਹੇ ਹੈ, ਮੈਨੂੰ ਐਂ ਲੱਗਦਾ ਕਿਤੇ ਬਰਗਾੜੀ ਵਾਂਗੂ ਦਿਨ ਰਾਤ ਦਾ ਹੀ ਨਾ ਕੰਮ ਚਲਾਉਣਾ ਪੈ ਜੇ। ਫਿਰ ਬਾਬਾ ਗੁਰਦੇਵ ਸਿੰਘ ਵਰਗਿਆਂ ਦੇ ਬਲਬਲੇ ਰਾਤ ਦੇ ਦੀਵਾਨਾਂ 'ਚ ਹੀ ਨਾ ਕਿਤੇ ਆਪਾਂ ਨੂੰ ਸੁਣਨੇ ਪਿਆ ਕਰਨ। ਇਹ ਸਾਰੀ ਪਿਆਰ ਤੇ ਜੋਸ਼ ਦੀ ਗੱਲ ਆ। ਹੁਣ ਮੈਂ ਬੇਨਤੀ, ਸਮਾਂ ਸੀਗਾ ਬਾਬਾ ਪ੍ਰੀਤਮ ਸਿੰਘ ਜੀ ਦਾ, ਪਰ ਉਹਨਾਂ ਤੋਂ ਪਹਿਲਾਂ ਬਾਬਾ ਸੁਖਦੇਵ ਸਿੰਘ ਜੀ ਪਟਿਆਲੇ ਵਾਲੇ 1 ਮਿੰਟ ਵਾਸਤੇ ਹੀ ਫਤਿਹ ਸਾਂਝੀ ਕਰਨੀ ਹੈ ਉਹਨਾਂ ਨੇ। ਉਸ ਤੋਂ ਬਾਅਦ ਬਾਬਾ ਪ੍ਰੀਤਮ ਸਿੰਘ ਜੀ ਆਪ ਜੀ ਦੇ ਦਰਸ਼ਨ ਕਰਨੇ। ਬਾਬਾ ਪ੍ਰੀਤਮ ਸਿੰਘ ਜੀ ਕਹਿੰਦੇ ਸਾਡੇ ਵੰਡੇ ਦਾ ਬਾਬਾ ਸੁਖਦੇਵ ਸਿੰਘ ਜੀ ਬੋਲ ਲੈਣਗੇ। ਆਓ ਆਪਾਂ ਮਹਾਂਪੁਰਖਾਂ ਦੇ ਬਚਨ ਸੁਣੀਏ। ਪਰਮ ਸਨਮਾਨਯੋਗ ਸਟੇਜ ਤੇ ਬਿਰਾਜਮਾਨ ਸਾਡੇ ਪੰਥ ਦੇ ਵਿਦਵਾਨ ਆਗੂ ਜਨ ਅਤੇ ਸੰਗਤ ਰੂਪ ਵਿੱਚ ਬੈਠੇ ਹੋਏ ਸਾਰੀ ਸਾਧ ਸੰਗਤ ਜੀ, ਮੇਰੇ ਛੋਟੇ ਵੱਡੇ ਆਪਾਂ ਭਾਈ ਆਪਸ ਵਿੱਚ ਇਕੱਠੇ ਹੋ ਕੇ ਬੈਠੇ ਆ। ਮੈਂ ਕੇਵਲ 2 ਬੇਨਤੀਆਂ ਕਰਨੀਆਂ ਨੇ। ਜਦੋਂ ਪਹਿਲਾਂ ਬਰਗਾੜੀ ਤੋਂ ਬੇਅਦਬੀਆਂ ਦਾ ਸਿਲਸਿਲਾ ਚੱਲਿਆ ਨਾ, ਤੇ ਉਦੋਂ ਬਾਅਦ ਅੰਦਰ ਗੱਲਾਂ, ਅੰਦਰ ਇੱਕ ਚਰਚਾ ਜੀ ਛਿੜ ਗਈ ਵੀ ਇਹ ਇਦਾਂ ਕਿਉਂ ਹੋ ਰਿਹਾ। ਫਿਰ ਜਿਵੇਂ ਜਿਵੇਂ ਬੇਅਦਬੀਆਂ ਵਧੀਆਂ, ਉੱਥੇ ਬੇਅਦਬੀ ਹੋ ਗਈ, ਇੱਥੇ ਹੋ ਗਈ, ਇਦਾਂ ਇਹ ਸਵਾਲ ਬੜਾ ਕਰੜਾ ਜਿਹਾ ਹੁੰਦਾ ਗਿਆ ਵੀ ਇਹ ਕਿਉਂ ਹੈ, ਕਿਹੜੀ ਗੱਲੋਂ ਹੁੰਦੀਆਂ। ਪਰ ਜਿਹੜੇ ਸਟੇਜ ਤੇ ਬੈਠੇ ਆ ਸਾਡੇ ਵਿਦਵਾਨ, ਉਹਨਾਂ ਨੂੰ ਤਾਂ ਬੜਾ ਬਰੀਕੀ 'ਚ ਪਤਾ, ਇਹਨਾਂ ਮੈਨੂੰ ਅਜੇ ਨਹੀਂ ਨਾ ਪਤਾ ਹੋਣਾ। ਸੰਗਤ ਦੀ ਨੂੰ ਮੈਂ ਬੇਨਤੀ ਕਰਦਾ ਹੋਇਆ ਬੇਨਤੀ ਕਰਾਂ ਕਿ ਇਹ ਜਿਹੜਾ ਸਾਰਾ ਸਿਲਸਿਲਾ ਨਾ, ਭਾਵੇਂ ਕਿਸਾਨਾਂ ਦਾ, ਭਾਵੇਂ ਬੇਅਦਬੀਆਂ ਦਾ, ਭਾਵੇਂ ਕਿਸੇ ਵੀ ਹੋਰ ਤਰ੍ਹਾਂ ਦੇ ਸਾਡੇ ਮਸਲੇ ਨੇ ਕੌਮ ਦੇ, ਇਹਨਾਂ ਮਸਲਿਆਂ ਦੀ ਜਿਹੜੀ ਜੜ ਹੈ ਨਾ, ਉਹ ਇਹ ਹੈ ਵੀ ਜਿਹੜਾ ਦਿੱਲੀ ਸਰਕਾਰ ਹੈ ਉਹ ਦੁਬਾਰਾ ਫੇਰ ਮਨੂ ਸਿਮਰਤੀਆਂ ਲਾਗੂ ਕਰਨ ਵਾਸਤੇ ਵਿਉਂਤਾਂ ਬਣਾਉਂਦੀ ਪਈ, ਔਰ ਉਹ ਸਿਰੇ ਲੱਗੇ ਪਏ ਆ। ਅਸੀਂ ਬੜੇ ਭੋਲੇ ਹਾਂ, ਅਸੀਂ ਅੱਜ ਤੱਕ ਸਮਝੇ ਨਹੀਂ। ਉਹ ਮਨੂ ਸਿਮਰਤੀਆਂ ਨੂੰ ਲਾਗੂ ਕਰਨ ਵਿੱਚ ਸਭ ਤੋਂ ਵੱਡਾ ਅੜਿੱਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ, ਸਭ ਤੋਂ ਵੱਡਾ ਅੜਿੱਕਾ ਨੇ। ਆਹ ਕਾਰਨ ਹੈ ਗੁਰਮੁਖੋ, ਤੁਹਾਡੇ ਗੁਰੂ ਨੂੰ ਪੈਰਾਂ 'ਚ ਰੋਲਣ ਦਾ, ਤੁਹਾਡੇ ਗੁਰੂ ਨੂੰ ਗਲੀਆਂ 'ਚ ਰੋਲਣ ਦਾ। ਇਹਦੇ ਨਾਲੋਂ ਸ਼ਰਧਾ ਤੋੜ ਦਿਓ, ਇਹਦਾ ਮਾਣ ਸਨਮਾਨ ਖਤਮ ਕਰ ਦਿਓ। ਜੇ ਇਹਦਾ ਮਾਣ ਸਨਮਾਨ ਖਤਮ ਹੋ ਗਿਆ ਤੇ ਸਿੱਖ ਤਾਂ ਪਹਿਲਾਂ ਹੀ ਰੁਲ ਜਾਂਦਾ, ਕਿਉਂਕਿ ਸਿੱਖ ਦੀ ਜ਼ਿੰਦਗੀ ਗੁਰੂ ਤੋਂ ਪਰਾਂ ਉਜਾੜ ਹੀ ਉਜਾੜ ਹੈ। ਤੇ ਮੈਂ ਬੜੇ ਸਤਿਕਾਰਯੋਗ ਮੇਰੇ, ਚਲੋ ਖੈਰ ਉਮਰ 'ਚ ਮੈਂ 2-4 ਸਾਲ ਵੱਡਾ ਹੋਵਾਂਗਾ, ਪਰ ਪੰਥਕ ਕਾਰਜਾਂ ਦੇ ਮੁਤਾਬਕ ਮੇਰੇ ਨਾਲੋਂ ਬਹੁਤ ਵੱਡੇ ਨੇ ਸਿੰਘ ਸਾਹਿਬ
ਤੇ ਸਾਨੂੰ ਸਾਰਿਆਂ ਨੂੰ ਆਸ ਹੈ ਵੀ ਸਾਡੀ ਇਦਾਂ ਕੌਮ ਦੇ ਕੋਈ ਆਗੂ, ਕੋਈ ਚੰਗੇ ਇਖਲਾਕ ਵਾਲੇ, ਚੰਗੀ ਸੋਚ ਵਾਲੇ, ਨਿਰਪੱਖ ਸੋਚ ਵਾਲੇ ਅੱਗੇ ਲੱਗ ਜਾਣ ਤੇ ਫਿਰ ਸਾਰਿਆਂ ਨੂੰ ਨਾਲ ਲੈ ਕੇ ਚੱਲਣ। ਮੇਰੇ ਤਾਂ ਕਦੇ ਕਦੇ ਮਨ ਜੀ ਵਲਵਲਾ ਉੱਠਦਾ ਵੀ ਕਦੇ ਬਹਿ ਕੇ ਨਾ ਮਹਾਂਪੁਰਸ਼ਾਂ ਦੇ ਕੋਲ ਤੇ ਨਿੱਜੀ ਤੌਰ ਤੇ ਬੇਨਤੀ ਕਰੀਏ ਵੀ ਕੋਈ ਰਾਹ ਕੱਢੀਏ ਵੀ ਆਪਾਂ ਇਕੱਠੇ ਕਿਵੇਂ ਹੋਈਏ। ਦਾਸ ਨਾਨਕਸਰ ਤੋਂ ਹੈ, ਐਸਾ ਨਹੀਂ ਹੈ ਕਿ ਸਾਨੂੰ ਦਰਦ ਨਹੀਂ ਹੈ, ਦਰਦ ਨਾਲ ਅਸੀਂ ਵੀ ਭਰੇ ਪਏ ਹਾਂ ਔਰ ਕੱਲਾ ਕੱਲਾ ਸਿੱਖ ਇਸ ਦਰਦ ਨਾਲ ਭਰਿਆ ਪਿਆ। ਪਰ ਅੱਜ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਕਿਸੇ ਮਹਾਨ ਸ਼ਖਸੀਅਤ ਦਾ ਕੰਮ ਹੈ ਤੇ ਮੈਂ ਬੜੀ ਆਸ ਰੱਖਦਾ ਸਿੰਘ ਸਾਹਿਬ ਜੀ ਤੇ ਵੀ ਕੋਈ ਨਾ ਕੋਈ ਰਾਹ। ਸਾਡੇ ਬੜੇ ਵਿਦਵਾਨ ਵੀ ਨੇ, ਬੜੇ ਧੜੱਲੇਦਾਰ ਆਗੂ ਨੇ, ਇਸ ਤਰ੍ਹਾਂ ਜਸਕਰਨ ਸਿੰਘ ਜੀ ਕਾਹਨੇਵਾਲ, ਇਹਨਾਂ ਤੋਂ ਮੈਂ ਬੜੀ ਆਸ ਰੱਖਦਾ। ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰਾ ਤੋਂ ਦਾਸ ਨਾਲ ਹੀ ਉਹਨਾਂ ਦੇ ਆਏ ਆ। ਮੈਂ ਬੜੀ ਆਸ ਰੱਖਦਾ ਇਹੋ ਜਿਹੀਆਂ ਸ਼ਖਸੀਅਤਾਂ ਤੋਂ ਕਿ ਉਹ ਕੋਈ ਨਾ ਕੋਈ ਰੱਬ ਦਾ ਵਾਸਤਾ ਕੋਈ ਰਾਹ ਨਿਕਲੇ ਤੇ ਅੱਗੇ ਆ ਜਿਹੜਾ ਹਾਲਾਤ ਨਜ਼ਰ ਆਉਂਦੇ ਪਏ ਨਾ ਮਨੂ ਸਿਮਰਤੀਆਂ ਦੇ ਗੁਰੂ ਪਿਆਰਿਓ, ਇਹ ਸ਼ੂਦਰ ਵੈਸ਼ ਵਾਲਾ ਕੰਮ ਚੱਲ ਗਿਆ ਤੇ ਸਾਡਾ ਸਾਰਿਆਂ ਦਾ ਸਤਿਆਨਾਸ਼। ਸੋ ਇਸ ਵਾਸਤੇ ਮੇਰੀਆਂ ਦੋ ਬੇਨਤੀਆਂ, ਹੋ ਸਕੇ ਤੇ ਸੰਗਤਾਂ ਪ੍ਰਵਾਨ ਕਰਿਓ ਜੀ। ਹੋਈਆਂ ਭੁੱਲਾਂ ਦੀ ਖਿਮਾ ਸਾਰੇ ਸਤਿਕਾਰਯੋਗ ਜੀ ਆਇਆਂ ਨੂੰ ਸਭ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਬਾਬਾ ਸੁਖਦੇਵ ਸਿੰਘ ਜੀ ਮਹਾਂਪੁਰਖਾਂ ਦਾ। ਹੁਣ ਸਮਾਂ ਹੈ ਭਾਈ ਗੁਰਸੇਵ ਸਿੰਘ ਜੀ ਹਰਪਾਲਪੁਰ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ। ਮੈਨੂੰ ਇੱਕ ਗੱਲ ਯਾਦ ਆ ਗਈ, ਹਰੇਕ ਚੀਜ਼ ਦੀ ਨਿਸ਼ਾਨੀ ਹੁੰਦੀ ਹੈ। ਮੋਰਚੇ ਦੀ ਨਿਸ਼ਾਨੀ ਹੈ ਵੀ ਟੈਂਟ ਲੱਗਾ ਹੋਇਆ, ਲੰਗਰ ਚੱਲ ਰਿਹਾ, ਸਟੇਜ ਚੱਲ ਰਹੀ ਹੈ। ਇਸੇ ਤਰ੍ਹਾਂ ਸੂਰਮੇ ਦੀ ਨਿਸ਼ਾਨੀ ਹੁੰਦੀ ਹੈ ਵੀ ਉਹ ਮੈਦਾਨ ਨਹੀਂ ਛੱਡਦਾ। ਤੇ ਮੇਰੀ ਬੇਨਤੀ ਹੈ ਸਾਰੀ ਸੰਗਤ ਦੇ ਚਰਨਾਂ ਵਿੱਚ, ਇਹਦਾ ਮਤਲਬ ਇਹ ਨਹੀਂ ਵੀ ਜਿਨ੍ਹਾਂ ਨੂੰ ਟਾਈਮ ਦੇਤਾ ਬੋਲ ਲੇ, ਆਪਣੀ ਕਾਰ ਲੈਣ ਤੇ ਤੁਰਦੇ ਬਣ। ਸਾਰੀ ਸਮਾਪਤੀ ਬਾਅਦ ਸਤਿਕਾਰਯੋਗ ਬੁਲਾਰੇ 2-4 ਰਹਿ ਗਏ ਨੇ, ਉਸ ਤੋਂ ਅਖੀਰ ਦੇ ਵਿੱਚ ਸਿੰਘ ਸਾਹਿਬ ਜੀ ਨੇ ਆਪ ਜੀ ਦੇ ਮੁਖਾਤਬ ਹੋਣਾ ਤੇ ਉਹ ਸ਼ੇਰ ਵਾਲੀ ਗੱਲ ਮੇਰੇ ਫੇਰ ਯਾਦ ਆ ਗਈ। ਸ਼ੇਰ ਇੱਕ ਗਿੱਦੜ ਮਗਰ ਪੈ ਗਿਆ ਸੀ, ਕਿੱਥੇ ਭਲਾ? ਘੁੱਕਿਆਂ ਵਾਲੀ। ਇੱਕ ਗਿੱਦੜ ਆਪਣੀਆਂ ਗਿੱਦੜਾਂ 'ਚ ਬੈਠਾ ਸੀ। ਇਹੀ ਸ਼ੇਰ ਬਲਜੀਤ ਸਿੰਘ ਦਾਦੂਵਾਲ ਉਹਦੇ ਮਗਰ ਪੈ ਗਿਆ, ਉਦੋਂ ਦਾ ਭਜਾਇਆ ਤੇ ਹੁਣ ਸਨਾਰੀਆ 'ਚ ਬੈਠਾ। ਆਓ ਆਪਾਂ ਸਾਰੇ ਇੱਕ ਸ਼ੇਰ ਨਾਲ ਆਪਣਾ ਕੁਝ ਨਹੀਂ ਬਣਨਾ, ਸਾਰੇ ਹੀ ਸ਼ੇਰ ਬਣੀਏ। ਭਾਈ ਗੁਰਸੇਵ ਸਿੰਘ ਜੀ ਹਰਪਾਲਪੁਰ। ਗੁਰੂ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਘਟਨਾਵਾਂ ਵਾਪਰੀਆਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਗਾਇਬ ਹੋਏ, ਉਹਨਾਂ ਤੋਂ ਅਸਤੀਫਾ ਲੈਣ ਆਏ ਆ। ਔਰ ਜਿਹਦੀ ਅਗਵਾਈ ਅੱਜ ਦੇ ਕਾਫਲੇ ਦੀ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ, ਪ੍ਰਧਾਨ ਗੁਰਦੁਆਰਾ ਮੈਨੇਜਮੈਂਟ ਕਮੇਟੀ ਹਰਿਆਣਾ, ਉਹ ਕਰ ਰਹੇ ਹੈ। ਔਰ ਵਿਚਾਰਨ ਵਾਲੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ, ਜਿਹਨੂੰ ਸਾਰਾ ਆਵਾਮ, ਸਿੱਖ ਆਵਾਮ, ਸੰਸਾਰ ਗੁਰੂ ਮੰਨਦਾ, ਇਸ਼ਟ ਮੰਨਦਾ ਹੈ, ਔਰ ਗੋਬਿੰਦ ਸਿੰਘ ਲੌਂਗੋਵਾਲ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਆਪਣੇ ਗੁਰੂ ਮੰਨਦੇ ਹੈ। ਚਾਹੀਦਾ ਤਾਂ ਇਹ ਸੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਦੀ ਬੇਅਦਬੀ ਕਿਤੇ ਹੋਈ, ਗਾਇਬ ਹੋਏ ਜਾਂ ਸ਼ਾਰਟ ਸਰਕਟ ਦੇ ਨਾਲ ਸੰਸਕਾਰੇ ਗਏ, ਉਦੋਂ ਹੀ ਇਸ ਘਟਨਾ ਦੇ ਪਛਤਾਤਾਪ ਕਰਦੇ ਔਰ ਸਿੱਖ ਆਵਾਮ ਨੂੰ, ਸਿੱਖ ਸੰਗਤ ਨੂੰ, ਸਿੱਖ ਜਗਤ ਨੂੰ ਆਪਣੀ ਹੋਈ ਖਨਾਮੀ, ਹੋਈ ਗਲਤੀ ਬਾਰੇ ਜੱਗ ਜ਼ਾਹਰ ਕਰਦੇ। ਪਰ ਉਦੋਂ ਪਰਦਾ ਪਾਇਆ ਗਿਆ।
ਮਿੱਟੀ ਪਾ ਕੇ ਨੱਪਣ ਦੀ ਕੋਸ਼ਿਸ਼ ਕੀਤੀ ਗਈ। ਪਹਿਲੀ ਗਲਤੀ ਤਾਂ ਇਹ, ਅੱਜ ਆਪਾਂ ਅਸਤੀਫੇ ਦੀ ਗੱਲ ਕਰਦੇ ਹਾਂ, ਮੰਗ ਕਰਨ ਲਈ ਆਏ ਹਾਂ, ਪਰ ਅੱਜ ਤੁਹਾਡੇ ਕਿਹਾ, ਸਾਡੇ ਕਿਹਾ, ਸੰਗਤ ਦੇ ਕਿਹਾ ਅਸਤੀਫਾ ਦਾ ਲੌਂਗੋਵਾਲ ਤਾਂ ਦੇਵੇ ਜੇ ਉਹਨੂੰ ਅਕਲ ਹੋਵੇ, ਉਹਦੇ ਪੱਲੇ ਗੈਰਤ ਹੋਵੇ, ਉਹਦੇ ਪੱਲੇ ਅਣਖ ਹੋਵੇ, ਉਹਦੇ ਪੱਲੇ ਕੋਈ ਨੈਤਿਕਤਾ ਹੋਵੇ। ਇਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੀਫ ਸੈਕਟਰੀ ਸੀ ਰੂਪ ਸਿੰਘ, ਉਹ ਆਪਣੀ ਨੈਤਿਕਤਾ ਦੇ ਆਧਾਰ ਤੇ ਜਦੋਂ ਇਨਕੁਆਰੀ ਹੋਈ ਔਰ ਇਨਕੁਆਰੀ ਦੇ ਵਿੱਚ 267 ਸਰੂਪਾਂ ਤੋਂ 328 ਸਰੂਪ ਗਾਇਬ ਹੋਣ ਦੀ ਘਟਨਾ ਸਾਹਮਣੇ ਆ ਗਈ, ਉਹ ਰਿਜ਼ਾਈਨ ਕਰਕੇ ਮੁਕਤ ਹੋ ਗਿਆ, ਆਪਣੀ ਸੇਵਾ ਮੁਕਤ ਹੋ ਕੇ ਪਾਸੇ ਹੋ ਗਿਆ। ਤਾਂ ਇਹ ਗਏ ਗੁਜਰੇ ਬੇਅਣਕੇ, ਬੇਗੈਰਤੇ, ਬੇਅਕਲੇ ਗੋਬਿੰਦ ਸਿੰਘ ਲੌਂਗੋਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਆਦੇਸ਼ ਤੇ ਐਸੇ ਧਰਤੀ ਤੇ, ਐਸੇ ਜਗ੍ਹਾ ਤੇ ਜਿੱਥੇ ਆਪਾਂ ਅੱਜ ਬੈਠੇ ਆ, ਗੁਰਦੁਆਰਾ ਮਸਤੂਆਣਾ ਸਾਹਿਬ ਤੋਂ 5 ਪਿਆਰਿਆਂ ਦੀ ਅਗਵਾਈ 'ਚ ਸੰਗਤੀ ਰੂਪ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਜਥਾ ਆਇਆ, ਇਸ ਧਰਤੀ ਤੇ ਸਜਿਆ ਔਰ ਲੌਂਗੋਵਾਲ ਨੂੰ ਸੁਨੇਹਾ ਲੱਗਿਆ ਕਿ 5 ਪਿਆਰਿਆਂ ਦੇ ਰੂਪ ਦੇ ਅਗਵਾਈ ਦੇ ਵਿੱਚ ਸੰਗਤੀ ਰੂਪ 'ਚ ਬੜੀ ਵੱਡੀ ਪੱਧਰ ਤੇ ਸੰਗਤ ਪਹੁੰਚੀ ਹੈ ਲੌਂਗੋਵਾਲ ਦੀ ਧਰਤੀ ਤੇ। ਤੁਹਾਨੂੰ ਸਵਾਲ ਕਰਨ ਦੇ ਲਈ ਕਿ ਤੁਸੀਂ ਕਹਿੰਦੇ ਹੋ 328 ਸਰੂਪ ਗਾਇਬ ਹੋ ਗਏ, ਤੇ ਉਹ ਗਾਇਬ ਹੋ ਕੇ ਗਏ ਕਿੱਥੇ ਐ? ਪਹਿਲਾਂ ਕਹਿੰਦੇ ਸੀ ਪਤਾ ਹੀ ਨਹੀਂ ਲੱਗ ਰਿਹਾ, ਪਰ ਮਗਰੋਂ ਜਾਂਚ ਦੇ ਵਿੱਚ ਕਹਿੰਦੇ ਵੀ ਜਿਹੜੀ ਇਹ ਰਿਕਾਰਡ ਦੇ ਵਿੱਚ ਕਿਤੇ ਗਲਤੀ ਹੋ ਗਈ, ਗਲਤੀ ਨਾਲ ਨਹੀਂ ਚੜਾਏ ਜਾ ਸਕੇ। ਇਹ ਗੱਲ ਮੰਨੀ ਜਾ ਸਕਦੀ ਹੈ, ਗਲਤੀ ਨਾਲ ਨਹੀਂ ਚੜਾਏ ਜਾ ਸਕੇ, ਪਰ ਉਹ 328 ਸਰੂਪ ਅੱਜ ਕਿੱਥੇ ਨੇ? ਪੰਥ ਸਵਾਲ ਕਰਦਾ, ਜਵਾਬ ਮੰਗਦਾ, ਉਹ ਸਰੂਪ ਕਿੱਥੇ ਨੇ? ਕਿਸ ਥਾਂ ਤੇ ਨੇ? ਕਿਸ ਕੋਲ ਨੇ? ਕਿਸ ਹਾਲਾਤ ਵਿੱਚ ਨੇ? ਕਿ ਉਹ ਤੇ ਪ੍ਰਕਾਸ਼ ਨੇ ਜਾਂ ਨਹੀਂ? ਸਾਧ ਸੰਗਤ ਜੀ, ਇੱਥੇ ਆਏ ਹੋਏ ਉਹ ਸੰਗਤੀ ਰੂਪ 5 ਪਿਆਰਿਆਂ ਦੀ ਅਗਵਾਈ ਚ ਇਕੱਠ ਨੂੰ ਚਾਹੀਦਾ ਸੀ ਲੌਂਗੋਵਾਲ ਚੱਲ ਕੇ ਆਉਂਦਾ, ਇੱਥੇ ਆਉਂਦਾ, ਪਰ ਸੰਗਤੀ ਰੂਪ ਦੇ ਵਿੱਚ ਉਹ ਇਕੱਠ 5 ਪਿਆਰਿਆਂ ਦੇ ਰੂਪ ਦੇ ਵਿੱਚ ਅਗਵਾਈ ਦੇ ਵਿੱਚ ਗਿਆ, ਉਹਦੇ ਕੋਠੀ ਦੇ ਅੱਗੇ। ਗੋਬਿੰਦ ਸਿੰਘ ਲੌਂਗੋਵਾਲ ਨੇ 5 ਪਿਆਰਿਆਂ ਦਾ ਸਤਿਕਾਰ ਨਹੀਂ ਕੀਤਾ, ਸੰਗਤ ਦਾ ਸਤਿਕਾਰ ਨਹੀਂ ਕੀਤਾ, ਕਿਸੇ ਜਿਹੜੀ ਹੈ ਕੋਈ ਰਵਾਇਤਾਂ ਜਾਂ ਕੋਈ ਨੈਤਿਕਤਾ ਦਾ ਕੋਈ ਮੰਚ ਪ੍ਰਭਾਵ ਨਹੀਂ ਲਿਆ, ਔਰ 5 ਪਿਆਰਿਆਂ ਨੂੰ ਵੀ ਗੇਟ ਦੇ ਉੱਤੇ ਪੁਲਿਸ ਦੀਆਂ ਧਾੜਾਂ ਲਾ ਕੇ ਘੰਟਿਆਂ ਮੋਦੀ ਰੋਕ ਕੇ ਰੱਖਿਆ। ਔਰ ਜੇਕਰ ਪ੍ਰਵਾਨਗੀ ਦਿੱਤੀ ਤਾਂ 5 ਪਿਆਰੇ ਅੰਦਰ ਨਹੀਂ ਜਾ ਸਕੇ, ਬਾਕੀ ਆਗੂਆਂ ਨੂੰ ਗੱਲਬਾਤ ਲਈ ਸੱਦ ਲਿਆ ਤੇ 5 ਪਿਆਰਿਆਂ ਤੋਂ ਸੰਗਤੋਂ ਡਰਦਾ ਰਿਹਾ। ਗੋਬਿੰਦ ਸਿੰਘ ਲੌਂਗੋਵਾਲ ਨੂੰ ਤੇ ਭਾਈ ਵੀ ਬੋਲਿਆ ਗਿਆ, ਹੋਰ ਵੀ ਬੋਲਦੇ ਆ ਭਾਈ ਗੋਬਿੰਦ ਸਿੰਘ ਲੌਂਗੋਵਾਲ। ਸਮਾਂ ਸੀਮਤ ਹੋ ਗਿਆ ਕਿਉਂਕਿ ਪਹਿਲਾਂ ਕਾਫੀ ਸਮਾਂ ਲੱਗ ਚੁੱਕਿਆ, ਸੋ ਬਾਬਾ ਚਾਂਦਪੁਰਾ ਜੀ ਨੇ ਹੁਕਮ ਵੀ ਕਰਤਾ ਕਿ ਪਰ ਗੁਰਬੰਦ ਸਿੰਘ ਲੌਂਗੋਵਾਲ ਨੂੰ ਤੁਰੰਤ ਚਾਹੀਦਾ ਸੀ ਰਿਜ਼ਾਈਨ ਕਰਦਾ। ਆਪਾਂ ਨੂੰ ਕਿੰਨੇ ਦਿਨ ਹੋ ਗਏ? 14 ਸਤੰਬਰ ਨੂੰ ਅਸੀਂ ਇਸ ਧਰਤੀ ਤੇ ਆਏ, ਮੇਰਾ ਖਿਆਲ ਹੈ 22 ਸਤੰਬਰ ਤੋਂ ਆਹ ਮੋਰਚਾ ਲਗਾਤਾਰ ਜਾਰੀ ਹੈ, ਸੰਗਤ ਪੰਜਾਬ ਦੇ ਕੋਨੇ-ਕੋਨੇ ਤੋਂ ਆ ਰਹੀ ਹੈ, ਰਿਜ਼ਾਈਨ ਕਰ। ਪਰ ਏਡਾ ਢੀਠ ਔਰ ਇਹਦੇ ਭਾਵ ਜਿਨ੍ਹਾਂ ਦੇ ਇਸ਼ਾਰੇ ਤੇ ਚੱਲਦਾ, ਇਹ ਤੋਂ ਵੀ ਸਿਖਰ ਹੋਇਆ ਪਿਆ, ਇਹ ਤੋਂ ਵੀ ਸਿਖਰ ਹੋਇਆ ਪਿਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ, ਪਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਦੀ ਗੱਲ ਕਰਨ ਦੀ ਗੱਲ ਉਹਨਾਂ ਦੇ ਖਾਬੋ ਖਿਆਲ ਦੇ ਵਿੱਚ ਵੀ ਨਹੀਂ। ਪਹਿਲਾਂ ਜਥੇਦਾਰ ਸਾਹਿਬਾਨ ਸਿੰਘ ਸਾਹਿਬਾਨ ਨੂੰ ਘਰੇ ਬੁਲਾ ਕੇ ਸੌਦਾ ਸਾਧ ਨੂੰ ਮੁਆਫ ਕਰਾਉਂਦੇ ਆ, ਜਦੋਂ ਤੁਹਾਡੀਆਂ ਜੁੱਤੀਆਂ ਕੱਢੀਆਂ ਹੋਈਆਂ ਵੇਖੀਆਂ ਤਾਂ ਤੁਰੰਤ ਯੂ ਟਰਨ ਲੈ ਕੇ ਕਹਿੰਦੇ ਕੋਈ ਮੁਆਫੀ ਨਹੀਂ। ਤਖਤ ਸਾਹਿਬਾਨਾਂ ਤੋਂ ਵੀ ਯੂ ਟਰਨ ਲਵਾਤਾ। ਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਕਹਿੰਦੇ ਅਧਿਕਾਰੀਆਂ ਜਿਨ੍ਹਾਂ ਦਾ ਦੋਸ਼ ਹੋਇਆ, ਜਿਨ੍ਹਾਂ ਦੇ ਜੇ ਦੋਸ਼ੀ ਹੋਏ, ਜਿਨ੍ਹਾਂ ਦਾ ਕਸੂਰ ਹੋਇਆ, ਪਰਚਾ ਦਰਜ ਕਰਾਵਾਂਗੇ, ਉੱਥੇ ਵੀ ਯੂ ਟਰਨ ਕਹਿੰਦੇ ਹੁਣ ਕੋਈ ਪਰਚਾ ਨਹੀਂ। ਆ ਹੁਣ ਨਵਾਂ ਕੱਲ ਦੀ ਗੱਲ ਆ, ਸਾਰਾ ਪੰਜਾਬ ਸੰਗਤ ਸੜਕਾਂ ਤੇ ਆਇਆ ਤੇ ਫਿਰ ਉੱਥੇ ਕਹਿੰਦੇ ਰਿਜ਼ਾਈਨ ਕਰਾਤਾ, ਕਿਉਂਕਿ ਬਿੱਲਾਂ ਦੇ ਖਿਲਾਫ ਜਿਹੜੇ 3 ਬਿੱਲ ਕਾਨੂੰਨ ਪਾਸ ਹੋਏ ਹੈ। ਪਰ ਫਿਰ ਯੂ ਟਰਨ ਕਹਿੰਦੇ ਤਲਾਕ ਭਾਵੇਂ ਹੋ ਗਿਆ ਪਰ ਵਸੂਗੀ ਘਰ ਤੇਰੇ। ਹਾਲਾਤ ਇਹ ਬਣ ਗਏ ਕਿ ਰਿਜ਼ਾਈਨ ਭਾਵੇਂ ਕਰਤਾ ਪਰ ਕਹਿੰਦੇ ਸਾਂਝ ਲਗਾਤਾਰ ਜਾਰੀ ਰਹੂਗੀ।
ਕਿੱਡੀ ਠੱਗੀ ਹੈ, ਕਿੱਡਾ ਧੋਖਾ ਹੈ। ਸਾਰਾ ਪੰਥ ਵੀ ਕਹਿ ਲਈਏ, ਆਮ ਆਵਾਮ ਸੜਕਾਂ ਦੇ ਭਾਰਤੀ ਕਿਸਾਨ ਨੂੰ ਨਾਲ ਬੈਠਾ ਸੀ, ਪਰ ਬੱਖੜੀ ਡੱਫਲੀ ਵਜਾ ਰਹੇ ਹੈ। ਚੱਕਾ ਜਾਮ ਕਰਾਂਗੇ ਤੇ ਤੁਰੇ ਫਿਰਦੇ ਟਰੈਕਟਰਾਂ ਦੇ ਉੱਤੇ ਹੈ, ਦੋਹੇ ਮਾਲਕ ਤੀਮੀ, ਸੁਖਵੀਰ ਵੀ ਤੇ ਉਹਦੀ ਪਤਨੀ ਵੀ। ਚੱਕਾ ਜਾਮ ਦਾ ਅਰਥ ਕੀ ਹੁੰਦਾ ਹੈ ਜੀ? ਚੱਕਾ ਜਾਮ ਹੁੰਦਾ ਕੋਈ ਵੀ ਟਾਇਰ ਘੁੰਮ ਨਾ ਸਕੇ, ਚੱਕਾ ਘੁੰਮ ਨਾ ਸਕੇ, ਤੇ ਆਪ ਟਰੈਕਟਰਾਂ ਦਾ ਕਾਫਲਾ ਲਈ ਤੁਰੇ ਫਿਰਦੇ ਆ। ਸੋ ਵਿਚਾਰਾਂ ਕਰਨ ਵਾਲੀਆਂ ਬੜੀਆਂ ਨੇ। ਸੋ ਇਹਨਾਂ ਦੇ ਪੱਲੇ ਭਰਾਓ ਕੋਈ ਨੈਤਿਕਤਾ ਨਹੀਂ, ਕੋਈ ਅਣਖ ਨਹੀਂ, ਕੋਈ ਗੈਰਤ ਨਹੀਂ। ਗੱਲ ਕਰਦੇ ਸ਼੍ਰੋਮਣੀ ਅਕਾਲੀ ਦਲ ਦੀ। ਸ਼੍ਰੋਮਣੀ ਅਕਾਲੀ ਦਲ ਦੇ ਕੋਲ ਕੁਰਬਾਨੀਆਂ ਦਾ ਇਤਿਹਾਸ ਹੈ, ਇਹਨਾਂ ਕੋਲ ਬੇਈਮਾਨੀਆਂ ਦਾ ਇਤਿਹਾਸ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸ਼ਹੀਦੀਆਂ ਦਾ ਇਤਿਹਾਸ ਹੈ, ਇਹਨਾਂ ਕੋਲ ਗੀਤੀਆਂ ਦਾ ਇਤਿਹਾਸ ਹੈ। ਸ਼੍ਰੋਮਣੀ ਅਕਾਲੀ ਦਲ ਦੇ ਕੋਲ ਸਰਦਾਰੀਆਂ ਦਾ ਇਤਿਹਾਸ ਹੈ, ਇਹਨਾਂ ਕੋਲ ਗਦਾਰੀਆਂ ਦਾ ਇਤਿਹਾਸ ਹੈ। ਸੋ ਭਰਾਓ ਤਕੜੇ ਹੋ ਕੇ ਇਕੱਠੇ ਹੋਈਏ। ਸਿੰਘ ਸਾਹਿਬ ਦਾਦੂਵਾਲ ਜੀ ਜਿਵੇਂ ਅਗਵਾਈ ਕਰ ਰਹੇ ਆ, ਇਹਨਾਂ ਦੀ ਅਗਵਾਈ 'ਚ ਆਪਾਂ ਜੁੜੀਏ। ਸੋ ਇੰਨੀਆਂ ਬੇਨਤੀਆਂ ਕਰਦਿਆਂ ਹੋਇਆ ਮੈਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਵੱਲੋਂ ਉਹਨਾਂ ਦੀ ਹਾਜ਼ਰੀ ਲਾਉਣ ਲਈ ਪਹੁੰਚੇ। ਔਰ ਜਿਹੜਾ ਅੱਜ ਦਾ ਜਿਹੜਾ ਪ੍ਰੋਗਰਾਮ ਚੱਲ ਰਿਹਾ ਹੈ, ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਵੀ ਇਸ ਮੋਰਚੇ ਦਾ, ਇਸ ਧਰਨੇ ਦਾ ਇੱਕ ਹਿੱਸਾ ਹੈ। ਸੋ ਮੈਨੂੰ ਜਿਵੇਂ ਦੱਸਿਆ ਗਿਆ ਹੈ, ਮੈਂ ਪ੍ਰਧਾਨ ਜੀ ਨਾਲ ਗੱਲ ਕਰਾਂਗਾ, ਇਹਨੂੰ ਹੋਰ ਵਧਾਵਾਂਗੇ ਜਦੋਂ ਤੱਕ ਚੱਲੇਗਾ। ਸੋ ਜਥੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਹੈ, ਉਹਨਾਂ ਦੇ ਵੀ ਆਉਣੇ ਸ਼ੁਰੂ ਹੋਣਗੇ। ਸੋ ਇਹਨਾਂ ਸ਼ਬਦਾਂ ਰਾਹੀਂ ਕੀਮਤ ਦਾ ਜਾਚਕਾਂ ਸਮਾਂ ਵੱਧ ਲੈ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਗੁਰਸੇਵ ਸਿੰਘ ਜੀ ਹਰਪਾਲਪੁਰ, ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਹੈ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ ਦਾ, ਪਰ ਮੈਂ ਉਹਨਾਂ ਤੋਂ ਪਹਿਲਾਂ ਬੇਨਤੀ ਕਰਾਂਗਾ ਜੋ ਅੱਜ ਬਹੁਤ ਵੱਡਾ ਜਥਾ ਲੈ ਕੇ ਆਏ ਆ, ਜਸਵੰਤ ਸਿੰਘ ਜੀ ਚੀਮਾ। 1 ਮਿੰਟ ਵਾਸਤੇ ਚੀਮਾ ਸਾਹਿਬ ਨੂੰ ਤਾਂ ਮੈਂ ਕਹਿ ਸਕਦਾ, ਜਸਕਰਨ ਸਿੰਘ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਵੀ ਕਿੰਨਾ ਕੁ ਟਾਈਮ ਲਾਉਂਦੇ ਹੁੰਦੇ ਆ, ਪਰ ਅੱਜ ਮੇਰੀ ਬੇਨਤੀ ਨੂੰ ਜ਼ਰੂਰ ਮੰਨਣ। ਸਮਾਂ ਹੋ ਗਿਆ, ਆਪਾਂ ਸਟੇਜ ਦੀ ਸਮਾਪਤੀ ਕਰਨੀ ਹੈ। ਜਸਵੰਤ ਸਿੰਘ ਜੀ ਚੀਮਾ, ਉਹਨਾਂ ਤੋਂ ਬਾਅਦ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ। ਪੰਥ ਦੀਆਂ ਮਹਾਨ ਹਸਤੀਆਂ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਕੌਮ ਦੇ ਸਰਮੌਰ ਲੀਡਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਜਵਾਰ ਕੇ ਸਾਹਿਬ, ਨਾਰੀ ਕੇ ਸਾਹਿਬ, ਹੋਰ ਮਹਾਪੁਰਸ਼ ਤੇ ਸਮੁੱਚੀ ਪੰਥ ਦਾ ਦਰਦ ਰੱਖਣ ਵਾਲੀ ਕੌਮ, ਆਓ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ 1 ਮਿੰਟ ਦਾ ਮਿਲਿਆ ਵੀਰੋ। ਦੁੱਖ ਬਹੁਤ ਜ਼ਿਆਦਾ ਹੈ। ਜਦੋਂ ਬੁਰਜ ਜਵਾਰ ਕੇ ਤੋਂ ਗੁਰੂ ਸਾਹਿਬ ਦੇ ਸਰੂਪ ਗਵਾਹ ਕੀਤੇ, ਬਰਗਾੜੀ ਦੀਆਂ ਗਲੀਆਂ ਦੇ ਵਿੱਚ ਅੰਗ ਰੋਲੇ ਗਏ, ਤੇ ਉਦੋਂ ਇੱਕ ਕੌਮ ਨੇ ਐਸਾ ਅਬਾਲ, ਐਸਾ ਗੁੱਸਾ ਆਇਆ ਕੌਮ ਦੇ ਮਨਾਂ 'ਚ, ਪੰਜਾਬ ਦੀਆਂ ਸਾਰੀਆਂ ਸੜਕਾਂ ਬਲੌਕ ਕਰਕੇ ਰੱਖਤੀਆਂ। ਉਸ ਤੋਂ ਬਾਅਦ ਇਹ ਸਿਲਸਿਲਾ ਚੱਲਦਾ ਰਿਹਾ, ਕਦੀ ਇੱਥੇ ਗੁਰੂ ਸਾਹਿਬ ਦੇ ਸਰੂਪਾਂ ਨੂੰ ਅੱਗਾਂ, ਕਦੀ ਇੱਥੇ। ਪਰ ਖਾਲਸਾ ਜੀ, ਕੌਮ ਕੋਲ ਰੋਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਸੀ, ਕਿਉਂਕਿ ਦੋਸ਼ੀ ਦਾ ਪਤਾ ਨਹੀਂ ਸੀ ਲੱਗ ਰਿਹਾ। ਪਰ ਜਦੋਂ 328 ਸਰੂਪ ਉਹਨਾਂ ਲੋਕਾਂ ਨੇ, ਉਹ ਜਿਨ੍ਹਾਂ ਨੇ ਗੁਰੂ ਦੀ ਰੱਖਿਆ ਕਰਨੀ ਸੀ, ਉਹਨਾਂ ਲੋਕਾਂ ਨੇ 328 ਸਰੂਪ ਗਾਇਬ ਕਰਤੇ, ਉਦੋਂ ਕੌਮ ਦੇ ਮਨ ਦੇ ਵਿੱਚ ਇੱਕ ਐਸਾ ਦਰਦ ਭਰ ਗਿਆ, ਉਹ ਕੁੱਤੀ ਚੋਰਾਂ ਨਾਲ ਰਲ ਗਈ ਹੈ। ਮੇਰੀ ਬੇਨਤੀ ਹੈ, ਮੇਰੀ ਅਰਜ਼ ਹੈ, ਉਹ ਤੁਸੀਂ ਲੀਡਰ ਬੈਠੇ ਹੋ, ਉਹ ਤੁਸੀਂ ਇੱਥੋਂ ਦਾ ਪ੍ਰਬੰਧ ਸੰਭਾਲਣਾ। ਅਸੀਂ ਸੇਵਾਦਾਰ ਹਾਂ। ਆ ਜਿਹੜਾ ਮੋਰਚਾ ਲਾਇਆ, ਇਹਨੂੰ ਲੰਬਾ ਚਲਾਇਓ। ਉਹ ਜਿੰਨਾ ਚਿਰ ਉਹ ਪੰਥ ਦੇ ਦੋਖੀ ਫੜੇ ਨਹੀਂ ਜਾਂਦੇ, ਗੁਰੂ ਗ੍ਰੰਥ ਸਾਹਿਬ ਨੂੰ, ਉਹ ਜਿਨ੍ਹਾਂ ਨੇ 328 ਸਰੂਪਾਂ ਨੂੰ ਪਤਾ ਨਹੀਂ ਕਿੱਥੇ ਭੇਜਿਆ, ਜਿੰਨਾ ਚਿਰ ਉਹ ਅਰੈਸਟ ਨਹੀਂ ਹੁੰਦੇ, ਉਹਨਾਂ ਚਿਰ ਮੋਰਚਾ ਨਾ ਖਤਮ ਕਰਿਓ। ਸਾਨੂੰ ਜਿਹੜਾ ਦਿਨ, ਜਿਹੜਾ ਵਾਰ ਉਹ ਦਿਓਗੇ, ਵੱਧ ਤੋਂ ਵੱਧ ਘੱਟ ਜਿੰਨਾ ਤੁਸੀਂ ਕਹੋਗੇ ਉਹਨਾਂ ਲੈ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਦਾ। ਹੁਣ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ, ਮੈਂ ਸਮਾਂ ਤਾਂ ਨਹੀਂ ਲੈ ਰਿਹਾ ਕਿ ਸਮਾਂ ਬਹੁਤ ਸ਼ਾਰਟ ਹੈ। ਸੰਗਤ ਨੂੰ ਫਿਰ ਬੇਨਤੀ ਹੈ, ਜਿਨ੍ਹਾਂ ਜਲ ਪਾਣੀ ਛਕ ਲਿਆ ਭਾਈ ਪੰਡਾਲ ਵਿੱਚ ਛਕੋ। ਸਰਦਾਰ ਜਸਕਰਨ ਸਿੰਘ ਜੀ ਕਾਹਨ ਸਿੰਘ ਵਾਲਾ। ਅੱਜ ਲੌਂਗੋਵਾਲ ਵਿਖੇ 5ਵੇਂ ਦਿਨ
ਧਰਨੇ 'ਚ ਸ਼ਾਮਲ ਹੋਏ ਸਿੰਘ ਸਾਹਿਬ ਬਲਜੀਤ ਸਿੰਘ ਜੀ ਦਾਦੋਵਾਲ, ਜੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ, ਜੋ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਨੇ, ਸਟੇਜ ਦੀ ਸੇਵਾ ਨਿਭਾ ਰਹੇ ਬਾਬਾ ਪ੍ਰਦੀਪ ਸਿੰਘ ਜੀ ਚਾਂਦਪੁਰਾ, ਉਹ ਦਾਦੂ ਸਾਹਿਬ ਪੰਥਕ ਲਹਿਰ ਦੇ ਪ੍ਰਧਾਨ ਨੇ ਤੇ ਨਾਲੇ ਜਾਗੋ ਵਾਲੇ ਵੀ ਨਹੀਂ, ਤੇ ਇੱਥੇ ਦਿਨ ਰਾਤ ਸੇਵਾ ਕਰ ਰਹੇ ਸਰਦਾਰ ਅਮਰਤਪਾਲ ਸਿੰਘ ਜੀ, ਸਰਦਾਰ ਅਮਰਜੀਤ ਸਿੰਘ ਜੀ, ਸਰਦਾਰ ਗੁਰਨੈਬ ਸਿੰਘ ਜੀ, ਰਾਮਪੁਰਾ ਸਰਪੰਚ ਸਾਹਿਬ, ਮੇਰੇ ਸਤਿਕਾਰਯੋਗ ਬਹਾਦਰ ਸਿੰਘ ਜੀ ਪਸੌਟ, ਜਿਹੜੇ ਲਗਾਤਾਰ ਚੱਲ ਰਹੇ ਨੇ। ਮੇਰੇ ਤੋਂ ਪਹਿਲਾਂ ਬੋਲ ਕੇ ਗਏ ਬਾਬਾ ਗੁਲਾਬ ਸਿੰਘ ਸੀ, ਸਾਰੀ ਗੱਲ ਸੁਣਨੀ ਚਾਹੀਦੀ ਸੀ ਪਰ ਥੋੜੀ ਸੁਣੀ, ਅੱਗੇ ਤੋਂ ਸੁਣਾਉਣ ਆ ਕੇ ਸੰਤ ਬਾਬਾ ਗੁਰਦੇਵ ਸਿੰਘ ਜੀ, ਸੰਤ ਬਾਬਾ ਸੁਖਦੇਵ ਸਿੰਘ ਜੀ, ਸੰਤ ਬਾਬਾ ਪ੍ਰੀਤਮ ਸਿੰਘ ਜੀ ਰਾਜਪੁਰੇ ਵਾਲੇ, ਜਿਨ੍ਹਾਂ ਤੇ ਬਹੁਤ ਗੁਰੂ ਮਹਾਰਾਜ ਦੀ ਕਿਰਪਾ ਹੈ। ਮੈਂ ਕੀ ਦੱਸਾਂ ਕਿੰਨੀ ਕਿਰਪਾ ਹੈ, ਮੈਂ ਦੱਸ ਨਹੀਂ ਸਕਦਾ, ਬਹੁਤ ਬਾਣੀ ਦੇ ਰਸੀਏ ਨੇ। ਸਰਦਾਰ ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ, ਜਿਨ੍ਹਾਂ ਤੇ ਬੜਾ ਜ਼ਬਰ ਹੋਇਆ, ਇਹਦੇ ਜ਼ਬਰ ਦੀ ਮੈਂ ਕੀ ਗੱਲ ਕਰਾਂ, ਮੈਂ ਦੱਸ ਨਹੀਂ ਸਕਦਾ। ਕਹਿਣ ਤੋਂ ਭਾਵ ਦਰਜਾ ਬਦਰਜਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇਕੱਠੇ ਹੋਏ ਆ, ਇਕੱਠੇ ਇੱਕ ਮਕਸਦ ਲਈ ਹੋਏ ਆ। ਕੀ ਹੋਏ ਆ ਕਿ ਇਹ ਜਾਬਰਾਂ ਨੇ, ਇਹ ਆਰਐਸਐਸ ਦੇ ਹੱਥ ਠੋਕਿਆ ਨੇ, ਇਹ ਬਜਰੰਗ ਦਲ ਦੇ ਹੱਥ ਠੋਕਿਆ ਨੇ, ਪੰਥ ਵਿਰੋਧੀ ਹੱਥ ਠੋਕਿਆ ਨੇ। ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਜੋ ਸਿਰਸੇ ਵਾਲੇ ਸਾਧ ਦੇ ਰੂਪ ਵਿੱਚ ਕੌਮ ਦੇ ਵਿੱਚ ਪ੍ਰਵੇਸ਼ ਕੀਤਾ, ਉਹਦੇ ਚੇਲਿਆਂ ਨੇ ਸਾਡਾ ਗੁਰੂ ਸਾਹਿਬ ਲੈ ਗਏ ਨੇ। ਕਿੱਥੋਂ ਲੈ ਗਏ ਨੇ? ਕਹਿੰਦੇ ਸ਼੍ਰੋਮਣੀ ਕਮੇਟੀ ਚੋਂ ਲੈ ਗਏ ਨੇ। ਕਹਿੰਦੇ ਗੁਰੂ ਗ੍ਰੰਥ ਸਾਹਿਬ, ਕਹਿੰਦੇ ਉਹ ਜਿੱਥੇ ਗੁਰੂ ਗ੍ਰੰਥ ਸਾਹਿਬ, ਗੁਰੂ ਦੇ ਘਰ ਹਰਮੰਦਰ ਸਾਹਿਬ, ਤੇ ਜਿੱਥੇ ਗੁਰੂ ਸਾਹਿਬ ਸਾਡੇ ਉਹਨਾਂ ਦਾ ਛਪਾਈ ਹੁੰਦੀ ਆ, ਸਾਡੇ ਗੁਰੂ ਸਾਹਿਬ ਉੱਥੇ ਪੂਰੀ ਮਨੁੱਖਤਾ ਨੂੰ ਉਹ ਸੰਦੇਸ਼ ਦੇਣ ਲਈ ਉੱਥੋਂ ਪ੍ਰਕਾਸ਼ ਹੋ ਕੇ ਸਾਡੇ ਵਿੱਚ ਆਉਂਦੇ ਆ। ਪਰ ਉਸ ਜਗ੍ਹਾ ਤੇ ਪਹਿਲਾਂ ਇਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਗੁਰੂ ਹੈ ਕਿੰਨੇ। ਪਹਿਲਾਂ ਕਹਿੰਦੇ 267 ਨੇ, ਫੇਰ ਵੀ ਪਤਾ ਨਹੀਂ ਲੱਗਿਆ। ਫੇਰ ਕਹਿੰਦੇ ਨੇ 328 ਹੋ ਗਏ ਨੇ, ਫੇਰ ਵੀ ਪਤਾ ਨਹੀਂ ਲੱਗਿਆ। ਅਸੀਂ ਤੇ ਅਮਾਨ ਸਿੰਘ ਮਾਨ ਇਹਨਾਂ ਦੀ ਰਿਪੋਰਟ ਨੂੰ ਰੱਦ ਕਰਕੇ, ਰਿਪੋਰਟ ਰੱਦ ਕਿਉਂ ਕੀਤੀ ਕਿ ਤੁਹਾਡੀਆਂ ਰਿਪੋਰਟਾਂ ਪੰਥ ਦੇ ਹੱਕ ਵਿੱਚ ਨਹੀਂ ਹੁੰਦੀਆਂ, ਤੁਹਾਡੀਆਂ ਰਿਪੋਰਟਾਂ ਪੰਥ ਵਿਰੋਧੀ ਹੁੰਦੀਆਂ। ਉਹ ਬਿਆਸ, ਉਹ ਪਿੰਡ ਦੇ ਵਿੱਚ ਵੜੈਚ ਵੀ ਤੁਸੀਂ ਰਿਪੋਰਟ ਜਿਹੜੀ ਪੰਥ ਦੇ ਵਿਰੁੱਧ ਦਿੱਤੀ, ਪੰਥ ਇਕੱਠਾ ਹੋਇਆ ਜਿਹਦੇ ਵਿੱਚ ਮਹਿਤਾ ਜੀ ਬੈਠੇ ਸਨ, ਉਹਨਾਂ ਨੇ ਰਿਪੋਰਟ ਕਹਿੰਦੀ ਗੁਰਦੁਆਰਾ ਢਾਇਆ ਨਹੀਂ, ਪੰਥ ਨੇ ਗੁਰਦੁਆਰਾ ਬਣਾ ਲਿਆ। ਫਿਰ ਤੁਹਾਡੀ ਰਿਪੋਰਟ ਹੋਈ ਕਿ ਸਰਸੇ ਵਾਲੇ ਸਾਧ ਨੂੰ ਬਿਨਾਂ ਮਾਫੀ ਮੰਗਿਆ ਮਾਫੀ ਦਿੱਤੀ, ਪੰਥ ਨੇ ਤੁਹਾਡੀ ਰਿਪੋਰਟ ਰੱਦ ਕਰ ਦਿੱਤੀ ਤੇ ਉਹਨੂੰ ਚੱਲਦਾ ਇੱਥੋਂ ਕਰ ਦਿੱਤਾ, ਜਿਹਦੇ ਵਿੱਚੋਂ ਸਰਬੱਤ ਖਾਲਸਾ ਹੋਇਆ। ਹੁਣ ਤੁਹਾਡੀ ਰਿਪੋਰਟ ਹੈ 1000 ਪੇਜ ਦੀ, ਉਹ ਪੰਥ ਸਾਹਮਣੇ ਆਈ ਨਹੀਂ, ਨਾ ਹਰਪ੍ਰੀਤ ਸਿੰਘ ਨੇ ਦਿੱਤੀ ਹੈ, ਗਿਆਨੀ ਜੀ ਨੇ। ਕਿਉਂ ਲੁਕੋ ਕੇ ਰੱਖੀ ਹੈ ਵੀ ਜੇ ਰਿਪੋਰਟ ਹੀ ਆ ਗਈ ਹੈ? ਕਿਉਂਕਿ ਰਿਪੋਰਟ ਤਾਂ ਨਹੀਂ ਜਾਰੀ ਹੁੰਦੀ ਕਿ ਸੁਖਬੀਰ ਬਾਦਲ ਤੋਂ ਹੁਕਮ ਨਹੀਂ ਆਉਣਾ। ਜਿੰਨਾ ਚਿਰ ਹੁਕਮ ਉੱਥੋਂ ਨਹੀਂ ਆਉਂਦਾ ਤੇ ਸੁਖਬੀਰ ਬਾਦਲ ਨੂੰ ਦਿੱਲੀ ਤੋਂ, ਨਾਗਪੁਰ ਤੋਂ ਹੁਕਮ ਨਹੀਂ ਆਉਣਾ, ਉਹਨਾਂ ਚਿਰ ਇੱਕ ਰਿਪੋਰਟ ਕਦੇ ਨਾ ਅੱਜ ਜਾਰੀ ਹੋਵੇ ਨਾ ਕੱਲ ਜਾਰੀ ਹੋਵੇ। ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਇੱਥੇ ਇਕੱਠੇ ਹੋਏ ਹਾਂ। ਅਸੀਂ ਕੋਈ ਸਿਰ ਫਿਰੇ ਸਿੱਖ ਨਹੀਂ ਆ, ਅਸੀਂ ਧਰਨਿਆਂ ਤੇ ਮਜਾਰਿਆਂ ਵਾਲੇ ਸਿੱਖ ਨਹੀਂ ਆ। ਅਸੀਂ ਲੜਨਾ ਜਾਣਦੇ ਆ, ਅਸੀਂ ਟੇਬਲ ਤੇ ਗੱਲ ਕਰਨੀ ਜਾਣਦੇ ਆ, ਅਸੀਂ ਮਜਾਰਾ ਕਰਨ ਜਾਣਦੇ ਆ, ਅਸੀਂ ਗੁਰੂ ਦੇ ਫਲਸਫੇ ਨੂੰ ਜਾਣਦੇ ਆ, ਅਸੀਂ ਮੀਰੀ ਪੀਰੀ ਦੇ ਸਿਧਾਂਤ ਨੂੰ ਜਾਣਦੇ ਆ। ਅਸੀਂ ਤਾਂ ਕਹਿੰਦੇ ਆ, ਦੱਸੋ ਦੱਸੋ ਲੌਂਗੋਵਾਲ ਸਾਹਿਬ, ਸਾਡੇ ਗੁਰੂ ਕਿੱਥੇ ਨੇ?
ਕਿੱਥੇ ਗਏ ਨੇ, ਕੌਣ ਲੈ ਗਿਆ, ਕਿਹੜੀ ਜਗ੍ਹਾ ਤੇ ਨੇ, ਇਹ ਸਾਜ਼ਿਸ਼ ਕਿਹਦੀ ਹੈ, ਦੋਸ਼ੀ ਕਿਹੜੇ ਨੇ, ਇਹ ਸਿੱਖ ਕੌਮ ਮੰਗਦੀ ਹੈ। ਇਹ ਅਸੀਂ ਨਹੀਂ ਮੰਗਦੇ, ਅਸੀਂ ਤਾਂ ਕੌਮ ਦੀ ਤਰਜਮਾਨੀ ਕਰਦੇ ਹਾਂ। ਜਥੇਬੰਦੀਆਂ ਜ਼ਰੂਰ ਹੁੰਦੀਆਂ, ਕੌਮ ਵੱਡੀ ਹੁੰਦੀ ਹੈ, ਜਥੇਬੰਦੀਆਂ ਛੋਟੀਆਂ ਹੁੰਦੀਆਂ। ਅਸੀਂ ਇਹ ਵੀ ਮੰਗ ਕਰਦੇ ਹਾਂ, ਉਹ ਦੱਸੋ ਉਹ ਗੁਰੂ ਗ੍ਰੰਥ ਸਾਹਿਬ ਦੇ 450 ਸਰੂਪ ਸਨ, ਇੱਥੋਂ ਗਏ ਨੇ ਬੱਸ ਦੇ ਵਿੱਚ, ਬੰਬੇ ਦੀ ਬੰਦਰਗਾਹ ਤੇ ਪਹੁੰਚ ਗਏ ਨੇ, ਉੱਥੋਂ ਜਹਾਜ਼ ਦੇ ਵਿੱਚ ਚਲੇ ਗਏ ਨੇ, ਇਹ ਕੈਨੇਡਾ ਪਹੁੰਚ ਗਏ ਨੇ। ਉਹ ਜਦੋਂ ਸਾਡਾ ਗੁਰੂ ਆਉਂਦਾ ਹੈ, ਇਹ ਜਹਾਜ਼ ਦੇ ਟਾਈਮ ਦਾ ਵੀ ਪਤਾ ਸੀਗਾ, ਜਹਾਜ਼ ਚੱਲਿਆ ਕਦੋਂ ਆ, ਕਦੋਂ ਜਹਾਜ਼ ਪਹੁੰਚਿਆ ਉੱਥੇ, ਜਦੋਂ ਸਾਡਾ ਗੁਰੂ ਆਉਣਾ ਸੀਗਾ। ਫਿਰ ਉਹਦੇ ਅੱਗੇ ਸੰਗਤ ਕਿਉਂ ਨਹੀਂ ਆਈ, ਤੁਸੀਂ ਕਿਉਂ ਨਹੀਂ ਆਈ? ਇੱਕ ਬੰਦਾ ਪ੍ਰਧਾਨ ਹੁੰਦਾ, ਵਜ਼ੀਰ ਹੁੰਦਾ, ਉਹਦੇ ਅੱਗੇ ਗੱਡੀਆਂ ਜਾਂਦੀਆਂ, ਉਹ ਸਾਡੇ 450 ਗੁਰੂ ਦੇ ਸਰੂਪ ਉੱਥੇ ਆਏ ਹੋਣ ਤੇ ਤੁਹਾਨੂੰ ਪਤਾ ਹੀ ਨਾ ਹੋਵੇ, ਅੱਗੋਂ ਸਵਾਗਤ ਹੀ ਨਾ ਕੀਤਾ ਹੋਵੇ, ਇਹਦਾ ਮਤਲਬ ਸਾਜ਼ਿਸ਼ ਸੀ। ਇਹ ਸਰੂਪ ਤਾਂ ਰੋਕੇ ਗਏ ਕਿ ਸੁਖਬੀਰ ਬਾਦਲ ਨੇ ਜਾਣਾ ਸੀਗਾ, ਉਹ ਪਹੁੰਚ ਨਹੀਂ ਸਕਿਆ। ਤੇ ਸੁਖਬੀਰ ਬਾਦਲ ਨਾਲੋਂ ਗੁਰੂਆਂ ਦੀ ਜਿਹੜੀ ਲਿਆਕਤ ਹੈ, ਗੁਰੂਆਂ ਦਾ ਜਿਹੜਾ ਬੇਅਦਬੀ ਦਾ ਮਾਮਲਾ ਕੀਤਾ, ਗੁਰੂ ਛੋਟੇ ਨੇ ਤੇ ਫਿਰ ਸੁਖਬੀਰ ਬਾਦਲ ਵੱਡਾ ਹੈ। ਆ ਕੌਮ ਮੰਗਦੀ ਆ ਕਿ ਤੁਸੀਂ 2015 ਚ 19 ਅਕਤੂਬਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਹੋ ਗਏ ਨੇ, ਤੁਸੀਂ ਕਹਿੰਦੇ ਸਰਕਟ ਸ਼ਾਰਟ ਹੋ ਗਿਆ। ਤੇ ਜੇ ਸਰਕਟ ਸ਼ਾਰਟ ਹੋ ਗਿਆ, ਕੌਮ ਮੰਗਦੀ ਆ, ਤੁਸੀਂ ਕਿਹਾ ਕਿ ਗੁਰੂ 15 ਨੇ, ਗੁਰੂ 15 ਨਹੀਂ ਆ, ਗੁਰੂ ਦੇ ਸਰੂਪ 80 ਅਗਨ ਭੇਟ ਹੋਏ ਨੇ। ਉਹ ਮੈਤਿਆ ਤੂੰ ਦੱਸ, ਉਹ ਸਾਡੇ ਤੂੰ ਸਾਰੇ ਅੰਤਰ ਕਮੇਟੀ ਵਾਲੇ ਦੱਸੋ, ਅੱਜ ਮੱਕੜ ਚਲਾ ਗਿਆ, ਉਹ ਵੀ ਦੱਸਦਾ, ਉਹ ਵੀ ਕਿਤੇ ਬੈਠਾ ਉਹਨਾਂ ਨਰਕਾਂ ਦੇ ਵਿੱਚ। ਗੁਰੂ ਸਾਹਿਬ ਪੁੱਛਣਗੇ ਕਿ ਤੂੰ ਦੱਸ, ਉਹ 80 ਗੁਰੂ ਕਿਉਂ ਲਗੋਏ ਗਏ, ਇਹ 80 ਦੱਸੇ ਕਿਉਂ ਨਹੀਂ, ਕੌਮ ਨੂੰ ਸੱਚ ਕਿਉਂ ਨਹੀਂ ਬੋਲਿਆ? ਨਹੀਂ ਬੋਲਿਆ ਤੇ ਇਸ ਦੇ ਕੀ ਕਾਰਨ ਨੇ? ਅੱਜ ਛਪਾਈ ਹੋ ਰਹੀ ਆ, ਜਿੱਥੇ ਗੁਰੂ ਦੀ ਉੱਥੇ ਮਸ਼ੀਨ ਤੇ ਛਪਾਈ ਹੁੰਦੀ ਆ, ਉੱਥੇ ਕੌਣ ਨੇ? ਉੱਥੇ ਯੂਪੀ ਤੋਂ ਬਿਹਾਰੀਏ ਲੱਗੇ ਹੋਏ ਨੇ, ਉਹਨਾਂ ਦੇ ਅੰਗ ਪੈਰਾਂ 'ਚ ਰੁਲੇ ਫਿਰਦੇ ਨੇ। ਜਿਲਤਾਂ ਵੀ ਉਹ ਬੰਨਦੇ ਨੇ ਜਿਨ੍ਹਾਂ ਦੇ ਕੋਲੇ ਕੋਈ ਸਿਧਾਂਤ ਨਹੀਂਗਾ, ਉਹਨਾਂ ਨੂੰ ਬਾਅਦ 'ਚ ਅੱਗ ਲਾ ਕੇ ਸਾੜ ਦਿੰਦੇ ਨੇ। ਉਹ ਜੇ ਸਿੱਖਾਂ ਦੇ ਕੋਲੇ ਆਪਣਾ ਕੋਈ ਨੁਮਾਇੰਦਾ ਹੀ ਹੈ ਨਹੀਂਗਾ, ਆਪਣੇ ਗੁਰੂ ਦੇ ਪ੍ਰਬੰਧ ਲਈ 4 ਸਿੱਖ ਜਿਹੜੀ ਮਰਿਆਦਾ ਸਮਝਦੇ ਹੋਣ, ਟਕਸਾਲ ਦੇ ਸਿੰਘ ਹੋਣ, ਜਿਨ੍ਹਾਂ ਨੇ ਸੰਥਿਆ ਪੂਰੀ ਲਈ ਹੋਵੇ, ਜਿਹਨੂੰ ਗੁਰੂ ਦਾ ਗਿਆਨ ਹੋਵੇ, ਉਹ ਦੱਸੇ। ਇਹ ਸਾਰੀਆਂ ਗੱਲਾਂ ਕੌਮ ਪੁੱਛਦੀ ਆ। ਮੈਂ ਅਖੀਰ 'ਚ ਇੱਕ ਸ਼ਬਦ ਕਹਿ ਕੇ ਉਹ ਮੈਂ ਕਹਿਣਾ, ਲੌਂਗੋਵਾਲ ਦੀ ਜ਼ਮੀਰ ਮਰ ਚੁੱਕੀ ਆ, ਬਾਦਲ ਦੀ ਜ਼ਮੀਰ ਮਰ ਚੁੱਕੀ ਆ, ਬਾਦਲ ਪਰਿਵਾਰ ਦੀ ਜ਼ਮੀਰ ਮਰ ਚੁੱਕੀ ਆ। ਓ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਦੇ ਕਮੇਟੀ ਦੇ ਮੈਂਬਰੋ, ਉਸ ਹੋਸ਼ ਸੰਭਾਲੋ, ਹੋਸ਼ ਵਿੱਚ ਆਓ, ਥੋੜਾ ਜਿਹਾ ਬੋਲੋ, ਥੋੜਾ ਜਿਹਾ ਗੱਲ ਕਰੋ। ਤੁਹਾਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਇਸ ਲਈ ਚੁਣਿਆ, ਤੁਹਾਨੂੰ ਪਰਚੇ ਕਰਾਉਣ ਲਈ ਨਹੀਂ ਚੁਣਿਆ, ਤੁਹਾਨੂੰ ਸੜਕਾਂ ਬਣਾਉਣ ਲਈ ਨਹੀਂ ਚੁਣਿਆ, ਤੁਹਾਨੂੰ ਨੀਂਹ ਪੱਥਰ ਲਾਉਣ ਨਹੀਂ ਚੁਣਿਆ, ਤੁਹਾਨੂੰ ਇਸ ਲਈ ਚੁਣਿਆ ਕਿ ਗੁਰੂ ਦੇ ਸਿਧਾਂਤ ਦੀ ਗੱਲ ਕਰੋ, ਸਿੱਖੀ ਦੀ ਪ੍ਰਫੁੱਲਤਾ ਦੀ ਗੱਲ ਕਰੋ। ਉਹ ਗੁਰੂ ਸਾਹਿਬ ਗਾਇਬ ਹੋ ਗਏ ਨੇ, ਉਹ ਤੁਸੀਂ ਵੀ ਬਾਦਲ ਦੇ ਨਾਲ ਘਰਾਂ 'ਚ ਗਾਇਬ ਹੋ ਗਏ ਹੋ। ਉਹ ਬੋਲੋ ਸ਼੍ਰੋਮਣੀ ਕਮੇਟੀ ਦੇ ਮੈਂਬਰੋ, ਉਹ ਗੁਰੂ ਵੱਡਾ ਕਿ ਪ੍ਰਕਾਸ਼ ਸਿੰਘ ਬਾਦਲ ਵੱਡਾ? ਉਹ ਗੁਰੂ ਵੱਡਾ ਕਿ ਲੌਂਗੋਵਾਲ ਵੱਡਾ? ਇਹ ਸਾਰੇ ਬੋਲਣ। ਤੁਸੀਂ ਇਹ ਨਾ ਕਿਹਾ ਜੇ ਕਿ ਇੱਥੇ ਧਰਨਾ, ਇਹ ਅਸੀਂ ਰਹਿ ਕਰਕੇ ਜਥੇਬੰਦੀਆਂ, ਇਹ ਧਰਨੇ ਦੀ ਜਿਹੜੀ ਗੱਲ ਹੈ, ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਘਰਾਂ ਅੱਗੇ ਵੀ ਜਾਵਾਂਗੇ, ਉਹਨਾਂ ਨੂੰ ਲਾਹਨਤਾਂ ਵੀ ਪਾਵਾਂਗੇ। 28 ਤਰੀਕ ਨੂੰ ਇੱਕ ਸਮਾਗਮ, ਉੱਥੇ ਜਿਹੜਾ ਬਜਟ ਹੈ ਉੱਥੇ ਸਾਰੇ ਜਾ ਰਹੇ ਆ, ਉੱਥੇ ਲਾਹਨਤਾਂ 28 ਨੂੰ ਪਾਵਾਂਗੇ। ਇਸ ਕਰਕੇ ਕੌਮ ਵੱਡੀ ਆ ਤੇ ਬਾਕੀਆਂ ਗੱਲਾਂ ਛੋਟ ਰਹੀਆਂ। ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜੇ ਸੰਤ ਜਰਨੈਲ ਸਿੰਘ ਪਿੰਡਰਾਂ ਵਾਲਿਆਂ ਦੀ ਸੋਚ ਤੇ ਤੁਰ ਰਹੇ ਨੇ, ਉਹ ਦੋ ਵਾਰੀ ਦਿਹਾੜੀ 'ਚ ਫੋਨ ਕਰਦੇ ਆ ਕਿ ਕੀ ਹੋਇਆ, ਮੈਂ ਤਕੜਾ ਹੋ ਗਿਆ ਜਦੋਂ ਮੇਰੇ ਚੱਕਰ ਹਟ ਗਏ ਕਿ ਮੈਂ ਪੰਥ ਦੇ ਵਿੱਚ ਆਉਂਗਾ। ਇਸ ਕਰਕੇ ਉਹ ਕਹਿੰਦਾ ਸਿੰਘੋ ਉਹ ਡਟੇ ਰਹੋ, ਕੌਮ ਵੱਡੀ ਹੁੰਦੀ ਆ। ਇਹ ਗੁਰੂ ਦਾ ਮਾਮਲਾ, ਤੁਸੀਂ ਜਿੱਤੋਗੇ ਜ਼ਰੂਰ। ਇਹਨਾਂ ਹੀ ਕਹਿੰਦਾ ਹੋਇਆ ਖੇਮਾ ਦਾ ਜਾਚਕਾਂ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਰਦਾਰ ਜਸਕਰਨ ਸਿੰਘ ਜੀ, ਕਾਹਨ ਸਿੰਘ ਵਾਲਾ
ਆਪ ਜੀ ਬਾਖੂਬੀ ਜਾਣਦੇ ਹੋ, ਬੇਬਾਕੀ ਨਾਲ ਬੋਲਦੇ ਨੇ। ਸਰਦਾਰ ਕਰਨੈਲ ਸਿੰਘ ਜੀ ਮਾਸਟਰ ਨਾਰੀ ਕੇ, ਉਹ ਵੀ ਸਾਡੇ ਵਿਚਕਾਰ ਵਿਰਾਜਮਾਨ ਨੇ। ਜੀ ਕਰਦਾ ਸੀ ਉਹਨਾਂ ਨੂੰ ਬੁਲਾਵਾਂ, ਪਰ ਮੈਂ ਮਾਫੀ ਮੰਗਾਂਗਾ। ਸਰਦਾਰ ਗੁਰਸੇਵਕ ਸਿੰਘ ਜੀ ਜਵਾਰ ਕੇ, ਭਾਈ ਗੁਰਸੇਵਕ ਸਿੰਘ ਜੀ ਧੂਲਕੋਟ, ਜਿਹੜੇ ਜਥਾ ਲੈ ਕੇ ਆਏ ਹੈ ਬਠਿੰਡਾ ਸਾਹਿਬ, ਕਹਿੰਦੇ ਸਾਡੇ ਸਮੇਂ 'ਚ ਉਹ ਫਤਿਹ ਜ਼ਰੂਰ ਬੁਲਾਉਣ। ਉਸ ਤੋਂ ਬਾਅਦ ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਉਹਨਾਂ ਦੇ ਆਪਾਂ ਬਚਨ ਸਰਵਣ ਕਰਨੇ ਆ। ਔਰ ਅਖੀਰ ਦੇ ਉੱਤੇ ਸਾਡੇ ਕੋਲੇ ਇੱਕ ਹੀ ਬੁਲਾਰੇ ਨੇ, ਚੜ੍ਹਦੀ ਕਲਾ ਵਾਲੇ ਸਿੰਘ ਸਾਹਿਬ, ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ। ਉਸ ਤੋਂ ਬਾਅਦ ਸਟੇਜ ਦੀ ਸਮਾਪਤੀ ਹੈ ਤੇ ਆਪਾਂ ਸਾਰਿਆਂ ਨੇ ਜਾਬਤੇ ਵਿੱਚ ਰਹਿ ਕੇ ਜਲ ਪਾਣੀ ਛਕ ਕੇ ਫੇਰ ਜਾਣਾ ਹੈ। ਜਿਹੜੀਆਂ ਸੰਗਤਾਂ ਪੰਡਾਲ ਤੋਂ ਬਾਹਰ ਜਾਂ ਦੁਕਾਨ ਵਿੱਚ ਬੈਠੀਆਂ ਜਾਂ ਗੱਡੀਆਂ ਵਿੱਚ ਬੈਠੇ ਨੇ ਜਾਂ ਲੰਗਰ ਵਿੱਚ, ਉਹਨਾਂ ਨੂੰ ਮੇਰੀ ਬੇਨਤੀ ਹੈ ਪੰਡਾਲ ਵਿੱਚ ਆ ਕੇ ਸਜਣ। ਭਾਈ ਗੁਰਸੇਵਕ ਸਿੰਘ ਜੀ ਧੂਰਕੋਟ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਆਓ ਸਾਰੇ ਗੱਜ ਵੱਜ ਕੇ ਫਤਿਹ ਬੁਲਾਈਏ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਸਤਿਕਾਰਯੋਗ ਸਿੰਘ ਸਾਹਿਬ ਸੰਤ ਬਾਬਾ ਬਲਜੀਤ ਸਿੰਘ ਜੀ ਖਾਲਸਾ ਦਾਦੂ ਸਾਹਿਬ ਵਾਲੇ, ਭਾਈ ਗੁਰਦੀਪ ਸਿੰਘ ਜੀ ਬਠਿੰਡਾ, ਇੱਕ ਦੋ ਗੱਲਾਂ ਮੈਂ ਜ਼ਰੂਰ ਸਾਂਝੀਆਂ ਕਰਨੀ ਚਾਹੂੰਗਾ। ਜਦੋਂ 2012 ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪਾਂ ਦੀ ਇੱਕ ਸਾਧ ਨੇ ਬੇਅਦਬੀ ਕੀਤੀ, ਸੂਰਜਮੁਨੀ ਨੇ। ਕਿਉਂਕਿ ਸਟੇਜਾਂ ਤੇ ਹੁਣ ਹਰੇਕ ਬੋਲ ਦਿੰਦਾ ਦਾਦੂ ਵਾਲਾ ਬਣਨਾ ਬਹੁਤ ਔਖਾ, ਮੈਂ ਇਹ ਗੱਲ ਆਮ ਕਹਿਣਾ ਹੁੰਦਾ, ਹਰੇਕ ਹੀ ਦਾਦੂ ਵਾਲਾ ਬਣਨ ਨੂੰ ਫਿਰਦਾ। ਸਾਧ ਸੰਗਤ ਜੀ, ਉਹ ਸਾਧ ਨੇ 4 ਸਰੂਪਾਂ ਦੀ ਬੇਅਦਬੀ ਕੀਤੀ ਸੀ। ਉਦਾਂ ਵੀ ਇਦਾਂ ਇਕੱਠ ਹੋਏ ਸੀ, ਉੱਥੋਂ ਸਾਰਿਆਂ ਨੇ ਬੋਲਿਆ ਉਹਦੇ ਵਿੱਚ ਵੀ ਇਹਨੂੰ ਗੁਰਮਤਿ ਅਨੁਸਾਰ ਸੋਧਾ ਲਾਉਣਾ ਚਾਹੀਦਾ ਸਾਧ ਨੂੰ। ਜਦੋਂ ਸੋਧਾ ਲਾਤਾ ਉਹਦਾ, ਮੁੜ ਕੇ ਕੋਈ ਨਹੀਂ ਖੜਦਾ, ਦਾਦੂ ਵਾਲੀ ਨਾਲ ਖੜਾ ਹੀ ਸਾਡੇ ਉੱਤੇ ਵੀ। ਇੱਕ ਮਿੰਟ, ਕਾਹਨ ਸਿੰਘ ਸਾਹਿਬ ਬੈਠੇ ਆ ਜੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ। ਜਦੋਂ ਸਾਧ ਦਾ ਸੋਧਾ ਲਾਇਆ, ਸਾਡੇ ਕੋਲੇ ਪਹੁੰਚੇ ਥਾਣੇ ਦੇ ਵਿੱਚ, ਪੂਰਾ ਸਾਨੂੰ ਹੌਸਲਾ ਦਿੱਤਾ। ਗੁਰਦੀਪ ਸਿੰਘ ਜੀ ਬਠਿੰਡਾ। ਚਲੋ ਇੱਕ ਗੱਲ ਚੱਲ ਰਹੀ ਆ, ਮੈਂ ਤਾਂ ਗੱਲ ਕਰ ਰਿਹਾ ਵੀ ਜਿਹੜੇ ਯੋਧੇ ਆ, ਕੁਰਬਾਨੀਆਂ ਕਰਨ ਵਾਲੇ, ਉਹਨਾਂ ਨੂੰ ਜ਼ਰੂਰ ਸਾਹਮਣਾ ਚਾਹੀਦਾ। ਹੁਣ ਵੀ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ ਸਿੰਘ ਸਾਹਿਬ, ਜਿਵੇਂ ਵੀ ਸਾਨੂੰ ਕਿਸੇ ਮਰਜ਼ੀ ਪ੍ਰਕਾਰ ਦੀ ਸੇਵਾ ਲਾਉਣ, ਅਸੀਂ ਹਾਜ਼ਰ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਮੈਂ ਬੇਨਤੀ ਕਰਾਂਗਾ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ। ਬਹੁਤ ਸਤਿਕਾਰਯੋਗ ਸਿੰਘ ਸਾਹਿਬ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲੇ, ਪੰਜਾਬ ਭਰ ਚੋਂ ਆਏ ਬਹੁਤ ਸਤਿਕਾਰਯੋਗ ਸੰਤ ਮਹਾਤਮਾ ਜੀ, ਵੱਖ-ਵੱਖ ਜਥੇਬੰਦੀਆਂ ਦੇ ਆਗੂ ਸਾਹਿਬਾਨ, ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਤੋਂ ਬੜੀ ਭਾਰੀ ਗਿਣਤੀ 'ਚ ਸੰਗਤ ਆਈ। ਸਰਦਾਰ ਜਸਕਰਨ ਸਿੰਘ ਜੀ, ਬਾਬਾ ਚਮਕੌਰ ਸਿੰਘ ਜੀ, ਜਿਹੜੇ ਲਗਾਤਾਰ ਇੱਥੇ ਸੇਵਾ ਨਿਭਾ ਰਹੇ ਹਨ, ਸਾਰਿਆਂ ਨੂੰ ਬੜੇ ਸਤਿਕਾਰ ਨਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਮਝਦਾ ਹਾਂ ਕਿ ਸਮਾਂ ਬਹੁਤ ਹੋ ਗਿਆ। ਸੰਤ ਮਹਾਂਪੁਰਖਾਂ ਨੂੰ ਵੀ, ਜਿਹੜੇ ਸੰਤ ਮਹਾਂਪੁਰਖ ਇੱਥੇ ਆਏ ਹੋਏ ਹਨ, ਜਿੰਨੇ ਸੋਹਣੇ ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਇਸ ਮੋਰਚੇ ਦੀ ਤੇ ਪੰਥ ਤੇ ਦਰਦ ਦੀ ਤਰਜਮਾਨੀ ਕੀਤੀ, ਉਹਨਾਂ ਇਕੱਲਿਆਂ ਨੂੰ ਇੱਕ ਇੱਕ ਦਿਨ ਦਾ ਸਾਰਾ ਦੀਵਾਨ ਚਾਹੀਦਾ ਸੀ, ਪਰ ਸਮੇਂ ਕਾਰਨ ਅੱਜ ਉਹ ਦੀਵਾਨ ਜਾਂ ਉਹਨਾਂ ਸਮਾਂ ਨਹੀਂ ਦਿੱਤਾ ਜਾ ਸਕਿਆ। ਮੈਂ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਸਾਨੂੰ ਫਰਮਾਇਆ ਕਿ ਕੋਈ ਦਰਬਾਰ ਦੀ ਉਹਨਾਂ ਚਿਰ ਸ਼ੋਭਾ ਨਹੀਂ ਵੱਧ ਸਕਦੀ ਜਿੰਨਾ ਚਿਰ ਉੱਥੇ ਸਾਧ ਦਾਖਲ ਨਾ ਹੋਵੇ, ਸਾਧ ਉੱਥੇ ਹਾਜ਼ਰ ਨਾ ਹੋਵੇ। ਅੱਜ ਦੇ ਇਸ ਮੋਰਚੇ ਨੂੰ, ਅੱਜ ਦੇ ਇਸ ਦਰਬਾਰ ਨੂੰ ਬਾਬਾ ਬਲਜੀਤ ਸਿੰਘ ਜੀ ਦਾਦੂ ਵਾਲਿਆਂ ਨੇ, ਜਿਨ੍ਹਾਂ ਨੇ ਪਹਿਲਾਂ ਵੀ ਬਹੁਤ ਵੱਡੀ ਸੇਵਾ 20-25 ਸਾਲਾਂ ਤੋਂ ਡੇਰੇ ਵਾਲਿਆਂ ਦੇ ਵਿਰੁੱਧ ਲੜੇ, ਬਰਗਾੜੀ ਮੋਰਚੇ 'ਚ ਇਹਨਾਂ ਦੀ ਬੜੀ ਵੱਡੀ ਸੇਵਾ ਹੈ, ਹਰੇਕ ਮੋਰਚੇ 'ਚ ਬੜੀ ਵੱਡੀ ਸੇਵਾ ਹੈ। ਉਹਨਾਂ ਨੇ ਬੇਨਤੀ ਕਰਕੇ ਮਹਾਂਪੁਰਖਾਂ ਨੂੰ ਅੱਜ ਦੇ ਦਰਬਾਰ ਤੇ ਅੱਜ ਦੇ ਮੋਰਚੇ ਨੂੰ, ਜਿਹੜਾ ਅੱਜ 5ਵੇਂ ਦਿਨ 'ਚ ਬਹੁਤ ਵੱਡੀ ਸ਼ਕਤੀ ਦਿੱਤੀ। ਖਾਲਸਾ ਜੀ ਸਰੂਪ ਕਿੱਥੇ ਗਏ, ਕੌਣ ਉਹਦਾ ਜ਼ਿੰਮੇਵਾਰ ਹੈ, ਬੜੀਆਂ ਸਿੱਧੀਆਂ ਗੱਲਾਂ, ਉਹਦੇ ਬਾਰੇ ਵੀ ਜਵਾਬ ਦੇਣ ਨੂੰ ਤਿਆਰ ਨਹੀਂ। ਕਿਉਂ ਨਹੀਂ ਜਵਾਬ ਦੇਣ ਨੂੰ ਤਿਆਰ?
ਜੇ ਆਪਾਂ ਥੋੜਾ ਜਿਹਾ ਪਿੱਛੇ ਝਾਤੀ ਮਾਰ ਕੇ 2000 ਜਦੋਂ ਪਿੱਛੇ ਚੋਣ ਹੋਈ ਵਿਧਾਨ ਸਭਾ ਦੀ, ਉਸ ਸਮੇਂ ਬਠਿੰਡੇ ਦੇ ਵਿੱਚ ਬਹੁਤ ਵੱਡਾ ਇਕੱਠ ਕਰਕੇ ਇਹਨਾਂ ਨੇ ਇੱਕ ਜਾਲੀ ਪਿਤਾ ਬਣਾ ਲਿਆ ਸੀ। ਉੱਥੇ ਸਾਰਾ ਅਕਾਲੀ ਦਲ ਸ਼ਾਮਲ ਹੋਇਆ, ਬਹੁਤ ਲੋਕ ਉੱਥੇ ਜਾ ਕੇ ਡੇਰੇ 'ਚ ਖੜੇ। ਲੌਂਗੋਵਾਲ ਉਹਨਾਂ ਦੇ ਵਿੱਚ ਸੀ, ਜਿਹੜਾ ਉਹਨਾਂ ਤੋਂ ਵੋਟਾਂ ਲੈ ਕੇ ਤੇ ਉਹਨੂੰ ਪਿਤਾ ਜੀ ਕਹਿੰਦੇ ਸੀ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ, ਜਿਹੜੇ ਸਾਡੇ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਉਹਨੂੰ ਭੁੱਲ ਗਏ ਸੀ। ਇਹਨਾਂ ਦਾ ਖੱਜਲ ਖੁਆਰੀ ਦਾ ਟਾਈਮ ਹੈ, ਕਿਉਂਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੇਵਲ ਇੱਕ ਸਰੂਪ ਨਹੀਂ, ਉਹ ਨਿਰੰਕਾਰ ਦਾ ਇੱਕ ਸਰੂਪ ਹੈ। ਜਿਵੇਂ ਸਰਗੁਣ ਤੇ ਨਿਰਗੁਣ ਸਰੂਪ। ਜੇ ਕੋਈ 1000 10,000 10 ਕਰੋੜ 100 ਕਰੋੜ ਲੋਕ ਸੂਰਜ ਅੰਗੀ ਡਲੇ ਚਲਾਈ ਜਾਣ ਤਾਂ ਸੂਰਜ ਨੂੰ ਫਰਕ ਨਹੀਂ ਪੈਂਦਾ, ਉਹ ਪਾਗਲ ਆ। ਅੱਜ ਵੀ ਕੁਝ ਪਾਗਲ ਲੋਕ, ਕੁਝ ਮੂਰਖ ਲੋਕ ਸਤਿਗੁਰੂ ਦੇ ਸਰੂਪਾਂ ਦੀ ਬੇਅਦਬੀ ਕਰਨ ਤੇ ਉੱਤੇ ਤੁਲੇ ਆ। ਸਜ਼ਾ ਖਾਲਸਾ ਜੀ ਵੱਛ ਮਿਲੇਗੀ ਉਹਨਾਂ ਨੂੰ, ਕਿਉਂਕਿ ਸਜ਼ਾ ਤਾਂ ਗੁਰੂ ਨੇ ਦੇ ਦੇਣੀ ਹੈ। ਪਤਾ ਨਹੀਂ ਕਿਹੜੇ ਸਿੰਘ ਤੋਂ ਲੈ ਲੈਣੀ ਹੈ ਸੇਵਾ। ਆਪਾਂ ਕਹਿਣਗੇ ਜੀ ਆ ਫਲਾਨਾ ਬਾਬਾ ਦਾਦੂਵਾਲ ਜੀ ਨਾਲ ਇਹਦੀ ਨਿਗਾਹ ਰੱਖ ਲਓ, ਗੁਰਸੇਵਕ ਸਿੰਘ ਧੂੜਕੋਟ ਦੀ ਨਿਗਾਹ ਰੱਖ ਲਓ। ਇਹਨੇ ਅੱਗੇ ਇੱਕ ਸਾਧ ਵੜਤਾ ਸੀ ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ, ਪਰ ਇੰਦਰਾ ਗਾਂਧੀ ਦੇ ਨਾਲ ਤਾਂ ਉਹਦੇ ਬਾਡੀਗਾਰਡ ਸੀ, ਬੇਅੰਤ ਸਿੰਘ ਦੇ ਨਾਲ ਤਾਂ ਉਹਦੇ ਬਾਡੀਗਾਰਡ ਸੀ ਜਿਹੜੇ ਉਹਦੀ ਰੱਖਿਆ ਕਰਨ ਵਾਲੇ ਸੀ। ਪਤਾ ਨਹੀਂ ਕਿਹੜੇ ਸਿੰਘ ਦੀ ਸੇਵਾ ਦਾ ਮਨ ਜਾਗ ਪਏ। ਇੱਕ ਉਹ ਬਿੱਟੂ ਸੀ, ਇੱਕ ਔਰਤ ਸੀ, ਇੱਕ ਸਾਧ ਸੀ। ਕਈਆਂ ਨੂੰ ਸਜ਼ਾ ਮਿਲ ਗਈ ਕਿਉਂਕਿ ਸਰਕਾਰ ਤਾਂ ਉਹਨਾਂ ਨੂੰ ਬਾਡੀਗਾਰਡ ਦੇਣ ਦੇ ਉੱਤੇ ਤੁਰੀ ਹੋਈ ਆ। ਮੈਂ ਇੱਕ ਗੱਲ ਕਹਿ ਕੇ ਇੱਕ ਮਿੰਟ ਹੀ ਬਾਬਾ ਜੀ ਤੋਂ ਮੈਂ ਮੰਗ ਕੇ ਲੈ ਲੈਣਾ। ਕੱਲ ਜਿਹੜੇ ਧਰਨੇ ਲੱਗੇ ਸੀ ਉਹਦੇ ਬਾਰੇ ਇੱਕ ਗੱਲ ਸਾਂਝੀ ਕਰਨਾ ਚਾਹੁੰਦਾ ਖਾਲਸਾ ਜੀ। ਦੋ ਵਿਅਕਤੀ ਬੜਾ ਰੌਲਾ ਪਾਉਂਦੇ ਉੱਚੀ ਉੱਚੀ, ਇੱਕ ਸੁਖਬੀਰ ਸਿੰਘ ਬਾਦਲ ਤੇ ਇੱਕ ਕੈਪਟਨ ਅਮਰਿੰਦਰ ਸਿੰਘ। ਸੁਖਬੀਰ ਸਿੰਘ ਬਾਦਲ ਤਾਂ ਇਹ ਬੋਲਦਾ ਜਿਵੇਂ ਕਮਲਾ ਹੋਇਆ ਹੁੰਦਾ, ਆਦਾ ਮੇਰੀ ਸਰਕਾਰ ਬਣਾ ਦਿਓ, ਮੈਂ ਬਹੁ ਕੌਮੀ ਕੰਪਨੀਆਂ ਨੂੰ ਇੱਥੇ ਆਉਣ ਨਹੀਂ ਦੇਵਾਂਗਾ, ਸ਼ਾਮਲ ਨਹੀਂ ਹੋਣ ਦੇਵਾਂਗਾ। ਮੈਂ ਤੁਹਾਤੋਂ ਬੜੀ ਜ਼ਿੰਮੇਵਾਰੀ ਨਾਲ ਤੁਹਾਡੇ ਮੀਡੀਆ ਹੀ ਬੈਠਾ ਉਹਨਾਂ ਰਾਹੀਂ ਵੀ ਇੱਕ ਗੱਲ ਕਹਿਣੀ ਚਾਹੁੰਦਾ। ਸੈਲੋ ਜਿਹੜੇ ਬਣਾਇਆ, ਸੈਲੋ ਦਾ ਮਤਲਬ ਜਿੱਥੇ ਲੱਖਾਂ ਬੋਰੀਆਂ ਨਹੀਂ ਸਿੱਧਾ ਲੱਖਾਂ ਟਨ ਅਨਾਜ ਪੈ ਜੇ, ਉਹ ਅਡਾਨੀ ਦੇ ਪੰਜਾਬ ਦੀ ਧਰਤੀ ਤੇ ਬਣੇ ਆ। ਉਹ ਕਿਹਨੇ ਆਗਿਆ ਦਿੱਤੀ ਤੇ ਕਦੋਂ ਤੋਂ ਉਹਦੇ ਵਿੱਚ ਅਨਾਜ ਜਾ ਰਿਹਾ ਹੈ। ਇਸ ਸਾਲ ਵੀ ਜਿਹੜਾ ਉਸ ਅਡਾਨੀ ਨੇ ਇੱਥੇ ਸੌਦੇ ਕੀਤੇ, ਉਹ ਸੈਲੋ ਦੇ ਵਿੱਚ ਕਣਕਾਂ ਸਿੱਟੀਆਂ, ਉਹਨੂੰ ਇਜਾਜ਼ਤ ਜਿਹੜੀ ਆਪਣੇ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਤੇ ਉਹ ਬਣਵਾਏ ਸੀ, ਜਿਹੜੇ ਉਹ ਸੁਖਬੀਰ ਸਿੰਘ ਬਾਦਲ ਨੇ ਬਣਾਏ ਸੀ। ਉਹ ਬਹੁ ਕੌਮੀ ਕੰਪਨੀਆਂ ਨੂੰ ਕਹਿੰਦੇ ਅਸੀਂ ਆਉਣ ਨਹੀਂ ਦੇਵਾਂਗੇ। ਸਾਰੇ ਥਰਮਲ ਵੇਚਤੇ। ਪੰਜਾਬ ਦਾ ਖਜ਼ਾਨਾ ਮੰਤਰੀ ਜਿਹਦੀਆਂ ਅੱਖਾਂ ਛੰਝੂ ਆਉਂਦੇ ਸੀ, ਹੁਣ ਉਹ ਬੰਦ ਕਰਕੇ ਵੇਚ ਕੇ ਉਹ ਖੁਸ਼ ਹੁੰਦਾ। ਇਹਨਾਂ ਲੋਕਾਂ ਸਾਰਿਆਂ ਨੂੰ ਤਕੜੇ ਹੋ ਕੇ ਨੱਥ ਪਾਉਣੀ ਪੈਣੀ ਆ। ਬਾਬਾ ਜੀ ਇੱਕ ਛੋਟੇ ਜਿਹੇ ਮਾਮਲੇ ਤੇ ਬੋਲੇ, ਬਿਨਾਂ ਕਾਰਨ 20 ਦਿਨਾਂ ਤੋਂ 1 ਮਹੀਨਾ ਕਪੂਰਥਲੇ ਜੇਲ੍ਹ ਦੇ ਵਿੱਚ ਇਹਨਾਂ ਨੂੰ ਭੇਜ ਦਿੱਤਾ ਗਿਆ। ਅਸੀਂ ਖਾਲਸਾ ਪੰਥ ਦੇ ਚਰਨਾਂ 'ਚ ਤੇ ਸੰਤ ਮਹਾਂਪੁਰਖਾਂ ਦੇ ਚਰਨਾਂ 'ਚ ਬਹੁਤ ਸਤਿਕਾਰ ਨਾਲ, ਬਹੁਤ ਨਿਮਰਤਾ ਨਾਲ ਬੇਨਤੀ ਕਰਨਾ ਚਾਹੁੰਦੇ ਆ। ਜਿਵੇਂ ਮੈਂ ਪਹਿਲਾਂ ਬੇਨਤੀ ਕੀਤੀ ਆ ਕਿ ਸੰਤ ਮਹਾਂਪੁਰਖਾਂ ਦੀ ਆਸ਼ੀਰਵਾਦ, ਸੰਤ ਮਹਾਂਪੁਰਖਾਂ ਦਾ ਜਿਹੜਾ ਸਹਿਯੋਗ ਤੋਂ ਬਿਨਾਂ ਕੋਈ ਮੋਰਚਾ ਜਿੱਤਿਆ ਨਹੀਂ ਜਾ ਸਕਦਾ, ਨਾ ਕੋਈ ਦਰਬਾਰ ਲੱਗ ਸਕਦਾ ਸੰਤਾਂ ਦੀ ਹਾਜ਼ਰੀ ਦੇ ਬਿਨਾਂ। ਇਹਨਾਂ ਸਮੁੱਚੀਆਂ ਜਿਹੜੀਆਂ ਇਹ ਠੱਗ ਚੋਰ ਟੋਲਾ, ਡਾਕੂਆਂ ਦਾ ਟੋਲਾ ਇਕੱਠਾ ਹੋਇਆ, ਇਹਨਾਂ ਨੂੰ ਚੱਲਦਾ ਕਰੀਏ ਤੇ ਚੰਗੇ ਪੰਥ ਹਿੱਤਾਂ ਦੇ ਵਿੱਚ ਸਾਡੀਆਂ ਸਾਰੀਆਂ ਸੰਸਥਾਵਾਂ ਯਾਦ ਕਰੀਏ। ਮੈਂ ਫਿਰ ਖਿਮਾ ਚਾਹੁੰਦਾ ਹੋਇਆ ਜੇ ਕੋਈ ਇੱਕ ਅੱਧਾ ਮਿੰਟ ਵੱਧ ਲੱਗ ਗਿਆ ਹੋਇਆ, ਕਿਉਂਕਿ ਸਾਡੇ ਬਹੁਤ ਵੱਡੇ ਪ੍ਰਚਾਰਕ ਅੱਜ ਸਰਦਾਰ ਜਸਕਰਨ ਸਿੰਘ ਵੀ ਬਹੁਤ ਵਿਸਤਾਰ 'ਚ ਗੱਲ ਕਰਦੇ, ਪਰ ਅੱਜ ਇਹਨਾਂ ਨੇ ਵੀ ਬਾਬਾ ਬਲਜੀਤ ਸਿੰਘ ਨੂੰ, ਬਾਬਾ ਚਮਕੌਰ ਸਿੰਘ ਜੀ ਭਾਈ ਰੂਪਾ ਨੇ ਵੀ ਬਾਬਾ ਬਲਜੀਤ ਸਿੰਘ ਨੂੰ ਸਾਰਾ ਸਮਾਂ ਦੇ ਕੇ ਅਸੀਂ ਉਹਨਾਂ ਨੂੰ ਸੁਣਨਾ ਚਾਹੁੰਦੇ ਹਾਂ। ਮੈਂ ਫਿਰ ਸਾਰੀ ਸੰਗਤ ਤੋਂ ਬਹੁਤ ਨਿਮਰਤਾ ਨਾਲ, ਬੜੇ ਸਤਿਕਾਰ ਨਾਲ ਧੰਨਵਾਦ ਕਰਦਾ ਹੋਇਆ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ, ਜਿਨ੍ਹਾਂ ਨੇ ਥੋੜੇ ਸਮੇਂ ਵਿੱਚ ਕੌਮ ਦੇ ਮਸਲਿਆਂ ਨੂੰ ਟੁੰਬਿਆ, ਜਾਗਰਤਾ ਦੇ ਸ਼ਬਦ ਵੀ ਕਹੇ। ਹੁਣ ਆਪਣੇ ਕੋਲੇ ਇੱਕੋ ਇੱਕ ਬੁਲਾਰੇ ਨੇ ਸਿੰਘ ਸਾਹਿਬ ਜੀ, ਉਹਨਾਂ ਨੂੰ ਸਾਰਿਆਂ ਨੇ ਮੈਨੂੰ ਪਤਾ ਹੈ ਸਾਹ ਰੋਕ ਕੇ ਸੁਣਨਾ। ਸਵੇਰ ਵੇਲੇ ਤੋਂ ਲੈ ਕੇ ਜਦੋਂ ਤੋਂ ਇਹ ਸਟੇਜ ਚੱਲੀ ਹੈ, ਵੱਖ-ਵੱਖ ਬੁਲਾਰਿਆਂ ਨੇ, ਰਾਗੀਆਂ, ਢਾਡੀਆਂ ਨੇ, ਕਵੀਸ਼ਰਾਂ ਨੇ ਆਪਣਾ ਆਪਣਾ ਬਣਦਾ ਰੋਲ ਅਦਾ ਕੀਤਾ। ਦਾਸ ਨੇ ਵੀ ਸਟੇਜ ਸੈਕਟਰੀ ਦੀ ਡਿਊਟੀ ਨਿਭਾਈ ਹੈ। ਜਥੇਦਾਰ ਗੁਰਨੈਬ ਸਿੰਘ ਜੀ ਰਾਮਪੁਰਾ ਸਾਥੀ ਸੈਕਟਰੀ। ਬੜੀਆਂ ਗਲਤੀਆਂ ਹੋ ਗਈਆਂ ਹੋਣਗੀਆਂ, ਕਿਸੇ ਦਾ ਨਾਮ ਲੈਣੋਂ ਰਹਿ ਗਿਆ ਹੋਏਗਾ, ਕਿਸੇ ਨੂੰ ਜੀਓ ਆਇਆ ਕਹਿਣਾ ਭੁੱਲ ਗਏ ਹੋਵਾਂਗੇ, ਔਰ ਕਿਸੇ ਪਤਵੰਤੇ ਮਹਾਂਪੁਰਖ ਜਥੇਦਾਰ ਆਗੂ ਨੂੰ ਸਮਾਂ ਵੀ ਨਹੀਂ ਦਿੱਤਾ ਗਿਆ ਹੋਣਾ।
ਸਮੁੱਚੇ ਰੂਪ ਦੇ ਵਿੱਚ ਮੈਂ ਇਹ ਖਿਮਾ ਮੰਗਦਾ ਹਾਂ। ਔਰ ਸਾਡੇ ਕੋਲ ਨਰਿੰਦਰ ਸਿੰਘ ਜੀ ਕਾਲਾ ਬੂਲਾ ਜਿਹੜੇ ਜਥੇਦਾਰ ਸੁਰਜੀਤ ਸਿੰਘ ਜੀ ਕਾਲਾ ਬੂਲਾ ਦੇ ਭਤੀਜਾ ਜੀ ਹਨ, ਪਹੁੰਚੇ ਨੇ। ਜੀਓ ਆਇਆ ਬਲਜਿੰਦਰ ਸਿੰਘ ਜੀ ਲਸੋਈ, ਗੋਰਾ ਸਿੰਘ ਜੀ ਬਠਿੰਡਾ, ਇਹ ਗੁਰਮੁਖ ਪਿਆਰੇ ਵੀ ਅੱਜ ਦੇ ਮੋਰਚੇ ਵਿੱਚ ਸ਼ਾਮਲ ਹੋਏ ਹੈ। ਅੱਜ ਦੇ ਮੋਰਚੇ ਵਿੱਚ ਸ਼ਾਮਲ ਹੋਈ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਸੰਤ ਮਹਾਂਪੁਰਖ, ਜਿੰਨੀਆਂ ਵੀ ਸੰਗਤਾਂ ਸਿੰਘ ਸਾਹਿਬ ਜੀ ਦੇ ਨਾਲ ਆਏ ਨੇ, ਮੈਂ ਤਹਿ ਦਿਲੋਂ ਮੋਰਚੇ ਦੇ ਵੱਲੋਂ ਆਪਣੇ ਵੱਲੋਂ ਸਾਰਿਆਂ ਨੂੰ ਜੀਓ ਆਇਆਂ ਕਹਿੰਦਾ ਹਾਂ ਤੇ ਧੰਨਵਾਦ ਕਰਦਾ ਹਾਂ। ਹੁਣ ਮੈਂ ਬੇਨਤੀ ਕਰਾਂਗਾ ਕੌਮ ਦੀ ਮਹਾਨ ਹਸਤੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ ਆਪ ਜੀ ਦੇ ਦਰਸ਼ਨ ਕਰਨਗੇ। ਉਹਨਾਂ ਦੇ ਚੜ੍ਹਦੀ ਕਲਾ ਵਾਸਤੇ ਉਹਨਾਂ ਦੇ ਬੋਲਣ ਤੋਂ ਪਹਿਲਾਂ 5 ਜਕਾਰੇ ਚੜ੍ਹਦੀ ਕਲਾ ਦੇ ਦੋਵੇਂ ਹੱਥ ਖੜੇ ਕਰਕੇ ਜਵਾਬ ਦੇਣਾ ਹੈ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਆਓ ਜੀ ਸਿੰਘ ਸਾਹਿਬ ਜਥੇਦਾਰ ਬਲਜੀਤ ਸਿੰਘ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।